दरबारे खालसा जून चैनल ਨਾਲ जुड़े हुए सारे वीरां ਨੂੰ जय हिंद सत श्री अकाल। ਅੱਜ ਦਾ ਵਿਸ਼ਾ ਬੜਾ ਮਹੱਤਵਪੂਰਨ ਤੇ ਜਿਹਦੇ ਵਿੱਚ ਅਸੀਂ ਸਪੈਸ਼ਲ ਬੇਨਤੀ ਕੀਤੀ ਡਾਕਟਰ ਮਹੇਸ਼ ਕੁਮਾਰ ਜੀ ਜਿਹੜੇ ਹੈਡ ਆਫ ਡਿਪਾਰਟਮੈਂਟ ਨੇ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ पंजाब एग्रीकल्चर यूनिवर्सिटी ਵਿੱਚ डॉक्टर साहब ने काफी लंबे समय तो टीम ਨਾਲ ਰਲ ਕੇ ਗੁੜ ਸ਼ੱਕਰ ਦੇ ਗੁੜ ਵਿੱਚੋਂ ਵੈਲਿਊ ਐਡਡ ਕਿਹੜੀ ਚੀਜ਼ਾਂ ਬਣਾਉਣੀਆਂ ਤੇ ਉਹਦੀ ਕੁਆਲਿਟੀ ਕਿਵੇਂ ਬਣਾਉਣੀ ਆ ਇਹਦੇ ਬਾਰੇ ਕਾਫੀ ਦਾ ਤਜਰਬਾ ਹੋ ਗਿਆ ਤੇ ਅਗਾਂਹ ਜਿਹੜੀ ਵੀ ਕੋਈ ਸਮੱਸਿਆ ਆਉਂਦੀ ਆ ਉਹਦੇ ਹੱਲ ਵਾਸਤੇ ਡਾਕਟਰ ਸਭ ਤਤਪਰ ਰਹਿੰਦੇ ਨੇ ਤੇ ਟੀਮ ਵਰਕ ਦੇ ਨਾਲ ਜਿੱਥੋਂ ਵੀ ਕੋਈ ਸੂਚਨਾ ਪ੍ਰਾਪਤ ਕਰਨੀ ਹੁੰਦੀ ਹੈ ਤੇ ਖੁਦ ਉੱਥੇ ਜਾ ਕੇ ਇਹ ਅਗਾਂਹ ਕਦਮ ਰੱਖਦੇ ਨੇ। ਜੇ ਇਹਨਾਂ ਨੂੰ ਧਰਤੀ ਮਾਤਾ ਦੇ ਪੁੱਤਰ ਕਹਿ ਦਈਏ ਤੇ ਕੋਈ ਝੂਠੀ ਗੱਲ ਨਹੀਂ। ਪੰਜਾਬ ਦੇ ਵਿੱਚ ਕਾਫੀ ਸਮਾਂ ਪਹਿਲਾਂ ਗੁੜ ਜਾਂਦਾ ਲੱਗਾ ਸੀ। ਗੁੜ ਨੂੰ ਦੁਬਾਰਾ ਲਿਆਉਣ ਦੇ ਵਿੱਚ ਜਿਹੜਾ ਇਹ ਟੀਮ ਦਾ ਰੋਲ ਆ ਉਹਦੇ ਵਿੱਚ ਡਾਕਟਰ ਮਹੇਸ਼ ਕੁਮਾਰ ਨੇ ਸ਼ੁਰੂ ਤੋਂ ਮੈਂਬਰ ਨੇ ਜਿਹਦੇ ਵਿੱਚ ਪਹਿਲਾਂ ਸਥਾਪਿਤ ਤੋਂ ਫੈਬਰਵਰੀ ਤੋਂ ਗੱਲ ਸ਼ੁਰੂ ਹੋਈ ਆ ਤੇ ਇਸ ਵੇਲੇ ਪੰਜਾਬ ਦੇ ਵਿੱਚ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਕਿ ਵੱਖ-ਵੱਖ ਖੇਤਰਾਂ ਵਿੱਚ ਵੱਖ ਸਮਰੱਥਾ ਦੇ ਜਿਹੜੇ ਹੈਗੇ ਆ ਗੁੜ ਸ਼ੱਕਰ ਬਣਾਉਣ ਦੇ ਯੂਨਿਟ ਲੱਗ ਰਹੇ ਨੇ ਤੇ ਸਪੈਸ਼ਲੀ ਵੈਲਿਊ ਐਡੀਸ਼ਨ ਕਰਕੇ ਆਪਣੀ ਆਮਦਨ ਲੋਕ ਕਮਾ ਰਹੇ। ਗੁੜ ਸ਼ੱਕਰ ਬਣਾਉਣ ਦਾ ਜਿਹੜਾ ਹੈ ਅਸਲ ਵਿੱਚ ਗੁੜ ਸ਼ੱਕਰ ਜਿਹੜਾ ਬਣਦਾ ਉਹਦੇ ਤਿੰਨ ਅਹਿਮ ਪਾਰਟ ਨੇ। ਪਹਿਲਾ ਪਾਰਟ ਆ ਗੰਨਾ ਤੇ ਗੰਨੇ ਦੀ ਪੈਦਾਵਾਰ, ਦੂਜਾ ਪ੍ਰੋਸੈਸਿੰਗ, ਤੀਸਰਾ ਜੇ ਕਰਨੀ ਤੁਸੀਂ ਵੈਲਿਊ ਐਡੀਸ਼ਨ ਤੇ ਮਾਰਕੀਟ। ਗੁੜ ਦੀ ਪੈਦਾਵਾਰ ਕਿਹੋ ਜਿਹੀ ਹੋਵੇ, ਕਿਹੋ ਜਿਹੀ ਜ਼ਮੀਨ ਹੋਵੇ, ਕਿਹੋ ਜਿਹਾ ਪੌਣ ਪਾਣੀ ਹੋਵੇ ਤੇ ਕੀ ਉਹਦੀਆਂ ਸਾਵਧਾਨੀਆਂ ਰੱਖਣੀਆਂ ਉਹਦੇ ਬਾਰੇ ਆਪਾਂ ਲਗਾਤਾਰ ਚਰਚਾ ਕਰਦੇ ਰਹਿੰਦੇ ਹਾਂ। ਫਗਵਾੜਾ ਗੁਰੂ ਕ੍ਰੋਪਿੰਗ ਸਿਸਟਮ ਦੇ ਤਹਿਤ ਜਿਹਦੇ ਵਿੱਚ ਗੰਨੇ ਨੂੰ ਪਾਣੀ ਲੱਗਣਾ ਹੀ ਨਹੀਂ। ਜੇ ਲੱਗਣਾ 40 ਦਿਨ ਗੰਨੇ ਨੂੰ ਪਾਣੀ ਲਾਉਣਾ। ਗੰਨੇ ਦਾ ਬੀਜ ਸਿਰਫ 1250 ਜਿਹੜੇ ਹੈਗੇ ਆ ਪੋਰੀਆਂ ਨੇ 1250 ਅੱਖਾਂ ਉਹਦੇ ਪਲੱਸ ਇੰਟਰਕ੍ਰੋਪਿੰਗ 1.25 ਮਹੀਨੇ ਬਾਅਦ ਪਾਣੀ ਖਾਦ ਕੋਈ ਪਾਉਣੀ ਨਹੀਂ। ਇਸ ਜਿਸ ਵੇਲੇ ਇਹ ਗੰਨਾ ਤਿਆਰ ਹੁੰਦਾ ਉਹਦਾ ਬਣਦਾ ਉਹਦੇ ਨਤੀਜੇ ਚੰਗੇ ਆਉਣੇ ਆ ਕੁਆਲਿਟੀ ਪੱਖੋਂ ਵੀ ਤੇ ਮਿਆਰੀ ਪੱਖੋਂ ਵੀ ਤੇ ਮਕਦਾਰੀ ਪੱਖੋਂ। ਅਗਾਂਹ ਕੁਝ ਸਵਾਲ ਹੈਗੇ ਵੀ ਆ ਉਹ ਵੀ ਡਾਕਟਰ ਸਾਹਿਬ ਤੁਹਾਡੇ ਸ਼ੇਅਰ ਕਰਨਗੇ ਜ਼ਰੂਰ ਵੀ ਗੁੜ ਖਰਾਬ ਕਿਉਂ ਹੁੰਦਾ, ਗੁੜ ਵਿੱਚ ਆ ਕਿਉਂ ਫੜਦੀ ਆ, ਇਹ ਕਾਮਨ ਸਵਾਲ ਨੇ। ਸੋ ਮੈਂ ਇੱਥੇ ਇਸ ਗੱਲ ਨੂੰ ਵਿਰਾਮ ਦਿੰਦਾ ਹੋਇਆ ਜਿਹੜੀ ਗੰਨੇ ਦੀ ਪੈਦਾਵਾਰ ਦਾ ਸਿਸਟਮ ਆ ਇੱਥੇ ਆਪਾਂ ਸ਼ੁਰੂ ਤੋਂ ਕਰਦੇ ਵੀ ਆਏ ਹਾਂ, ਅਗਾਂਹ ਵੀ ਕਰਾਂਗੇ ਤੇ ਗੰਨੇ ਨੂੰ ਦੀ ਪੈਦਾਵਾਰ ਦਾ ਪਾਰਟ ਛੱਡ ਕੇ ਡਾਕਟਰ ਸਾਹਿਬ ਜਿਹੜਾ ਪ੍ਰੋਸੈਸਿੰਗ ਦੇ ਉੱਤੇ ਐਕਸਪਰਟਾਈਜ਼ ਰੱਖਦੇ ਨੇ ਉਹਦੇ ਬਾਰੇ ਬੇਨਤੀ ਕਰਦੇ ਹਾਂ ਮੈਂ ਡਾਕਟਰ ਮਹੇਸ਼ ਕੁਮਾਰ ਜੀ ਉਹਨਾਂ ਨੂੰ ਜੋ ਪੰਜਾਬ ਦੇ ਵਿੱਚ ਕੁਆਲਿਟੀ ਤੇ ਕੁਆਂਟਿਟੀ ਦਾ ਵਧੀਆ ਗੁੜ ਕਿਸ ਤਰ੍ਹਾਂ ਪੈਦਾ ਹੋਵੇ ਉਹਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ, ਐਕਸਪਰਟਾਈਜ਼ ਸਾਂਝੀ ਕਰਨ। ਡਾਕਟਰ ਮਹੇਸ਼ ਕੁਮਾਰ ਜੀ। ਧੰਨਵਾਦ ਵਸ਼ਿਸ਼ਟ ਸਾਹਿਬ, ਤੁਸੀਂ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੈ ਕਿ ਅਸੀਂ ਆਪਾਂ ਜਿਹੜਾ ਮਿਲ ਜੁਲ ਕੇ ਕੰਮ ਫੈਬਰਵਰੀ ਤੋਂ ਸ਼ੁਰੂ ਕੀਤਾ ਸੀ 8-10 ਸਾਲ ਪਹਿਲਾਂ ਤੋਂ ਤੇ ਹੌਲੀ ਕਰਦੇ ਗੁੜ ਨੂੰ ਫਿਰ ਫੋਕਸ 'ਚ ਆਇਆ ਹੈ ਪੰਜਾਬ ਦੇ ਵਿੱਚ। ਫਿਰ ਉਹ ਚੱਕਰ ਜਿਹੜਾ ਕੰਪਲੀਟ ਕੀਤਾ ਆਪਾਂ ਲੋਕਾਂ ਨੇ, ਚੀਨੀ ਤੋਂ ਗੁੜ ਤੋਂ ਚੀਨੀ ਵੱਲ ਗਏ ਸੀ, ਚੀਨੀ ਤੋਂ ਮੋੜ ਫਿਰ ਗੁੜ ਵੱਲ ਆ ਗਏ ਹਾਂ। ਤੋ ਸਾਨੂੰ ਵੱਡੀ ਇਹਦੇ 'ਚ ਗੱਲ ਇਹ ਹੈ ਕਿ ਇਹ ਐਂਟਰਪ੍ਰੇਨਿਓਰਸ਼ਿਪ ਤੇ ਅਪਰਚੁਨਿਟੀ ਫਾਰਮਰ ਕੋਲ ਹੈ ਪ੍ਰੋਸੈਸ ਕਰਨ ਦੀ। ਕੋਈ ਵੱਡੀ ਇੰਡਸਟਰੀ ਦੇ ਤੌਰ ਤੇ ਇਹਨੂੰ ਨਹੀਂ ਹਜੇ ਇਹਦੇ 'ਚ ਐਂਟਰ ਕੀਤੀ ਹੋਈ ਗੁੜ ਬਣਾਉਣ ਦੇ ਵਿੱਚ। ਇਹ ਟ੍ਰੈਡੀਸ਼ਨਲ ਕੰਮ ਹੈ ਜੋ ਪੰਜਾਬ ਦੇ ਫਾਰਮਰ ਨੇ ਹੀ ਆਪਣੇ ਸਿਰ ਤੇ, ਪ੍ਰੋਗਰੈਸਿਵ ਫਾਰਮਰ, ਅੱਛੀਆਂ ਸੁਸਾਇਟੀਆਂ ਜਿਵੇਂ ਫੈਪਰੋ ਆ ਜਾਂਦੀ ਹੈ, ਇਹਨਾਂ ਨੇ ਹੀ ਆਪਣੇ ਸਿਰ ਤੇ ਇਹਨੂੰ ਅੱਗੇ ਤੋਰਿਆ ਹੈ ਤੇ ਹੁਣ ਇਹ ਚੀਜ਼ ਪ੍ਰਫੁੱਲਿਤ ਹੋਈ ਆ ਕਿਉਂਕਿ ਸਮਾਂ ਲੱਗ ਜਾਂਦਾ ਹੈ। ਭਾਰਤ ਸਰਕਾਰ ਨੇ ਇੱਕ ਆਤਮ ਨਿਰਭਰ ਭਾਰਤ ਸਕੀਮ ਚਲਾਈ ਹੈ। ਉਹ ਸਕੀਮ ਦੇ ਵਿੱਚ ਇੱਕ ਇਹ ਮਿੱਥਿਆ ਹੈ
ODOP, वन डिस्ट्रिक्ट वन प्रोडक्ट, कि हिंदुस्तान के हर डिस्ट्रिक्ट ਦੇ ਵਿੱਚ ਕੋਈ ਨਾ ਕੋਈ ਖਾਣ ਪੀਣ ਦਾ ਪਦਾਰਥ ਹੈ ਜਿਹੜਾ ਲੀਡ ਲੈਂਦਾ ਹੈ। ਹਾਲਾਂਕਿ ਪੰਜਾਬ ਦੇ ਵਿੱਚ ਮੈਂ ਲੁਧਿਆਣੇ ਦੀ ਗੱਲ ਕਰ ਲਾਂ, ਤੁਸੀਂ ਹੁਸ਼ਿਆਰਪੁਰ ਦੀ ਗੱਲ ਕਰ ਲਓ, ਬਹੁਤ ਸਾਰੇ ਪ੍ਰੋਡਕਟ ਬਣਦੇ ਹੁਸ਼ਿਆਰਪੁਰ 'ਚ, ਕਿੰਨੂ ਵੀ ਹੁੰਦੇ ਆ, ਸਬਜ਼ੀਆਂ ਵੀ ਹੁੰਦੀਆਂ, ਗਾਜਰ ਵੀ ਹੈ, ਗੋਭੀ ਵੀ ਹੈ। ਬਟ ਜੇ ਪ੍ਰੋਸੈਸ ਪ੍ਰੋਡਕਟ ਦੇਖੀਏ, ਲੀਡਿੰਗ ਪ੍ਰੋਡਕਟ ਜਿਹੜਾ ਹੈ ਉਹ ਗੁੜ ਹੈ। ਇਸੇ ਤਰ੍ਹਾਂ ਪੰਜਾਬ 'ਚ ਗੁਰਦਾਸਪੁਰ ਹੈ। ਤੋ ਇਹ ਦੋ ਜ਼ਿਲ੍ਹੇ ਜਿਹੜੇ ਹੈਗੇ ਨੇ ਚਿੰਨ੍ਹਿਤ ਹੋਏ ਨੇ ਭਾਰਤ ਸਰਕਾਰ ਵੱਲੋਂ, ਜਿੱਥੇ ਗੁੜ ਦੀ ਇੰਡਸਟਰੀ ਨੂੰ ਡਿਵੈਲਪ ਕਰਨਾ, ਜਿੱਥੇ ਲੀਡਿੰਗ ਬਣ ਕੇ ਆਈ ਹੈ। ਤੋ ਇਹ ਸਾਡੇ ਬੜੀ ਖੁਸ਼ੀ ਦੀ ਗੱਲ ਹੈ ਕਿ ਫੈਪਰੋ ਵਰਗੀ ਸੰਸਥਾਵਾਂ ਇੱਥੇ ਹੁਸ਼ਿਆਰਪੁਰ 'ਚ ਨੇ। ਫਿਰ ਨਾਲ ਹੀ ਤੁਹਾਡੇ ਜਿਹੜੀ ਉન્નਤੀ ਵੀ ਸੁਸਾਇਟੀ ਹੈ। ਤੋ ਇਹ ਏਰੀਏ ਦੇ ਵਿੱਚੋਂ ਇਹ ਇੰਡਸਟਰੀ ਉੱਭਰ ਕੇ ਆਈ ਹੈ ਤੇ ਸਾਡੇ ਕੋਲ ਬਹੁਤ ਸਾਰੀ ਅਪਰਚੁਨਿਟੀ ਹੈ। ਤੋ ਟ੍ਰੈਡੀਸ਼ਨਲ ਕੰਮ ਹੈ, ਆਪਣੀ ਸਕਰੀਨ ਸ਼ੇਅਰ ਕਰੂੰਗਾ ਸਰ, ਦੇਖਦੇ ਆ ਕਿ ਆਪਾਂ ਉਹਦੇ ਨਾਲ ਆਪਾਂ ਗੱਲ ਕਰ ਪਾਉਂਦੇ ਆ ਕਿ ਅੱਛੀ ਤਰ੍ਹਾਂ ਸਮਝਾ ਪਾਉਂਦਾ। ਤੋ ਮੈਂ ਕੋਸ਼ਿਸ਼ ਕਰਦਾ ਸਕਰੀਨ ਸ਼ੇਅਰ ਕਰਨ ਦੀ। ਤੋ ਮੇਰੀ ਸਾਰਿਆਂ ਨੂੰ ਸਕਰੀਨ ਨਜ਼ਰ ਆ ਰਹੀ ਹੈ? ਹਾਂ ਵਸੀਰ ਸਾਹਿਬ, ਮੇਰੀ ਸਕਰੀਨ ਨਜ਼ਰ ਆ ਰਹੀ ਹੈ ਤੇ ਆਵਾਜ਼ ਆ ਰਹੀ ਹੈ ਨਾ? ਮੈਨੂੰ ਲੱਗਦਾ ਸਰ ਬਿਲਕੁਲ ਬੜਾ ਸਾਫ, ਬਹੁਤ ਵਧੀਆ ਹੈ ਸਰ। ਮੇਰੇ ਕੋਲ ਪੰਜਾਬੀ 'ਚ ਵੀ ਸੀਗੀ ਪ੍ਰੈਜੈਂਟੇਸ਼ਨ, ਲੇਕਿਨ ਮੇਰੇ ਦਫ਼ਤਰ ਹੈਗੀ ਤਾਂ ਮੈਂ ਘਰੋਂ ਫਿਰ ਕਰ ਰਿਹਾ, ਤਾਂ ਮੇਰੇ ਕੋਲ ਇਸ ਟਾਈਮ ਅੰਗਰੇਜ਼ੀ ਦੀ ਪਈ ਸੀ ਤੇ ਗੱਲਾਂ ਬਾਤਾਂ ਆਪਾਂ ਪੰਜਾਬੀ 'ਚ ਕਰਨੀਆਂ। ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਵੀ ਆਪਾਂ ਆਰਾਮ ਨਾਲ ਗੱਲ ਕਰ ਪਾਈਏ। ਠੀਕ ਹੈ ਸਰ, ਠੀਕ ਹੈ, ਠੀਕ ਹੈ। ਤੋ ਇਹ ਜਿਹੜੀ ਗੁੜ ਦੀ ਇੰਡਸਟਰੀ ਹੈ, ਅਗਰ ਪਿਛੋਕੜ ਇਤਿਹਾਸ ਦੇਖ ਲਈਏ ਤਾਂ ਸਾਨੂੰ ਪਹਿਲੀ ਵਾਰੀ ਕੋਈ ਰਿਟਨ ਜਿਹਦਾ ਸਾਨੂੰ ਹਿਸਟਰੀ 'ਚ ਮਿਲ ਜਾਂਦਾ ਟ੍ਰਾਂਸਫਰ ਆਫ ਟੈਕਨੋਲੋਜੀ, ਉਹ ਹਿੰਦੁਸਤਾਨ ਤੇ ਚੀਨ ਦੇ ਵਿੱਚ ਹੋਇਆ ਸੀ। ਕਿਉਂਕਿ ਗੰਨਾ ਦਾ ਫੈਲਾਅ ਚੀਨ ਤੋਂ ਹੋਇਆ, ਲੇਕਿਨ ਗੰਨੇ ਨੂੰ ਪ੍ਰੋਸੈਸ ਕਰਕੇ ਗੁੜ ਬਣਾਉਣ ਦਾ ਕੰਮ ਹਿੰਦੁਸਤਾਨ। ਤੋ ਇਹ ਪਹਿਲਾ ਪ੍ਰੋਡਕਟ ਹੈ ਦੁਨੀਆ ਦੇ ਵਿੱਚ ਗੰਨੇ ਦੀ ਪ੍ਰੋਸੈਸਿੰਗ ਤੋਂ ਜਿਹੜਾ ਚੱਲਿਆ, ਔਰ ਹਿੰਦੁਸਤਾਨ ਕੋਲੋਂ ਹੀ ਚੱਲਿਆ। ਤੇ ਹੁਣ ਸਾਡੇ ਕੋਲ ਮਿਡਲ ਈਸਟ, ਏਸ਼ੀਅਨ ਕੰਟਰੀਜ਼ ਸਾਰੇ ਹੀ ਕੰਜ਼ਿਊਮ ਕਰ ਰਹੇ ਆ। ਔਰ ਸਰ ਬੜੀ ਖੁਸ਼ੀ ਦੀ ਗੱਲ ਹੈ, ਪਿਛਲੇ ਸਾਲ ਇਟਲੀ ਦੇ ਵਿੱਚ 2 ਕੰਟੇਨਰ ਅੰਮ੍ਰਿਤਸਰ ਚੋਂ ਗਏ ਆ ਗੁੜ ਦੇ। ਅੰਗਰੇਜ਼ ਇਹਨੂੰ ਅਨਰਿਫਾਈਨਡ ਬਰਾਊਨ ਸ਼ੂਗਰ ਕਹਿ ਦਿੰਦੇ ਆ, ਬਟ ਦੇ ਲਾਈਕ ਇਟ। ਔਰ ਇਸ ਸਾਲ ਸਾਡੀ ਕੋਸ਼ਿਸ਼ ਹੋ ਰਹੀ ਹੈ ਇਹ ਕੰਸਾਈਨਮੈਂਟ USA ਪਹੁੰਚਾਉਣ ਦੀ। ਤੋ ਅਗਾਂਹ ਵਧੂ ਬੰਦੇ ਤੁਹਾਡੇ ਮੰਗਲ ਵਰਗੇ ਸਾਡੇ ਨਾਲ ਜੁੜਦੇ ਆ ਤੇ ਸਾਨੂੰ ਗਾਈਡ ਕਰਦੇ ਰਹਿੰਦੇ ਆ। ਤਾਂ ਹੌਲੀ ਸਟੈਪ ਬਾਏ ਸਟੈਪ, ਕਿਉਂਕਿ ਐਂਟਰਪ੍ਰੇਨਿਓਰਸ਼ਿਪ ਤੁਹਾਡੇ ਕੋਲ ਹੈ, ਸਾਡੇ ਕੋਲ ਨੌਲੇਜ ਅਸੀਂ ਦੱਸ ਹੀ ਸਕਦੇ ਹਾਂ। ਜਿਤਨੀ ਚੀਜ਼ ਨਹੀਂ ਸਮਝ ਆਉਂਦੀ ਉਹਨੂੰ ਆਪਾਂ ਥੋੜਾ ਬਹੁਤਾ ਐਕਸਪੈਰੀਮੈਂਟ ਕਰਕੇ ਰਿਸਰਚ ਕਰ ਲੈਂਦੇ ਹਾਂ। ਤੋ ਕਹਿਣ ਦਾ ਭਾਵ ਹੈ ਕਿ ਇਹ ਪ੍ਰੋਡਕਟ ਸਾਡਾ ਹਿੰਦੁਸਤਾਨ ਤੋਂ, ਪੰਜਾਬ ਤੋਂ ਚੱਲ ਕੇ ਯੂਰਪ 'ਚ ਜਾ ਰਿਹਾ, ਔਰ ਲੋਕੀ ਇਹਨੂੰ ਲਾਈਕ ਕਰਦੇ, ਐਪਰੀਸ਼ੀਏਟ ਕਰ ਰਹੇ ਨੇ। ਤੋ ਇਹ ਬਹੁਤ ਵੱਡੀ ਗੱਲ ਹੈ। ਐਜ਼ ਏ એનર્ਜੀ ਫੂਡ ਸਾਡੇ ਦੇਸ਼ 'ਚ ਵੀ ਦੇਖ ਲਈਏ 43% ਬੱਚੇ ਤੇ 50% ਵੂਮਨ ਅਨੀਮੀਆ ਦਾ ਸ਼ਿਕਾਰ ਨੇ, ਇਰਰਿਸਪੈਕਟਿਵ ਕਿ ਬੱਚੇ ਸ਼ਹਿਰ 'ਚ ਨੇ ਜਾਂ ਪੇਂਡੂ ਖੇਤਰ ਦੇ ਨੇ ਜਾਂ ਅਮੀਰ ਖਾਨਦਾਨ 'ਚੋਂ ਨੇ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ 'ਚੋਂ ਨੇ, ਇੱਕੋ ਜਿਹੇ। ਕਿਉਂਕਿ ਸਾਡਾ ਖਾਣ ਪਾਣ ਠੀਕ ਨਾ ਹੋਣ ਕਰਕੇ ਅਨੀਮੀਆ ਦੀ ਸ਼ਿਕਾਇਤ ਸਾਰੇ ਲੋਕਾਂ 'ਚ ਆ ਰਹੀ ਹੈ, ਬੱਚਿਆਂ 'ਚ ਖਾਸ ਤੌਰ ਤੇ ਆ ਰਹੀ ਹੈ। ਜਿਹੜੇ ਬੱਚੇ ਫਾਸਟ ਫੂਡ ਖਾਂਦੇ ਆ, ਚਿਪਸ ਖਾਂਦੇ ਨੇ, ਪਾਸਤਾ ਪੀਜ਼ੇ ਵੱਲ ਚਲੇ ਗਏ ਆ, ਉਹਨਾਂ ਦੀ ਅੱਖਾਂ ਜ਼ਰੂਰ ਦੇਖ ਲਓ, ਚਿੱਟੀਆਂ ਚਿੱਟੀਆਂ ਹੋਣ ਲੱਗ ਗਈਆਂ ਨੇ, ਲਾਲ ਚਾਹੀਦੀਆਂ ਨੇ। ਸੋ ਭਾਵ ਇਹ ਕਿ ਸਾਨੂੰ ਅਨੀਮੀਆ ਦਾ, ਇਹ ਚੀਜ਼ਾਂ ਉਹ ਹੈ ਕੈਲਸ਼ੀਅਮ ਤੇ ਆਇਰਨ ਜਿਹੜੇ ਸਾਡੇ ਖਾਣ ਪਾਣ 'ਚ ਨੈਚੁਰਲ ਤੌਰ ਤੇ ਪ੍ਰੈਜ਼ੈਂਟ ਹੁੰਦੀ ਸੀ, ਔਰ ਜਿਹਦੀ ਘਾਟ ਬੜੀ ਮਹਿਸੂਸ ਹੋ ਰਹੀ ਹੈ। ਵਿਟਾਮਿਨ ਡੀ ਦਾ ਇੱਕ ਟੈਸਟ ਕਰਾ ਲਓ, 2,500 ਰੁਪਇਆ ਲੱਗ ਜਾਂਦਾ, ਔਰ ਮਿਲਦਾ ਧੁੱਪ 'ਚੋਂ ਹੈ। ਫਿਰ ਉਹਦੀਆਂ ਦਵਾਈਆਂ ਖਾਣੀਆਂ ਪੈਂਦੀਆਂ ਨੇ, ਧੁੱਪ 'ਚ ਫ੍ਰੀ ਮਿਲਦਾ। ਔਰ ਵਿਟਾਮਿਨ ਡੀ ਸਾਡੀ ਹੱਡੀਆਂ ਦੀ ਮਜ਼ਬੂਤੀ ਲਈ, ਸਾਡੇ ਦੁੱਧ ਦਾ ਕੈਲਸ਼ੀਅਮ ਹੱਡੀਆਂ 'ਚ ਤਾਂ ਹੀ ਅਬਜ਼ੌਰਬ ਹੋਏਗਾ ਜੇ ਵਿਟਾਮਿਨ ਡੀ ਹੋਏਗਾ। ਸਾਡੀ ਦਿਮਾਗੀ ਹਾਲਤ ਉਦੋਂ ਹੀ ਅੱਛੀ ਤਰ੍ਹਾਂ ਸੋਚ ਕਰੇਗੀ ਅਗਰ ਵਿਟਾਮਿਨ ਡੀ ਹੋਏਗਾ। ਤਾਂ ਮਿਲਦਾ ਨੈਚੁਰਲ 'ਚ ਫ੍ਰੀ ਹੈ, ਪਰ ਜੇ ਅਸੀਂ AC 'ਚ ਬਹਿਣਾ ਹੈ, ਛਾਵੇਂ ਬਹਿਣਾ ਹੈ, ਸੋਹਣੇ ਸੋਹਣੇ ਕਮਰਿਆਂ 'ਚ ਬਹਿਣਾ ਹੈ, ਧੁੱਪੇ ਨਹੀਂ ਜਾਣਾ, ਧੁੱਪੇ ਕੰਮ ਨਹੀਂ ਕਰਨਾ, ਤਾਂ ਫਿਰ ਵਿਟਾਮਿਨ ਡੀ ਦੀ ਘਾਟ। ਤੋ ਆਹ ਫਿਗਰ ਤੁਹਾਨੂੰ ਮੈਂ ਦਿਖਾ ਰਿਹਾ ਭਾਈ, 43% ਬੱਚੇ ਤੇ 52% ਵੂਮਨ ਅਨੀਮੀਆ ਦਾ ਸ਼ਿਕਾਰ ਨੇ। ਤੋ ਇਹਨੂੰ ਪੂਰਾ ਕਰਨ ਲਈ ਸਾਨੂੰ એનર્ਜੀ ਭਰਪੂਰ ਖਾਣੇ ਦੀ ਜ਼ਰੂਰਤ ਹੈ। ਦੂਜੇ ਪਾਸੇ ਜੇ ਆਪਾਂ ਆਪਣਾ ਕਲਚਰ ਦੇਖ ਲਈਏ ਪੰਜਾਬ ਦਾ, ਤਾਂ ਜਦੋਂ ਕਿਤੇ ਖੁਸ਼ੀ ਦਾ ਮੌਕਾ ਆਉਂਦਾ ਤਾਂ ਆਪਾਂ ਕਹਿੰਦੇ ਮਿੱਠਾ ਖਾਣਾ, ਮਿਲ ਕੇ ਮਿੱਠੇ ਨਾਲ ਲਿੰਕ ਕਰਦੇ ਹਾਂ।
ਤੋ ਸਵੀਟਨੈਸ ਸਾਡੇ ਦੇ ਨਾਲ ਸਾਡੀ ਡਾਈਜੈਸਟੇਬਿਲਿਟੀ ਪੈਲੇਟੇਬਿਲਿਟੀ ਬਣਦੀ ਹੈ, ਕਿਉਂਕਿ ਅਸੀਂ ਨੈਚੁਰਲੀ ਸਾਡਾ ਰਹਿਣ ਸਹਿਣ ਹੀ ਇਦਾਂ ਦਾ। ਤੋ ਗੁੜ ਜਿਹੜਾ ਹੈ, ਇੱਥੇ ਮੈਂ ਜੈਗਰੀ ਵਰਡ ਲਿਖਿਆ ਗੁੜ ਹੈ, ਗੁੜ ਇਜ਼ ਇਕੋ ਫਰੈਂਡਲੀ ਨਿਊਟ੍ਰੀਟਿਵ ਸਵੀਟਨਰ, এনवायरमेंट ਫਰੈਂਡਲੀ, ਨੈਚੁਰਲ ਪੱਧਰ ਤੇ ਬਣਿਆ ਹੋਇਆ ਸਵੀਟਨਰ ਹੈ, ਜਿਹਦੇ ਵਿੱਚ ਕਿਉਂਕਿ ਗੁੜ ਦੇ ਗੰਨੇ ਦੇ ਰਸ 'ਚ ਬਹੁਤ ਸਾਰੇ ਨੈਚੁਰਲ ਤੱਤ ਹੈ ਜੀ, ਗੁੜ 'ਚੋਂ ਸਾਰੇ ਦੇ ਸਾਰੇ ਮਿਲੇ ਹੋਏ ਆ। ਜੇ ਆਪਾਂ ਗੁੜ ਛੱਡ ਕੇ ਚੀਨੀ ਵੱਲ ਚਲੇ ਜਾਂਦੇ ਆ ਤਾਂ ਉਹ ਖੁਰਾਕੀ ਤੱਤ ਨਿਕਲ ਜਾਂਦੇ ਸਾਰੇ। ਖੈਰ ਜੇ ਆਪਾਂ ਸਵੀਟਨੈਸ ਦੀ ਗੱਲ ਕਰੀਏ ਤਾਂ ਸੁਕਰੋਸ ਜਿਹੜੀ ਚੀਨੀ ਕਹਿੰਦੇ ਆਪਾਂ, ਉਹਦੀ ਵੈਲਿਊ 100 ਹੈ, ਉਹਨੂੰ ਅਪਰ ਮੋਸਟ ਵੈਲਿਊ ਦੇ ਦਈਏ ਤਾਂ ਫਰਕਟੋਜ਼ ਦੇ ਵਿੱਚ ਚੀਨੀ ਨਾਲੋਂ 40% ਵੱਧ ਮਿੱਠਾ ਹੁੰਦਾ। ਕਾਰਨ ਸਿਰਫ ਜਿੰਨੇ ਵੀ ਬੇਕਰੀ ਪ੍ਰੋਡਕਟ ਹੈਗੇ ਆ, ਉਹਨੂੰ ਜਦੋਂ ਮਿਠਾਸ ਪਾਉਣ ਲਈ ਅਸੀਂ ਕਾਰਨ ਸਿਰਪ ਦੀ ਗੱਲ ਕਰਦੇ ਉਹ ਯੂਜ਼ ਕਰਦੇ ਹਾਂ, ਉਹਦੇ ਚ ਮਿੱਠਾਪਨ 160% ਦੇ ਬਰਾਬਰ ਹੋ ਜਾਂਦਾ, ਵੀ ਚੀਨੀ ਨਾਲੋਂ ਵੀ ਵੱਧ ਮਿੱਠਾ ਹੈ। ਇਸੇ ਤਰ੍ਹਾਂ ਗਲੂਕੋਜ਼ ਦੀ ਗੱਲ ਕਰ ਲਈਏ, ਇਹ 70 ਤੋਂ 80% ਮਿੱਠਾ ਹੈ। ਗਲੈਕਟੋਜ਼ ਹੈ, ਇਹ ਦੁੱਧ ਦੇ ਪਦਾਰਥ ਹੁੰਦੇ, ਦਹੀਂ, ਪਨੀਰ, ਮੱਖਣ 'ਚ ਜਿਹੜਾ ਨੈਚੁਰਲ ਸਵੀਟਨੈਸ ਉਹਨੂੰ ਗਲੈਕਟੋਜ਼ ਬੋਲਦੇ ਆ, 35% ਹੈ ਚੀਨੀ ਦੇ ਮੁਕਾਬਲੇ। ਮਾਲਟੋਜ਼ ਜਿਹੜਾ ਅਨਾਜਾਂ ਤੋਂ ਮਿੱਠਾਪਨ ਹੁੰਦਾ, ਸਾਡੇ ਕਣਕ, ਚਾਵਲ, 30 ਤੋਂ 50% ਕੰਪੇਅਰ ਟੂ ਸੁਕਰੋਸ ਹੈ ਚੀਨੀ ਦੇ ਮੁਕਾਬਲੇ। ਲੈਕਟੋਜ਼ ਜਿਹੜਾ ਦੁੱਧ ਹੈ, ਦੁੱਧ ਦੇ ਵਿੱਚ 20% ਮਿੱਠਾ ਆਲਰੇਡੀ ਪ੍ਰੈਜ਼ੈਂਟ ਹੁੰਦਾ। ਜੇ ਹੁਣ ਗੁੜ ਦੀ ਗੱਲ ਕਰੀਏ ਕਿ ਸਾਡੇ ਦੇਸ਼ ਦੀ ਸਭ ਤੋਂ ਓਲਡੈਸਟ ਰੂਰਲ ਬੇਸਡ ਇੰਡਸਟਰੀ ਹੈ, ਐਗਰੋ ਪ੍ਰੋਸੈਸਿੰਗ ਇੰਡਸਟਰੀ, ਸਭ ਤੋਂ ਪੁਰਾਣੀ ਜਿਹੜੀ ਪਿੰਡਾਂ ਦੇ ਵਿੱਚ ਚੱਲੀ ਹੈ। 1960-61 ਚ 15.2 ਕਿਲੋ ਪਰ ਪਰਸਨ ਇੱਕ ਸਾਲ ਚ ਗੁੜ ਖਾ ਲੈਂਦਾ ਸੀ। ਇਹ 2014-15 ਦੇ ਜਿਹੜੇ ਅੰਕੜੇ ਆਏ ਆ, 11 ਕਿਲੋ ਪਰ ਪਰਸਨ ਪਰ ਈਅਰ ਗੁੜ ਦੀ ਖਪਤ ਹੈ। ਤੋ ਸਾਡੀ ਸਰ ਪਾਪੂਲੇਸ਼ਨ ਬਹੁਤ ਜ਼ਿਆਦਾ, 4 ਗੁਣਾ ਵਧੀ ਹੈ 60-61 ਤੋਂ ਲੈ ਕੇ 14-15 ਤੱਕ ਆਉਂਦੇ ਹੋਏ। ਤੋ ਇਹਦਾ ਮਤਲਬ ਹੈ ਗੁੜ ਦੀ ਖਪਤ ਕਦੇ ਵੀ ਘਟੀ ਨਹੀਂ ਹੈ, ਇਨਸਪਾਈਟ ਕਿ ਇਸ ਟਾਈਮ ਕੋਈ ਖਾਸ ਸਾਇੰਟਿਫਿਕ ਅਦਾਰਾ ਨਹੀਂ ਹੈ ਜਿਹੜਾ ਇਸ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਕੰਮ ਕਰ ਰਿਹਾ ਹੋਵੇ। ਇਹ ਸਾਰੀ ਦੀ ਸਾਰੀ ਇੰਡਸਟਰੀ ਸਾਡੇ ਪ੍ਰੋਗਰੈਸਿਵ ਫਾਰਮਰਸ ਨੇ ਹੀ ਆਪਣੇ ਸਿਰ ਤੇ ਚੱਕੀ ਹੋਈ ਹੈ। ਉਹਨਾਂ ਦੀ ਇਨੋਵੇਸ਼ਨਸ ਨਾਲ ਹੀ ਜੋ ਚੇਂਜਸ ਆ ਰਹੀਆਂ ਨੇ। ਆਮ ਤੌਰ ਤੇ ਸਾਡੇ ਜੋ ਫਾਰਮਰ ਕਮਿਊਨਿਟੀ ਹੈ ਜੋ ਸੋਚਦੀ ਹੈ ਉਹੀ ਇਹਦੇ 'ਚ ਚੇਂਜਸ ਨੇ। ਕਰੰਟਲੀ ਵੀ ਆਪਾਂ ਜਦੋਂ ਇੱਕ ਵਿਜ਼ਨ ਡਾਕੂਮੈਂਟ ਬਣਿਆ ਸੀ 2020, ਉਹਦੇ 'ਚ ਇਹ ਪਤਾ ਲੱਗਿਆ ਵੀ ਹਿੰਦੁਸਤਾਨ ਦੇ ਵਿੱਚ ਕੋਈ 550 ਦੇ ਕਰੀਬ ਸ਼ੂਗਰ ਮਿੱਲਾਂ ਨੇ। ਇੰਨੀਆਂ ਸ਼ੂਗਰ ਮਿੱਲਾਂ ਹੋਣ ਦੇ ਬਾਵਜੂਦ ਵੀ 35% ਮਿੱਠਾ ਸਾਡਾ ਗੁੜ ਤੋਂ ਹੀ ਆਉਣਾ ਹੈ। ਸ਼ੂਗਰ ਮਿੱਲਾਂ ਦੇ ਵਿੱਚ ਇਹ ਬੜੀ ਸਰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ। ਸਕਰੀਨ 'ਚ ਪਤਾ ਨਹੀਂ ਕੀ ਚੱਲ ਨਹੀਂ ਰਹੀ ਮੇਰੀ। ਸਾਰੇ ਮੰਤਰ ਬਹੁਤ ਹੋ ਰਹੇ ਆ ਜੀ। ਚਲੋ ਕੋਈ ਨਹੀਂ, ਜਿਵੇਂ ਆਂਦਾ ਫਿਰ। ਤੋ ਗੁੜ ਬਣਾਉਣ ਲਈ ਮੈਂ ਗੱਲ ਕਰਦਾ ਸੀ ਵੀ ਕਿਸੇ ਵੀ ਸਮੇਂ ਤੋਂ ਇਸ ਇੰਡਸਟਰੀ ਵਿੱਚ ਕਦੇ ਮੰਦੀ ਨਹੀਂ ਆਈ ਹੈ, ਕਿਉਂਕਿ ਆਪਾਂ ਡਾਟਾ ਦੱਸ ਰਿਹਾ ਹੈਗਾ ਕਿ ਹਮੇਸ਼ਾ ਇਹ ਇੰਡਸਟਰੀ 'ਚ ਹਰ ਖਾਣ ਵਾਲਿਆਂ ਦੀ ਗਿਣਤੀ ਹਮੇਸ਼ਾ ਵਧੀ ਹੈ। ਔਰ ਪਿਛਲੇ 3-4 ਸਾਲਾਂ ਤੋਂ ਪੰਜਾਬ ਦੇ ਵਿੱਚ ਕਾਫੀ ਜ਼ੋਰ ਨਾਲ ਇਹਦੇ ਤੇ ਕੰਮ ਕੀਤਾ ਜਾ ਰਿਹਾ ਹੈ। ਆਪਣੇ ਪੰਜਾਬ 'ਚ 900 ਦੇ ਆਸ-ਪਾਸ ਘੁਲਾੜੇ ਚੱਲ ਰਹੇ ਆ ਇਸ ਟਾਈਮ। ਉਹ ਸਾਰੇ ਦੇ ਸਾਰੇ ਕੋਲ, ਜਿਨ੍ਹਾਂ ਕੋਲ ਵੀ ਮੈਂ ਜਾ ਕੇ ਗਿਆ ਹੈਗਾ, ਗੱਲਾਂ ਅਸੀਂ ਸਾਰਿਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਫੁੱਲ ਸਕੇਲ ਤੇ ਚੱਲ ਰਹੇ ਆ। ਸਾਰਿਆਂ ਦੇ ਕੋਲ ਵੇਲ ਨਹੀਂ ਹੈ। ਜਿਨ੍ਹਾਂ ਨਾਲ ਜਦੋਂ ਵੀ ਆਪਾਂ ਗੱਲ ਕਰ ਲੈਂਦੇ ਆ ਨਾ, ਜੋ ਗੁੜ ਵਾਲਿਆਂ ਕੋਲ ਵੇਲ ਨਹੀਂ ਹੁੰਦਾ। ਅਸੀਂ ਫੂਡ ਇੰਡਸਟਰੀ ਕ੍ਰਾਫਟ ਮੇਲਾ ਲਾਇਆ ਸੀ ਤੇ ਸੋਚਿਆ ਸੀ ਯੂਨੀਵਰਸਿਟੀ ਦੇ ਪੱਧਰ ਤੇ ਲੋਕਾਂ ਤੋਂ ਆਰਡਰ ਬਣਾ ਕੇ ਲੈ ਕੇ, ਜਿਹੜੇ ਚੰਗੇ ਗੁੜ ਬਣਾਉਣ ਵਾਲੇ ਆ ਉਹਨਾਂ ਨੂੰ ਆਰਡਰ ਦੇ ਕੇ ਕੰਜ਼ਿਊਮਰ ਤੱਕ ਪਹੁੰਚਾਇਆ ਜਾਵੇ ਆਨਲਾਈਨ, ਜਿਵੇਂ ਕਿ ਆਪਾਂ ਐਮਾਜ਼ੋਨ ਚੱਲਦਾ, ਫਲਿੱਪਕਾਰਟ ਚੱਲਦਾ। ਸੋ ਜਿੰਨੇ ਅਸੀਂ ਗੁੜ ਮੈਨੂਫੈਕਚਰਰ ਨੂੰ ਗੱਲਬਾਤ ਕੀਤੀ, ਉਹ ਸਾਨੂੰ ਇਹੀ ਕਹੀ ਜਾਂਦੇ ਜੀ ਸਾਡੇ ਕੋਲ ਤਾਂ ਆਰਡਰ ਲੋਕਲ ਨਹੀਂ ਪੂਰੇ ਹੁੰਦੇ, ਅਸੀਂ ਤੁਹਾਨੂੰ ਕਿੱਥੋਂ ਸਪਲਾਈ ਕਰ ਦਈਏ। ਤੋ ਬੜੀ ਅੱਛੀ ਅਪਰਚੁਨਿਟੀ ਹੈ ਸਰ ਪੰਜਾਬ ਦੇ ਵਿੱਚ, ਆਪਾਂ ਨੂੰ ਗ੍ਰੈਬ ਕਰਨਾ ਹੈ। ਆ ਇੱਕ ਕੰਪੈਰੀਜ਼ਨ ਦੇਖੋ ਚੀਨੀ ਤੇ ਗੁੜ ਦਾ, ਇਹ ਚਾਰਟ ਨਜ਼ਰ ਆ ਰਿਹਾ। ਸੁਕਰੋਸ ਮੈਨੇ ਚੀਨੀ, ਸ਼ੂਗਰ 'ਚ 99.5% ਮਿੱਠਾ ਹੀ ਹੈ। ਉਸ ਤੋਂ ਇਲਾਵਾ ਤੁਹਾਨੂੰ ਨਜ਼ਰ ਆ ਜਾਓ ਸਾਰਾ ਖਾਣਾ ਨਿਲ ਹੀ ਚੱਲਦਾ, ਕੁਛ ਨਹੀਂ ਹੈ। ਤੇ ਮਾਮੂਲੀ ਜਿਹਾ ਮਿਨਰਲ ਤੇ ਬਾਕੀ ਪਾਣੀ, ਨਮੀ। ਤੇ ਇੱਧਰ ਗੁੜ ਵਾਲਾ ਖਾਨਾ ਦੇਖੋ ਜੀ, ਕਾਲਮ
ਮਿੱਠਾਪਨ 60 ਤੋਂ 85%, ਰਿਡਿਊਸਿੰਗ ਸ਼ੂਗਰ 5 ਤੋਂ 15%। ਇਹ ਸਾਰਾ ਰਿਡਿਊਸਿੰਗ ਸ਼ੂਗਰ ਉਹ ਕੰਪੋਨੈਂਟ ਹੈ ਜਿਹੜਾ ਨਾ ਬਹੁਤਾ ਹੈਲਪਫੁਲ ਨਹੀਂ ਹੁੰਦਾ, ਇਨ ਸੈਂਸ ਕਿ ਇਹ ਕਲਰ ਬਰਾਊਨ ਕਰ ਦਿੰਦਾ। ਜਿਹੜਾ ਗੁੜ ਚ ਕਾਲਾਪਨ ਆਉਂਦਾ ਹੈ, ਬਰਾਊਨਿਸ਼ਪਨ ਆਉਂਦਾ ਹੈ, ਉਹ ਰਿਡਿਊਸਿੰਗ ਸ਼ੂਗਰ ਕਰਕੇ ਆਉਂਦਾ ਹੈ। ਇਹ ਰਿਡਿਊਸਿੰਗ ਸ਼ੂਗਰ ਦੇ ਕਈ ਕਾਰਨ ਹੈ। ਇਮੈਚਿਓਰ ਗੰਨਾ ਲੈ ਲਈਏ, ਬੇਹਾ ਗੰਨਾ ਹੋ ਜਾਵੇ, ਫੀਲਡ ਤੇ ਪਿਆ ਹੋਇਆ, ਆਪਾਂ ਕਟਾਈ ਕਰਕੇ ਗੰਨਾ ਫੀਲਡ ਤੇ ਪਿਆ, ਗੁੜ ਬਣਾਉਣ ਵਾਲੀ ਥਾਂ ਤੇ 3-3 4-4 ਦਿਨ ਪਿਆ ਰਵੇ, ਉਦੋਂ ਫਿਰ ਸੁਕਰੋਜ਼ ਦੀ ਬ੍ਰੇਕਡਾਊਨ ਰਿਡਿਊਸਿੰਗ ਸ਼ੂਗਰ ਹੁੰਦੀ ਹੈ, ਫਿਰ ਕਾਲਾਪਨ ਬਰਾਊਨਿਸ਼ਪਨ ਆਉਂਦਾ। ਫਿਰ ਪ੍ਰੋਟੀਨ ਦੇਖ ਲਓ ਜੀ, 0.4%, ਫੈਟ 0.1%, ਕਿਉਂਕਿ ਇਹ ਪਰ 100 ਗ੍ਰਾਮ ਕੰਪੋਜੀਸ਼ਨ ਦੱਸ ਰਹੇ ਹਾਂ। ਕੈਲਸ਼ੀਅਮ 8 mg, ਆਇਰਨ 11.4 mg ਲਾਲ ਕੀਤਾ ਹੈ। ਇਹ ਵੈਲਿਊ ਕਿ ਇਹਨੂੰ ਯਾਦ ਰੱਖੀਏ, ਸਾਨੂੰ ਡੇਲੀ 25 mg ਆਇਰਨ ਦੀ ਲੋੜ ਹੈ ਡੇਲੀ ਖਾਣੇ 'ਚ। ਇਹ 11.4 mg ਮਿਲ ਜਾਂਦੀ ਹੈ। ਜੇ ਗੋੜੀ ਖਾ ਲਓ ਤਾਂ ਆਇਰਨ ਸਾਡੀ ਕਮੀ ਕਾਫੀ ਪੂਰੀ, ਅੱਧੀ ਕਮੀ ਇਹੀ ਕਰ ਦਿੰਦਾ ਪੂਰੀ। ਫਾਸਫੋਰਸ, ਟੋਟਲ ਮਿਨਰਲਸ, ਮੋਇਸਚਰ, ਤੇ ਇਹਦੇ ਨਾਲ ਨੀਚੇ ਲਿਖਿਆ ਗੁੜ ਹੈਜ਼ 168 mg ਕੈਰੋਟਿਨ, ਇਹ ਵਿਟਾਮਿਨ ਏ ਹੈ। 0.02 mg ਥਾਇਆਮੀਨ, ਇਹ ਬੀ ਹੈ। ਰਾਈਬੋਫਲੇਵਿਨ, ਇਹ ਵੀ ਦੋਨੇ ਮਿਲ ਕੇ ਬੀ ਕੰਪਲੈਕਸ ਬਣ ਜਾਂਦਾ, ਤੇ ਵਿਟਾਮਿਨ ਸੀ। ਸੋ ਖੁਰਾਕੀ ਤੱਤ ਸਾਰੇ ਹੀ ਸਾਡੇ 'ਚ ਹੈਗੇ ਆ। ਤੋ ਕੈਲਸ਼ੀਅਮ ਤੇ ਆਇਰਨ ਦੋ ਚੀਜ਼ਾਂ ਨੇ ਜਿਹਦੀ ਅੱਜ ਕੱਲ੍ਹ ਘਾਟ ਸਾਡੀ ਬੋਡੀ 'ਚ ਮਹਿਸੂਸ ਹੋ ਰਹੀ ਹੈ, ਇਹ ਸਾਨੂੰ ਗੁੜ 'ਚੋਂ ਮਿਲ ਜਾਂਦੀ ਹੈ। ਪਰ 100 ਗ੍ਰਾਮ ਜੇ ਗੁੜ ਖਾਈਏ ਸਾਰੇ ਦਿਨ 'ਚ, 100 ਗ੍ਰਾਮ ਜੇ ਗੁੜ ਖਾ ਲਈਏ ਤਾਂ ਅੱਧੀ ਆਇਰਨ ਸਾਨੂੰ ਸਿੱਧੀ ਇਸ ਤੋਂ ਹੀ ਮਿਲ ਜਾਂਦੀ ਹੈ। ਬਾਕੀ ਪੱਤੇਦਾਰ ਸਬਜ਼ੀਆਂ ਜੋ ਆਪਾਂ ਡਾਇਟ ਜੋ ਨੈਚੁਰਲ ਖਾਂਦੇ। ਖੈਰ ਗੱਲ ਕਰੀਏ ਗੁੜ ਕਿਵੇਂ ਬਣਾਉਣਾ। ਕੁਇੰਟਲ ਗੰਨਾ ਹੋਵੇ, ਉਹਨੂੰ ਪੀੜ ਲਈਏ ਤਾਂ 55 ਤੋਂ 60 ਕਿਲੋ ਰਸ ਬਣ ਜਾਂਦਾ। ਉਹਨੂੰ ਪੁਣ ਲਓ, ਉਸ ਤੋਂ ਬਾਅਦ ਇਹਦੀ ਸਾਫ਼ ਸਫਾਈ, ਉਬਾਲ ਕੇ ਸੰਘਣਾ ਕਰਨਾ, ਠੰਡਾ ਕਰਕੇ ਭੇਲੀਆਂ ਬਣਾਉਣਾ। तो छोटे स्टैप है, मैं डिटेल च कल्ले बारे गल करांगे। तो आम तौर पर घट्टो घट्ट 10 किलो गुड़ साडा तैयार हो जाना चाहिए क्विंटल गन्ने चों। शूगर वालियां दी मिलां दी रिकवरी कदे 10 तक जाए तो बहुत वड्डी गल हुंदी है। साडे केस च अपॉर्चुनिटी हुंदी है 12 तो 14 किलो गुड़ बनाउण दी, जे सही तरह आपां कीता जावे। तो शुगर केन के बारे में बहुती गल नहीं करनी। वरायटियां बारे 85 64 तो चलियां सारियां वरायटियां वधिया हैगियां। 85 अर्ली मैच्योरिंग वरायटी है, 68 है, फिर 767 है लेट मैच्योरिंग वरायटी है। पर जिहदा COJ 64 तो सोध के बनिया वरायटियां सारे च मिठापन भरपूर हुंदा हैगा। तो ਉਹਨੂੰ ਆਪਾਂ जो भी सिफारिश अपने एरिए 'ਚ ਕੀਤੀ ਉਹ वरायटी ਤੁਸੀਂ ਉਗਾਓ ਤੇ ਉਹਨੂੰ ਹੀ ਆਪਾਂ यूज़ करिए। सो यूनिवर्सिटी तो ਨਾਲ ਤਾਲਮੇਲ ਕਰਕੇ ਆਪਣੇ ਏਰੀਆ ਮੁਤਾਬਕ ਸੋਇਲ ਦੀ ਜਾਂਚ ਕਰਨ ਤੋਂ ਬਾਅਦ ਆਪਾਂ ਆਪਣੀ ਜਿਹੜੀ ਢੁਕਵੀਂ ਵੈਰਾਈਟੀ ਹੈ ਉਹਦੀ ਚੋਣ ਕਰਕੇ ਉਹਨੂੰ ਬੀਜੀਏ। ਪਰ ਜੇ ਪ੍ਰੋਸੈਸਿੰਗ ਪਾਰਟ ਤੇ ਆ ਜਾਈਏ ਤਾਂ ਗੰਨੇ 'ਚ ਹੈ ਕਿ 73 ਤੋਂ 76% ਪਾਣੀ ਹੈ, 24 ਤੋਂ 27% ਸੋਲਿਡਸ ਹੈ। ਇਹਨਾਂ ਦੇ ਵਿੱਚੋਂ ਵੀ 11 ਤੋਂ 16% ਫਾਈਬਰ ਹੈ, ਜਿਹਨੂੰ ਖੋਜੀ ਕਹਿ ਦਿੰਦੇ ਆਪਾਂ, ਬਗਾਸ ਹੈ। तो सॉलिड चो जो बगास कढ़ दिए बाकी पोटेंशियल गुड़ बनने का बनता, तो 19% साड़ी रिकवरी आ जानी चाहिए है। हुण फाइबर की गल करा, आइडियल फाइबर की वैल्यू 12 तो 13% चाहिए। जिहड़ा पूरी तरह तैयार गन्ना हैगा वो फाइबर कंटेंट 13% हुंदा है। जे घट हैगा तो मतलब गन्ना कच्चा रह गया, जे वध हो गया 16% हो गया तो लेट हो गया, आपां गन्ने चों पानी निकल गया, सुक गया, रस सुक गया तो फाइबर ही फाइबर बन गया, तो ये भी रिकवरी ठीक नहीं आएगी। सो जो फाइबर 13% आ जाता है उदों आप मनीए कि गन्ना साडा मैच्योर है। तो हुण आप जो गन्ना खरीदना है, गन्ना गुड़ लई बनाउण लई फील्ड चों तुड़ाई करके लैके आना, तो वो आप जांच करनी है ब्रिक्स मीटर नाल। जो तुहानूं फोटो च नज़र आ रहा तुहाडे एरिए की फोटो है, खड़े गन्ने दे विच सूआ मार के 2-4 बूंदां कड्ढणीआं ने। वो 2-4 बूंदां नीला जिहड़ा शीशा लगदा इहदे इत्थे आपां पाणीआं, ਇਹਨੂੰ ਉੱਪਰੋਂ ਕਵਰ ਕਰਕੇ ਧੁੱਪ ਵਾਲੇ ਪਾਸਿਓਂ ਪਿੱਛੋਂ ਦੀ ਦੂਰਬੀਨ ਰਾਹੀਂ ਦੇਖਣਾ, ਅੰਦਰ ਸਾਨੂੰ ਇਹੋ ਜਿਹੀ ਚੀਜ਼ ਨਜ਼ਰ ਆ ਜੂਗੀ, ਸਕੇਲ ਨੀਲੀ ਚਿੱਟੀ। ਜਦੋਂ ਇਹ ਸਕੇਲ 18 ਤੇ ਆ ਵੈਲਿਊ 18% ਤਾਂ ਉਸ ਤੋਂ ਵੱਧ ਹੋਵੇ ਤਾਂ ਅਜਿਹੇ ਰਸ ਦਾ ਗੁੜ ਵਧੀਆ ਬਣਨਾ। ਤਾਂ ਜਦੋਂ ਆਪਾਂ ਕੁਲਾੜੀ ਸਟਾਰਟ ਕਰਨੀ ਹੈ ਤਾਂ ਇਹ ਚੈੱਕ ਕਰ ਲੈਣਾ। ਜਦੋਂ ਆਪਾਂ ਗੰਨਾ ਖਰੀਦਣਾ ਉਦੋਂ ਚੈੱਕ ਕਰ ਲੈਣਾ ਵੀ ਇਹ 'ਚ ਮਿਠਾਸ ਪੂਰੀ ਹੈਗੀ ਆ। 18% ਘੱਟੋ ਘੱਟ ਹੋਵੇ ਉਹਦਾ ਵਧੀਆ ਗੁੜ ਬਣ ਜਾਊਗਾ।
ਜੇ ਇਸ ਤੋਂ ਘੱਟ ਹੈਗੀ ਹੈ ਉਹ ਗੁੜ ਫਿਰ ਭੁਰਭੁਰਾ ਰਹਿੰਦਾ, ਜੁੜਦਾ ਨਹੀਂ ਗਾ, ਢਿੱਲਾ ਰਹਿੰਦਾ। ਸੋ ਇਸ ਕਰਕੇ ਗੰਨੇ ਦੀ ਚੋਣ ਬਹੁਤ ਇੰਪੋਰਟੈਂਟ ਹੈ। ਅਸੀਂ 270 ਰੁਪਏ ਕੁਇੰਟਲ ਗੰਨੇ ਦਾ ਦਈਏ ਕਿ 300 ਰੁਪਈਆ ਦਈਏ, 325 ਦਈਏ, ਇਹ ਡਿਪੈਂਡ ਇਸ ਮੀਟਰ ਨੇ ਦੱਸਣਾ ਹੈਗਾ। ਇਹ ਜਿੰਨੇ ਵੀ ਸ਼ੂਗਰ ਕੇਨ ਪ੍ਰੋਸੈਸਰ ਹੈ, ਗੁੜ ਬਣਾਉਣ ਵਾਲੀਆਂ ਕੁਲਾੜੀਆਂ ਨੇ, ਵੀ ਇਹ ਚੀਜ਼ ਨੂੰ ਬਹੁਤ ਖਿਆਲ ਰੱਖੋ। ਪੁਰਾਣੇ ਬਜ਼ੁਰਗ ਤਾਂ ਗੰਨੇ ਦੀ ਪੋਰੀ ਚੂਪ ਕੇ ਦੱਸ ਦਿੰਦੇ ਸੀਗੇ। ਇੱਕ ਚੀਜ਼ ਹੋਰ, ਜਿਹੜਾ ਗੰਨੇ ਦਾ ਪੋਰਸ਼ਨ ਜੜ ਵੱਲ ਹੈਗਾ ਉਹਦੇ ਚ ਮਿੱਠਾ ਕਾਫੀ ਹੁੰਦਾ, ਮਿਡਲ ਦੇ ਵਿੱਚ ਆਪਾਂ ਲੈ ਕੇ ਦੇਖਣਾ, ਮਿਡਲ ਚ 18 ਚਾਹੀਦਾ ਹੈ, ਆਗ ਵਾਲਾ ਪੋਰਸ਼ਨ ਟੌਪ ਵਾਲੇ ਚ ਫੇਰ ਘੱਟ ਹੁੰਦਾ ਮਿਠਾਸ। ਤੋਂ ਐਵਰੇਜ ਵੈਲਿਊ ਸਾਡੀ ਹੈ ਗੰਨੇ ਦਾ, ਇੱਕ ਪੂਰਾ ਗੰਨਾ ਪੀੜ ਕੇ ਜੇ ਸਾਨੂੰ 18% ਦੇ ਕਰੀਬ ਮਿਲ ਰਿਹਾ, ਅਜਿਹੇ ਗੰਨੇ ਦਾ ਵਧੀਆ ਸਾਡੇ ਕੋਲ ਗੁੜ ਬਣੇਗਾ। ਤੋ ਇਹ ਜਦੋਂ ਗੰਨਾ ਲੈਣ ਲੱਗੇ ਤੁੜਾਈ ਕਰਨ ਤੋਂ ਪਹਿਲਾਂ ਸਾਡੇ ਕਿਸਾਨ ਵੀਰ ਵੀ, ਜਿਵੇਂ ਸੁਸਾਇਟੀਆਂ ਨੇ ਆਪਣਾ ਹੀ ਗੰਨਾ ਹੈਗਾ, ਆਪਣਾ ਹੀ ਫੀਲਡ, ਆਪਣੀ ਕੁਲਾੜੀ ਹੈਗੀ ਹੈ, ਤੋ ਇਸ ਹਿਸਾਬ ਨਾਲ ਆਪਾਂ ਗੰਨੇ ਦੀ ਪਟਾਈ ਕਰੀਏ, ਤੁੜਾਈ ਕਰੀਏ ਕਿ ਸਾਨੂੰ ਚੰਗੀ ਕੁਆਲਿਟੀ ਦਾ ਮੈਚਿਓਰ ਗੰਨਾ ਮਿਲ ਸਕੇ। ਸੋ ਇਹ ਛੋਟਾ ਜਿਹਾ ਔਜ਼ਾਰ ਹੈ, ਅਸੀਂ ਇਹ ਟ੍ਰੇਨਿੰਗ 'ਚ ਦਿੱਤੀਆਂ ਯੂਨੀਵਰਸਿਟੀ ਸਾਰਿਆਂ ਨੂੰ ਇਹਦਾ ਵਰਤੋਂ ਕਰਨੀ ਸਮਝਾਈ ਹੋਈ ਹੈ। ਤੇ ਤੁਹਾਡੇ ਏਰੀਏ ਦੇ ਵਿੱਚ ਕੁਛ ਇੱਕ ਕਿਸਾਨਾਂ ਨੂੰ 10 ਕੁ ਦੇ ਕਰੀਬ ਨੇ, ਅਸੀਂ ਬੌਂਸ ਸਾਹਿਬ ਜੀ ਮੇਰੇ ਨਾਲ ਪਤਾ ਨਹੀਂ ਇਸ ਟਾਈਮ ਜੁੜੇ ਹੋਏ ਆ ਕਿ ਨਹੀਂ, ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਨੂੰ 10 SC ST ਕੈਟੇਗਰੀ ਨੂੰ ਬਿਲੋਂਗ ਕਰਦੇ ਹੋਏ ਬੰਦਿਆਂ ਦੀ ਲਿਸਟ ਦਿਓ। ਸਾਡੇ ਕੋਲ ਪ੍ਰੋਵੀਜ਼ਨ ਹੈਗੀ ਆ, 10 ਕੋ ਗੁੜ ਬਣਾਉਣ ਵਾਲਿਆਂ ਨੂੰ ਫ੍ਰੀ ਦੇਵਾਂਗੇ ਅਸੀਂ ਇਹ ਵਾਲੇ। ਐਕਸਕਿਊਜ਼ ਮੀ, ਇੱਕ ਮਿੰਟ ਫੋਨ ਲੈਣਾ। ਹਾਂ ਹੈਲੋ, ਹਾਂਜੀ ਹਾਂਜੀ ਹਾਂਜੀ। ਮੈਡਮ ਅਸੀਂ ਗੁੜ ਤੇ ਟ੍ਰੇਨਿੰਗ ਇੱਕ ਦਿਨ ਦੀ ਹੈ। ਤੁਸੀਂ ਕਿੱਥੋਂ ਬੋਲ ਰਹੇ ਮੈਡਮ? PG ਚੋਂ? ਓਕੇ 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 ਮੈਡਮ, ਮੈਡਮ ਅਸੀਂ ਟ੍ਰੇਨਿੰਗਾਂ ਕਰਦੇ ਹਾਂ ਤੇ ਤੁਹਾਨੂੰ ਮੈਂ ਜਲਦੀ ਦੱਸ ਦਿਆਂਗਾ। ਇਸ ਟਾਈਮ ਵੀ ਅਸੀਂ ਫੈਪਰੋ ਨਾਲ ਮਿਲ ਕੇ ਆਨਲਾਈਨ ਗੱਲ ਹੀ ਕਰ ਰਹੇ ਹਾਂ, ਚੱਲ ਹੀ ਰਹੀ ਹੈ ਸਾਡੀ ਟ੍ਰੇਨਿੰਗ। ਜੇ ਕਿਸੇ ਨੇ ਜੁਆਇਨ ਕਰਨਾ ਤਾਂ ਦੇਖ ਲਓ ਫੈਪਰੋ ਸੁਸਾਇਟੀ ਵੱਲੋਂ, ਅਦਰਵਾਈਜ਼ ਅਸੀਂ ਯੂਨੀਵਰਸਿਟੀ 'ਚ ਆਨਲਾਈਨ ਵੀ ਕਰਦੇ ਹਾਂ, ਆਫਲਾਈਨ ਵੀ ਕਰਾਂਗੇ। ਇਸ ਟਾਈਮ ਵੀ ਚੱਲ ਰਹੀ ਹੈ, ਪਰ ਹਾਂ ਮੈਡਮ ਜ਼ੂਮ ਤੇ ਚੱਲ ਰਹੀ ਹੈ, ਜ਼ੂਮ ਤੇ ਹੈ। ਤੋ ਜ਼ੂਮ ਲਿੰਕ ਹੁਣ ਚਲੋ ਫਿਰ ਮੈਂ ਤੁਹਾਨੂੰ ਯੂਨੀਵਰਸਿਟੀ ਜਿਨ੍ਹਾਂ ਨੇ ਕਰਨਾ ਮੇਰੇ ਕੋਲ ਭੇਜ ਦਿਓ, ਅਸੀਂ ਉੱਥੇ ਟ੍ਰੇਨਿੰਗ ਕਰਾਂਗੇ। ਸਰ ਗੁੜ ਤੇ ਸ਼ੱਕਰ ਦੇ ਮੈਨੂੰ ਬਹੁਤ ਸਾਰੇ ਡੇਲੀ ਸਵਾਲ ਆਉਂਦੇ, ਬੜੀ ਖੁਸ਼ੀ ਦੀ ਗੱਲ ਹੈ। ਕੋਈ ਹੋਰ ਵੀ ਸਿੱਖਿਆਰਥੀ ਸੀ ਜੁਆਇਨ ਕਰਨਾ ਚਾਹ ਰਹੇ ਨੇ, ਪਰ ਹੁਣ ਮੇਰੇ ਕੋਲ ਮੈਂ ਲਿੰਕ ਨਹੀਂ ਸ਼ੇਅਰ ਕਰ ਸਕਦਾ ਉਹਨਾਂ ਨਾਲ। ਸੋ ਡੇਲੀ ਦੇ ਬਹੁਤ ਸਾਰੇ ਕੁਐਰੀਜ਼ ਆਉਂਦੀਆਂ ਨੇ, ਤੋ ਉਹਦੇ ਲਈ ਫੈਪਰੋ ਦਾ ਬੈਕਗਰਾਊਂਡ ਫੈਪਰੋ ਹੀ ਹੈ ਸਰ। ਜੋ ਵੀ ਅਸੀਂ ਪੰਜਾਬ 'ਚ ਚੱਲ ਰਿਹਾ ਨਾ, ਜੋ ਤੁਹਾਨੂੰ ਦੇਖ ਰਿਹਾ ਹੋਊਗਾ ਆਲੇ ਦੁਆਲੇ ਤੋਂ, ਇਹ ਅਸੀਂ ਕੰਮ ਫੈਪਰੋ ਨਾਲ ਹੀ ਮਿਲ ਕੇ ਸਟਾਰਟ ਕੀਤਾ ਸੀ। ਪਹਿਲੀ ਸਾਡੀ ਟ੍ਰੇਨਿੰਗ ਹੋਈ ਸੀ, ਜਿੱਥੋਂ ਅਸੀਂ ਕਿਤੇ ਟ੍ਰੇਨਿੰਗ ਦੇਣ 'ਚ ਨਾਕਾਮ ਹੋ ਗਏ ਸੀ, ਚੰਗੀ ਤਰ੍ਹਾਂ ਨਹੀਂ ਦਿੱਤੀ, ਤੇ ਫੈਪਰੋ ਸਾਹਿਬ ਨੇ, ਫੈਪਰੋ ਸੁਸਾਇਟੀ ਨੇ ਯੂਨੀਵਰਸਿਟੀ ਨੂੰ ਕਿਹਾ ਬਈ ਮਜ਼ਾ ਨਹੀਂ ਆਇਆ ਟ੍ਰੇਨਿੰਗ ਦਾ। ਪਰ ਅਸੀਂ ਇਹਨਾਂ ਨੂੰ ਮਿਲ ਕੇ ਕਿਹਾ ਲੈ ਵੀ ਜਿਹੜੀ ਕਮੀ ਆ ਫਿਰ ਅਸੀਂ ਜਿੱਥੇ ਹਿੰਦੁਸਤਾਨ 'ਚ ਹੋ ਸਕਦੀ ਉੱਥੋਂ ਪੂਰੀ ਕਰਦੇ ਹਾਂ। ਤੋ ਉਦੋਂ ਦੇ ਸਾਡੇ ਲਿੰਕ ਬਣੇ ਇਹਨਾਂ ਨਾਲ। ਤੋ ਕਰੰਟਲੀ ਮੈਨੂੰ ਫੋਨ ਇਸ ਟਾਈਮ ਵੀ ਸ਼ਾਮ ਦਾ ਟਾਈਮ ਮੇਰਾ ਇਹੀ ਹੁੰਦਾ, ਅੱਜ ਤੁਹਾਡੇ ਨਾਲ ਜੁੜਿਆ ਹੋਇਆ, ਕੱਲ ਕਿਸੇ ਹੋਰ ਨਾਲ ਇੱਦਾਂ ਹੀ ਚੱਲਦੇ ਰਹਿੰਦੇ। ਤੋ ਜਿਹੜਾ ਵੀ ਜਿਸ ਟਾਈਮ ਵੀ ਮੇਰੇ ਕੋਲ ਟਾਈਮ ਹੋਵੇ, ਮੈਨੂੰ ਕਿਉਂਕਿ ਮੇਰਾ ਇਹ ਸ਼ੌਕ ਹੈ, ਮੇਰਾ ਫੀਲਡ ਹੈ, तो मैं जरूर इस विषय ਤੇ ਗੱਲ ਕਰਦਾ ਰਹਿਣਾ ਕਿਸੇ ਟਾਈਮ ਤੇ ਵੀ। तो खैर ਆਪਾਂ ਗੱਲ ਕਰ ਰਹੇ ਸੀ ਔਜ਼ਾਰ ਦੀ। तो सर जी ਵਸ਼ਿਸ਼ਟ ਸਾਹਿਬ, ਮੇਰੀ ਬੇਨਤੀ ਹੈ ਤੁਹਾਨੂੰ, ਮੈਂ ਹੁਣੇ ਸ਼ੁਰੂ ਕੀਤੀ ਹੈ, ਮੈਂ ਬੌਂਸ ਸਾਹਿਬ ਨੂੰ ਵੀ ਕੀਤੀ ਹੋਈ ਹੈ ਕਿ 10 ਬੰਦੇ ਜਿਹੜੇ ਜੈਗਰੀ ਮੈਨੂਫੈਕਚਰਰ ਹੋਣ ਔਰ SC ST ਕੈਟੇਗਰੀ ਨੂੰ ਬਿਲੋਂਗ ਕਰਦੇ ਹੋਣ, ਕਿਉਂਕਿ ਸਾਨੂੰ ਉਹਨਾਂ ਦੇ ਆਧਾਰ ਕਾਰਡ ਚਾਹੀਦੇ ਹੋਗੇ। ਉਹਨਾਂ ਨੂੰ ਅਸੀਂ ਇਹ ਸਹੂਲਤ ਦੇਣੀ ਹੈ ਸਰ। ਆ ਜਿਹੜਾ ਤੁਹਾਨੂੰ ਮੀਟਰ ਦਿਖਾ ਰਿਹਾ ਰਿਫਰੈਕਟਰੋਮੀਟਰ, ਜੇ ਬੌਂਸ ਸਾਹਿਬ ਵੀ ਜੁੜੇ, ਉਹਨਾਂ ਨੂੰ ਮੈਂ ਕਈ ਵਾਰ ਬੇਨਤੀ ਕਰਦਾ ਵੀ ਸਾਨੂੰ 10 ਕੁ ਬੰਦੇ ਦਿਓ ਜਿਹਨੂੰ ਇਹ ਦੇ ਸਕੀਏ, ਤੇ ਉਹ ਅੱਗੇ ਉਹਨਾਂ ਨੂੰ ਲੋਕੀ ਦੇਖਣ। ਤੇ ਛੋਟਾ ਜਿਹਾ ਔਜ਼ਾਰ ਹੈ, ਜਿਹਨਾਂ ਕੋਲ ਨਹੀਂ ਹੈ ਤਾਂ ਆਪਣੇ ਆਪ ਵੀ ਲੈ ਸਕਦੇ ਸਰ। 1100-1200 ਦੀ ਔਜ਼ਾਰ ਆ ਜਾਂਦਾ, ਇਹ ਆਨਲਾਈਨ ਖਰੀਦ ਲਓ। ਚਾਹੇ ਜਿਹੜਾ ਵੀ ਬੰਦਾ ਫੂਡ ਪ੍ਰੋਸੈਸਿੰਗ ਕਰੂ ਉਹਦੇ ਕੋਲੇ ਹੋਣਾ ਹੀ ਚਾਹੀਦਾ। ਡਾਕਟਰ ਬੌਂਸ ਨਾਲ ਡਿਸਕਸ ਕਰਕੇ ਨਾ ਸੋਮਵਾਰ ਤੱਕ ਲਿਸਟ ਭੇਜ ਦਿੰਦੇ ਆ ਜੀ। ਹਾਂਜੀ ਸਰ, ਤਾਂ ਕਿ ਆਪਾਂ ਟਾਈਮਲੀ ਸਾਰਿਆਂ ਨੂੰ ਦੇ ਸਕੀਏ। ਧੰਨਵਾਦ ਸਰ ਜੀ, ਧੰਨਵਾਦ। ਸੋ ਸਾਰੇ ਰਿਫਰੈਕਟਰੋਮੀਟਰ ਤੁਸੀਂ ਦੇਖ ਰਹੇ ਹੋ, ਇਹਨੂੰ ਤੁਸੀਂ ਸਰ ਵਰਤੋਂ ਕਰੋ ਇਹਨਾਂ ਦੀ। ਤੋ ਇਹ ਤੁਹਾਡਾ ਮੁੱਢਲੀ ਕੁਆਲਿਟੀ ਦੱਸ ਦੂ ਗੰਨੇ ਦੀ ਵੀ ਭਾਈ ਗੁੜ ਬਣਨਾ ਕਿ ਨਹੀਂ ਬਣਨਾ। ਕਿਉਂਕਿ ਕਈ ਵਾਰ ਇਸ ਵਾਰ ਮੈਨੂੰ ਬਹੁਤ ਸਾਰੇ ਅਕਤੂਬਰ ਜਦੋਂ ਆਪਾਂ ਪੜ੍ਹਾਈ ਸ਼ੁਰੂ ਕਰ ਲੈਂਦੇ ਆ, ਉਸ ਟਾਈਮ ਤੇ ਰਸ ਤਿਆਰ ਨਹੀਂ ਹੁੰਦਾ।
ਇਹ ਹੁਸ਼ਿਆਰਪੁਰ ਚ ਅਸੀਂ ਕਹਿਣਾ ਤਾਂ ਨਹੀਂ ਚਾਹੀਦਾ, ਪਰ ਉੱਥੇ ਕਈ ਵਾਰ ਦੇਖਿਆ ਹੈਗਾ। ਇਹ ਆਦਮਪੁਰ ਸਾਈਡ ਵੱਲ ਜਾਈਏ, ਘੁਲਾੜ ਚੱਲਦੇ ਹੁੰਦੇ ਆ, ਫਿਰ ਸੁਣਨ ਨੂੰ ਚ ਆ ਜਾਂਦਾ ਵੀ ਭਾਈ ਚੀਨੀ ਲੋਕੀ ਮਿਕਸ ਕਰ ਰਹੇ ਆ, ਬੂਰਾ ਚੀਨੀ ਜਾ ਰਹੀ ਹੈ। ਉਹ ਕੰਮ ਤਾਂ ਕਰਨਾ ਪੈਂਦਾ ਕਿਉਂਕਿ ਸਾਡੇ ਰਸ ਦੀ TSS ਨਹੀਂ ਆਈ ਹੁੰਦੀ। ਜਦੋਂ 18% ਆਏਗੀ ਉਸ ਤੋਂ ਬਾਅਦ ਹੀ ਗੁੜ ਨੇ ਬਣਨਾ ਹੈਗਾ। ਤਾਂ ਮਤਲਬ ਪੱਕਿਆ ਹੋਇਆ ਮੈਚਿਓਰ ਗੰਨੇ ਚੋਂ ਹੀ ਸਾਡੇ ਰਸ ਨੇ ਬਣਨਾ ਹੈਗਾ, ਗੁੜ ਬਣ ਸਕਦਾ ਹੈਗਾ। ਤਾਂ ਉਹਨੂੰ ਦੱਸਣ ਲਈ ਔਜ਼ਾਰ ਇਹ ਹੈ। ਉਸ ਤੋਂ ਬਾਅਦ ਅੱਗੇ ਆ ਗਈ ਕੁਲਾੜੀ ਦੀ ਗੱਲ। ਜੇ ਆਪਾਂ ਪ੍ਰੋਡਕਟਿਵਿਟੀ ਦੀ ਗੱਲ ਕਰੀਏ ਤਾਂ ਬੇਲਣੇ ਤੁਸੀਂ ਨਜ਼ਰ ਆ ਰਹੇ ਤੁਹਾਨੂੰ। ਸਾਡੇ ਕੋਲ ਪਹਿਲਾਂ ਬਲਦਾਂ ਵਾਲੇ ਚੱਲਦੇ ਸੀ, ਚਲੋ ਤਾਂ ਹਿਸਟਰੀ ਦੀ ਗੱਲ ਹੋ ਗਈ। ਪਾਵਰ ਓਪਰੇਟਿਡ ਕ੍ਰਸ਼ਰ ਨੇ। ਇਹ ਸਾਡੇ ਕੋਲ ਪੈਵੀ ਬੇਲਣੇ ਨੇ ਤੇ ਵਰਟੀਕਲ। ਇੱਕ ਫੋਟੋ ਤਾਂ ਮੈਨੂੰ ਲੱਗਦਾ ਫੈਪਰੋ ਦੀ ਹੋਈ ਆ, ਫੋਟੋ ਫੈਪਰੋ ਦੀ ਮਾਸਟਰ ਜੀ ਦੇ ਫਾਰਮ ਤੇ ਹੈ। ਸੋ ਖੜਵੇਂ ਵੇਲਣੇ ਵਾਲੇ ਕ੍ਰਸ਼ਰ ਤੋਂ ਰਿਕਵਰੀ ਸਾਡੀ 60% ਨਿਕਲਦੀ ਹੈ ਐਵਰੇਜ। ਬਟ ਇਹਦੇ ਉਲਟ ਜੇ ਸਾਡੇ ਕੋਲ ਪੈਵੀ ਬੇਲਣੇ ਹੋ ਜਾਣ, ਅੱਜ ਕੱਲ ਬੜਾ ਪ੍ਰਚਲਿਤ ਚੱਲ ਰਿਹਾ ਸਰ, ਉਹਦੇ ਤੇ ਰਿਕਵਰੀ 70%। ਸੋ 10% ਰਿਕਵਰੀ ਸਿੱਧੀ ਵੱਧ ਜਾਂਦੀ ਹੈ ਜੂਸ ਦੀ ਗੰਨੇ ਦੀ ਪੜਾਈ ਦੇ ਸਮੇਂ, ਅਗਰ ਸਾਡਾ ਸਹੀ ਤਰ੍ਹਾਂ ਦਾ ਵੇਲਣਾ ਅਸੀਂ ਲਗਾ ਲਿਆ ਜਾਵੇ। ਤੋ ਨਵਾਂ ਕੰਮ ਕਰਨਾ ਤੇ ਇਸ ਗੱਲ ਦਾ ਆਪਾਂ ਖਿਆਲ ਰੱਖੀਏ। 10% ਬਹੁਤ ਛੋਟੀ ਚੀਜ਼ ਨਹੀਂ ਹੈ, ਬਹੁਤ ਵੱਡੀ ਚੀਜ਼ ਹੈ। ਕਿਉਂਕਿ ਅੱਜ ਕੱਲ ਕੋਈ ਇਕਵਿਪਮੈਂਟ ਦੇ ਉੱਪਰ R&D ਬਹੁਤੀ ਨਹੀਂ ਹੋ ਰਹੀ ਹੈਗੀ। ਜੋ ਪੁਰਾਣੇ ਚੱਲਦੇ ਆ ਰਹੇ ਸੀ ਜਾਂ ਪਿੰਡਾਂ ਦੇ ਆਰਟੀਜ਼ਨ ਹੈਗੇ ਆ, ਉਹਨਾਂ ਨੇ ਹੀ ਇਹ ਤੇ ਜ਼ਿਆਦਾ ਕੰਮ ਕੀਤਾ ਹੋਇਆ ਹੈ। ਲੇਕਿਨ ਹੁਣ ਜ਼ਰੂਰ ਫਿਰ 3-4 ਸਾਲਾਂ ਤੋਂ ਜਿਵੇਂ ਆਪਣੀ ਬਿਮਾਰੀਆਂ ਵਧੀਆਂ, ਸ਼ੂਗਰ ਦੇ ਮਰੀਜ਼ ਹੋ ਗਏ ਆ, ਡਾਈਜੈਸਟੇਬਿਲਿਟੀ, ਐਸਿਡਿਟੀ, ਲਾਈਫ ਸਟਾਈਲ ਚੇਂਜ ਹੋਇਆ, ਤਾਂ ਫਿਰ ਸਾਨੂੰ ਇਹਨਾਂ ਖਾਦ ਪਦਾਰਥਾਂ ਪੁਰਾਣਿਆਂ ਦੀ ਲੋੜ ਪੈ ਰਹੀ ਹੈ। ਸੋ ਕਿਹੜੇ ਕਿਹੜੇ ਫੈਕਟਰ ਹੈ ਜਿਹੜੀ ਜੂਸ ਦੀ ਰਿਕਵਰੀ ਨੂੰ ਇਫੈਕਟ ਕਰਦੇ ਆ? ਕਿਉਂਕਿ ਸ਼ੂਗਰ ਮਿਲਾਂ ਸਾਨੂੰ ਇਹੀ ਕਹਿੰਦੀਆਂ, ਗੁੜ ਵਾਲਿਆਂ ਨੂੰ ਵੀ ਭਾਈ ਇਹ ਤਾਂ ਚੀਨੀ ਹੋਈ ਸਾੜੀ ਜਾਂਦੇ, ਰਸਤਾ ਪੂਰਾ ਕੱਢ ਨਹੀਂ ਪਾਉਂਦੇ। ਤਾਂ ਉਹਦੇ ਲਈ ਇੰਪੋਰਟੈਂਟ ਹੈ ਤਿੰਨਾਂ ਰੂਲਿਆਂ ਦੀ ਸੈਟਿੰਗ। ਤਿੰਨਾਂ ਰੂਲਿਆਂ 'ਚ ਕਿੰਨੀ ਕਿੰਨੀ ਵਿੱਥ ਹੋਵੇ, ਘੱਟੋ ਘੱਟ ਸਟਾਰਟਿੰਗ ਤੇ 6 mm, ਔਰ ਜਿੱਥੇ ਗੰਨੇ ਦੀ ਪੜਾਈ ਹੋ ਕੇ ਗੰਨਾ ਨਿਕਲ ਰਿਹਾ 1 mm। ਸੋ ਇੰਨਾ ਗੰਨੇ ਨੂੰ ਆਪਾਂ ਕ੍ਰਸ਼ ਕਰ ਦੇਣਾ। 6 mm ਤੋਂ 1 mm ਗੰਨੇ ਦੀ ਫਿਲਮ ਬਣਾ ਦੇਣੀ ਹੈ, ਤਾਂ ਸਾਡਾ ਗੰਨਾ ਪੂਰੀ ਤਰ੍ਹਾਂ ਪੀੜ ਕੇ ਤੋਂ ਰਸ ਨਿਕਲ ਜਾਏਗਾ। ਫਿਰ ਬੇਲਣੇ ਦਾ ਸਾਈਜ਼ ਤੇ ਸਪੀਡ, ਇਹ ਸਾਡੀ ਰਿਕਵਰੀ ਨੂੰ ਇਫੈਕਟ ਕਰਦੀ ਹੈ। ਓਰੀਐਂਟੇਸ਼ਨ ਦੀ ਮੈਂ ਗੱਲ ਪਹਿਲਾਂ ਹੀ ਕਰ ਲਈ ਹੈ ਭਾਈ। ਓਰੀਐਂਟੇਸ਼ਨ ਮੈਨ ਖੜਮਿਆ ਹੈਗਾ ਬੇਲਣਾ ਕਿ ਪੈਵੀ ਬੇਲਣਾ ਹੈਗਾ, ਉਹਦੇ ਮੁਤਾਬਕ ਓਰੀਐਂਟੇਸ਼ਨ ਮੁਤਾਬਕ ਰਿਕਵਰੀ 10% ਫਰਕ ਪੈਂਦੀ ਹੈ। ਫਿਰ ਗਰੂਵਸ, ਜਿਹੜੇ ਬੇਲਣੇ ਆ ਉਹਦੇ ਉੱਪਰ ਕੱਟ ਲੱਗੇ ਹੁੰਦੇ ਆ, ਖਾਸ ਤੌਰ ਤੇ ਪਹਿਲੇ ਬੇਲਣੇ ਤੇ ਬਹੁਤ ਪਹਿਲੇ ਰੁੱਲੇ ਤੇ ਵੱਡਾ ਕੱਟ ਹੋਣਾ ਚਾਹੀਦਾ ਹੈ, ਕਿਉਂਕਿ ਗੰਨੇ ਨੂੰ ਅਸੀਂ ਚੀਰ ਫਾੜ ਕਰਨਾ। ਸ਼ੂਗਰ ਮਿਲਾਂ 'ਚ ਅਗਰ ਤੁਸੀਂ ਗਏ ਹੋਗੇ ਤਾਂ ਦੇਖਿਆ ਹੋਣਾ, ਗੰਨੇ ਨੂੰ ਪਹਿਲਾਂ ਚੱਕਦੀਆਂ ਨੇ, ਕੱਟਦੀਆਂ ਨੇ, ਫੁੱਟ ਦਾ ਪੀਸ ਬਣਾਉਂਦੀਆਂ, ਫਿਰ ਇੰਚਾਂ 'ਚ ਪੀਸ ਬਣਾਉਂਦੀਆਂ, ਫਿਰ ਉਹਦਾ ਧਾਗਾ ਫਾਈਬਰਾਈਜ਼ਰ ਲੱਗਾ ਹੁੰਦਾ, ਇੱਕ ਇੱਕ ਧਾਗਾ ਬਣਾ ਦਿੰਦੀਆਂ, ਰੇਸ਼ਾ ਗੰਨੇ ਦਾ ਕਰ ਦਿੰਦੀਆਂ। ਉਸ ਤੋਂ ਬਾਅਦ ਫਿਰ ਬੇਲਣਿਆਂ 'ਚ ਜਾ ਕੇ ਪੀੜਦੇ ਆ। ਸੋ ਜਿੰਨਾ ਅਸੀਂ ਰੇਸ਼ਾ ਚੀਰ ਫਾੜ ਗੰਨੇ ਦੀ ਕਰਕੇ ਰੇਸ਼ਾ ਅਲੱਗ ਕਰ ਲਾਂਗੇ, ਉਨਾ ਜ਼ਿਆਦਾ ਰਸ ਨਿਕਲ ਜਾਏਗਾ। ਸੋ ਇਹਦੀ ਰੂਲ ਸਰਫੇਸ ਦੇ ਉੱਪਰ, ਬੇਲਣਿਆਂ ਦੀ ਸਰਫੇਸ ਦੇ ਉੱਪਰ ਕਿੱਦਾਂ ਦੇ ਗਰੂਵਸ ਨੇ, ਬੜਾ ਵਧੀਆ ਇਹਦਾ ਕੰਮ ਹੈਗਾ ਗੰਨੇ ਦੀ ਚੀਰ ਫਾੜ ਕਰਨਾ। ਤੇ ਚੌਥਾ ਪੁਆਇੰਟ ਬੇਅਰਿੰਗ ਤੇ ਬੁਸ਼ਿਸ, ਗੰਨੇ ਜਿੱਥੇ ਇੰਸਟਾਲ ਕਰਨਾ ਉਹ ਬਹੁਤ ਵਧੀਆ ਜਗ੍ਹਾ ਹੋਣੀ ਚਾਹੀਦੀ ਹੈ। ਬੇਅਰਿੰਗ ਤੇ ਬੁਸ਼ਿਸ ਪ੍ਰੋਪਰ ਲੁਬਰੀਕੇਸ਼ਨ ਹੋਣੀ ਚਾਹੀਦੀ ਹੈ, ਤਾਂ ਜੋ ਪ੍ਰੋਪਰ ਜ਼ੋਰ ਲਗਾ ਕੇ ਰਸ ਕੱਢ ਸਕੇ। ਜਦੋਂ ਰਸ ਨਿਕਲ ਗਿਆ, ਫਿਰ ਬੜਾ ਇੰਪੋਰਟੈਂਟ ਪਾਰਟ ਆ ਜਾਂਦਾ ਹੈ ਕਿ ਰਸ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ। ਮੈਂ ਸ਼ੂਗਰ ਮਿਲ 'ਚ ਰਿਹਾ ਤਾਂ ਐਕਸਪੀਰੀਅੰਸ ਦੱਸ ਦਿੰਦਾ। ਜਿਵੇਂ ਹੀ ਰਸ ਨਿਕਲਦਾ ਸ਼ੂਗਰ ਚੋਂ, ਮਿਲ ਚੋਂ, ਉਹ ਰਸ ਦੀ pH ਚੈੱਕ ਕਰਦੇ, ਸਿੱਧੇ ਇੱਕ ਬਹੁਤ ਵੱਡਾ ਸਾਡੇ ਕੋਲ ਕਲੈਰੀਫਾਇਰ 'ਚ ਰਸ ਨੂੰ ਪਾ ਦਿੰਦੇ ਆ। ਉਹ ਇਹ ਮੰਨ ਲਓ ਕਿ 4 ਮੰਜ਼ਿਲਾ ਬਿਲਡਿੰਗ ਜਿੰਨੀ ਉੱਚਾ ਸਿਲੰਡਰ ਹੈਗਾ, ਜਿਹਦਾ ਡਾਇਆਮੀਟਰ ਘੱਟੋ ਘੱਟ ਇਹ ਮੰਨ ਕੇ ਚਲੋ 20 ਫੁੱਟ ਹੋਊਗਾ। 20 ਫੁੱਟ ਡਾਇਆਮੀਟਰ ਦਾ 4 ਮੰਜ਼ਿਲਾ ਜਿੰਨੀ ਇੱਕ ਸਿਲੰਡਰ ਹੈ, ਜਿਹਦੇ ਰਸ ਸਾਰਾ ਸਿੱਟ ਦਿੰਨੇ ਆਪਾਂ। ਉੱਥੇ ਜਾ ਕੇ ਉਹਦੀ pH ਨੂੰ ਮੇਜਰ ਕਰਕੇ pH ਬੈਲੈਂਸ ਕਰਦੇ ਹਾਂ, ਕਿਉਂਕਿ ਸਾਰਿਆਂ ਪਹਿਲਾਂ ਰਸ ਨਿਕਲਣ ਤੋਂ ਬਾਅਦ ਐਸਿਡ ਦੀ ਇਨਵਰਜਨ ਹੋਣੀ ਸ਼ੁਰੂ ਹੋ ਜਾਂਦੀ। ਗੰਨੇ ਦੀ pH ਕੋਈ ਰਸ ਦੀ ਤਿਆਰ ਰਸ ਦੀ 5.5 ਦੇ ਕਰੀਬ ਹੁੰਦੀ, ਪਾਣੀ ਦੀ 7 ਦੇ ਕਰੀਬ ਹੁੰਦੀ ਹੈ। ਤੇ ਪਾਣੀ ਨਿਊਟਰਲ ਹੈ ਤਾਂ 7 ਹੈ। ਜਿੰਨੇ ਪਦਾਰਥਾਂ ਦੀ pH 7 ਤੋਂ ਘੱਟ ਹੈ, ਸਾਰੇ ਦੇ ਸਾਰੇ ਐਸਿਡਿਕ ਹੈ, ਤੇਜ਼ਾਬੀ ਨੇ। ਤੇਜ਼ਾਬੀਪਨ ਦੇ ਜੂਸ ਦੇ ਵਿੱਚ ਅਗਰ ਐਸਿਡ ਵੀ ਜ਼ਿਆਦਾ ਹੈਗਾ ਤਾਂ ਸ਼ੂਗਰ ਦੀ ਬ੍ਰੇਕਡਾਊਨ ਹੋ ਜਾਂਦੀ ਹੈ, ਸੁਕਰੋਜ਼ ਤੋਂ ਬਣ ਕੇ ਗਲੂਕੋਜ਼ ਤੇ ਫਰਕਟੋਜ਼, ਔਰ ਫਰਕਟੋਜ਼ ਨੂੰ ਆਪਾਂ ਰਿਡਿਊਸਿੰਗ ਸ਼ੂਗਰ ਵੀ ਕਹਿ ਦਿੰਦੇ ਹਾਂ। ਰਿਡਿਊਸਿੰਗ ਸ਼ੂਗਰ ਜਿਹੜਾ ਗੁੜ ਦੇ ਰੰਗ ਨੂੰ ਕਾਲਾ ਕਰਦੀ ਹੈ।
ਬਰਾਊਨਿਸ਼ ਜ਼ਿਆਦਾਪਨ ਲੈ ਕੇ ਆਉਂਦੀ। ਤਾਂ ਇਹ ਚੀਜ਼ ਨੂੰ ਆਪਾਂ ਚੈੱਕ ਕਰ ਦੇਣਾ, ਕਿਉਂਕਿ ਗੁੜ ਦਾ ਜਿਹੜਾ ਗ੍ਰੇਡ ਆ ਸੁਕਰੋਸ ਦੀ ਪ੍ਰੀਜ਼ਰਵੇਸ਼ਨ ਤੇ ਮਿਲਦਾ ਹੈ, ਗਲੂਕੋਜ਼ ਤੇ ਫਰਕਟੋਜ਼ ਤੇ ਨਹੀਂ। ਗਲੂਕੋਜ਼ ਤੇ ਫਰਕਟੋਜ਼ ਦੋ ਐਸੇ ਪਦਾਰਥ ਨੇ ਜਿਹੜੀ ਸਟੋਰੇਜ ਦੇ ਦੌਰਾਨ ਗੁੜ ਨੂੰ ਖਰਾਬ ਕਰਦੇ ਆ। ਗੁੜ ਢਿੱਲਾ ਹੋ ਜਾਏਗਾ, ਹਵਾ ਚੋਂ ਮੋਇਸਚਰ ਲੈ ਜਾਏਗਾ। ਉਹ ਸਾਰੇ ਦਾ ਸਾਰਾ ਕਾਰਨ ਇਹੀ ਹੈ, ਬ੍ਰੇਕਡਾਊਨ ਆਫ ਸੁਕਰੋਜ਼ ਇਨਟੂ ਗਲੂਕੋਜ਼ ਤੇ ਫਰਕਟੋਜ਼। ਫਿਰ ਇਹਦੇ ਚ ਕਾਫੀ ਸਾਰੇ ਇਨਆਰਗੈਨਿਕ ਸਾਲਟ ਹੁੰਦੇ ਆ। ਤੁਸੀਂ ਕਦੇ ਆਗ ਵਾਲੇ ਪੋਰਸ਼ਨ ਚੋਂ ਗੰਨਾ ਚੂਪ ਕੇ ਦੇਖੋ, ਥੋੜਾ ਲੂਣੇ ਵਾਲਾ ਮਿਲੂਗਾ, ਲੂਣਾ ਜਿਹਾ ਪਨ ਹੁੰਦਾ, ਉਹ ਵੀ ਗੁੜ ਲਈ ਚਾਹੀਦਾ, ਠੀਕ ਨਹੀਂ ਹੈ। ਕਿਉਂਕਿ ਹਵਾ 'ਚ ਤੁਸੀਂ ਗੁੜ ਨੂੰ, ਨਮਕ ਨੂੰ ਰੱਖ ਦੋ ਵੀ ਢਿੱਲਾ ਪੈ ਜਾਂਦਾ, ਹਵਾ 'ਚੋਂ ਵੀ ਨਮੀ ਖਿੱਚ ਲੈਂਦਾ। ਸੋ ਇਹ ਸਾਡੇ ਗੁੜ 'ਚ ਨਹੀਂ ਚਾਹੀਦਾ। ਫਿਰ ਕੁਝ ਕੋਲਾਈਡਲ ਸਬਸਟੈਂਸਿਸ ਹੈ। ਕੋਲਾਈਡਲ ਸਬਸਟੈਂਸਿਸ ਉਹ ਚੀਜ਼ਾਂ ਨੇ ਜਿਹੜੀਆਂ ਬਹੁਤ ਬਰੀਕ ਬਰੀਕ ਕਣ ਨੇ, ਜਿਹੜੇ ਘੁੰਮਦੇ ਰਹਿੰਦੇ ਆ। ਉਹਨੂੰ ਵੀ ਆਪਾਂ ਇੰਪਿਓਰਿਟੀਜ਼ ਮੰਨ ਕੇ ਸਾਫ਼ ਕਰ ਲਈਏ, ਨਿਤਾਰ ਲਈਏ, ਗੁੜ ਨੂੰ, ਰਸ ਨੂੰ ਨਿਤਾਰ ਲਈਏ ਤਾਂ ਕਿ ਉਹ ਸਾਫ਼ ਰਸ ਹੋ ਕੇ ਪ੍ਰੋਸੈਸ 'ਚ ਜਾਵੇ। ਫਿਰ ਕੁਝ ਕਲਰਿੰਗ ਸਬਸਟੈਂਸ ਹੈ, ਕਲੋਰੋਫਿਲ ਹੈ ਜਿਵੇਂ। ਤੋ ਇਹ ਵੀ ਜੇ ਗੁੜ ਦਾ ਵਧੀਆ ਰੰਗ ਲੈਣਾ, ਵਧੀਆ ਵਪਾਰੀ ਕਰਨ ਲਈ ਇਹਦੀ ਵੀ ਰਿਮੂਵਲ ਜ਼ਰੂਰੀ ਹੈ। ਤੋ ਉਹ ਸਿਰਫ ਚੀਜ਼ਾਂ ਆਪਾਂ ਰਸ ਚੋਂ ਕੱਢ ਰਹੇ ਹਾਂ ਜਿਹੜੀਆਂ ਸਾਡੀਆਂ ਗੁੜ ਨੂੰ ਸਟੋਰੇਜ ਦੇ ਦੌਰਾਨ ਖਰਾਬ ਕਰਨਗੇ। ਸਾਰੇ ਤੱਤ ਨਹੀਂ ਕੱਢ ਰਹੇ ਆਪਾਂ। ਸੋ ਇਹ ਚੀਜ਼ਾਂ ਆਪਾਂ ਕੱਢ ਦਿਆਂਗੇ, ਰਸ ਨੂੰ ਮਿਨੀਮਲੀ ਪ੍ਰੋਸੈਸ ਕਰਦੇ ਹਾਂ, ਘੱਟੋ ਘੱਟ ਚੀਜ਼ਾਂ ਜਿਹੜੀਆਂ ਖਰਾਬੀ ਕਰਦੀਆਂ ਨੇ, ਬਾਕੀ ਤੱਤ ਸਾਰੇ ਵਿੱਚ ਆ। ਤੋ ਫੋਟੋ ਦੇਖ ਲਓ, ਇਦਾਂ ਦਾ ਹੁੰਦਾ, ਆਮ ਤੌਰ ਤੇ ਬਣਿਆ ਹੋਇਆ। ਪਾਈਪ ਰਾਹੀਂ ਆਪਾਂ ਜਿੱਥੇ ਰਸ ਕੱਢ ਰਹੇ ਹਾਂ ਇੱਕ ਚੈਨਲ 'ਚ ਲੈ ਜਾਂਦੇ ਹਾਂ। ਭਈ ਅੱਜ ਕੱਲ੍ਹ ਦੇ ਚੈਨਲ ਤਾਂ ਸਾਰੇ ਲੋਕਾਂ ਨੇ ਟਾਈਲਾਂ ਟੂਲਾਂ ਲਾਈਆਂ ਹੋਈਆਂ, ਫੂਡ ਸੇਫਟੀ ਦਾ ਟਾਈਮ ਆ ਗਿਆ, ਤੋ ਟਾਈਲਾਂ ਸਾਰਿਆਂ ਦੀ ਲੱਗੀਆਂ ਹੁੰਦੀਆਂ। ਜਾਂ ਫਿਰ ਸਟੇਨਲੈਸ ਸਟੀਲ ਦੇ ਡਰਮ ਲੈ ਲਓ, ਕਿਉਂਕਿ ਆਪਾਂ ਜੇ ਵਪਾਰ ਕਰਨਾ ਤਾਂ ਇਹ ਚੀਜ਼ਾਂ ਦਾ ਵੀ ਖਿਆਲ ਕਰਨਾ ਪਊਗਾ। ਫੂਡ ਸੇਫਟੀ ਸਟੈਂਡਰਡਸ, ਹਾਈਜੀਨਿਕ ਸਟੈਂਡਰਡ ਨੂੰ ਮੇਨਟੇਨ ਕਰਨਾ ਹੋਏਗਾ। ਰਸ ਨੂੰ ਪੁਣਨ ਤੋਂ ਬਾਅਦ ਫਿਰ ਇਹਦੀ ਆਪਾਂ ਮੈਲ ਕੱਢਣੀ ਹੈ। ਮੈਲ ਕੱਢਣ ਲਈ ਤੁਸੀਂ ਬੂਟੇ ਦੇਖ ਰਹੇ ਹੋ, ਜੰਗਲੀ ਭਿੰਡੀ ਹੈ। ਇਹ ਸੀ ਲਖਨਊ ਤੋਂ ਗਏ ਸੀ ਜਦੋਂ ਵਸਿਸ਼ਠ ਸਾਹਿਬ ਉਹਨਾਂ ਨਾਲ, ਇਹਨਾਂ ਦੀ ਟੀਮ ਲੈ ਕੇ, ਫੈਕਟਰੋ ਦੀ 4-5 ਬੰਦਿਆਂ ਦੀ, ਉੱਥੋਂ ਅਸੀਂ ਬੀ ਲੈ ਕੇ ਆਂਦੇ ਸੀਗੇ। ਸਾਰਿਆਂ ਨੂੰ ਥੋੜੇ ਥੋੜੀ ਇੱਕ ਚਮਚ ਹੀ ਵੰਡੇ ਸੀਗੇ। ਆਪਣੇ ਜੈਗਰੀ ਮੈਨੂਫੈਕਚਰਰ ਨੂੰ ਵੀ ਛਿੱਟਾ ਦੇ ਲਓ ਖੇਤਾਂ 'ਚ, ਕਿਤੇ ਜਿੱਥੇ ਥੋੜੀ ਬਹੁਤੀ ਉੱਗਦੀ ਰਵੇ। ਜੰਗਲੀ ਭਿੰਡੀ ਹੈ, ਢਿਓਲਾ ਕਹਿੰਦੇ ਆ ਯੂਪੀ 'ਚ। ਇਹਦਾ ਤਣਾ ਤੋੜਨਾ, ਪਾਣੀ 'ਚ ਮਸਲਣਾ, ਉਸੇ ਟਾਈਮ ਲੇਸਦਾਰ ਪਾਣੀ ਤਿਆਰ ਹੋ ਜਾਂਦਾ। ਸੋ 40 ਤੋਂ 50 ਗ੍ਰਾਮ ਦੀ ਜਿਹੜਾ ਸਟੈਮ ਹੈਗੀ ਹੈ, ਕੁਇੰਟਲ ਰਸ ਨੂੰ ਸੋਧਣ ਲਈ ਕਾਫੀ ਹੋ ਜਾਂਦੀ ਹੈ। ਤੋ ਹੋਰ ਤਰੀਕੇ ਕੀ ਹੈ, ਤੇ ਢਿਓਲਾ ਭਿੰਡੀ ਦੇ ਪਾਣੀ ਦੇ ਨਾਲ ਜੇ ਆਪਾਂ ਰਸ ਦੀ ਸਫਾਈ ਕਰਾਂਗੇ, ਕੋਈ 70 ਡਿਗਰੀ ਤਾਪਮਾਨ ਤੇ ਮੈਲ ਝੱਗ ਦੇ ਤੌਰ ਤੇ ਆਣੀ ਸ਼ੁਰੂ ਹੋ ਜਾਂਦੀ, ਸਰਫੇਸ ਤੇ ਆਪਾਂ ਕੱਢੀ ਜਾਵਾਂਗੇ। ਲੇਕਿਨ ਜੇ ਸਾਡਾ ਐਸਿਡਿਕ ਗੰਨਾ ਹੈ, ਰਸ ਜ਼ਿਆਦਾ ਐਸਿਡਿਕ ਹੈ, ਤਾਂ ਉਸ ਟਾਈਮ ਤੇ ਪ੍ਰੋਸੈਸ ਕਰਨ ਲਈ, ਐਸਿਡ ਇਨਵਰਜਨ ਨੂੰ ਚੈੱਕ ਕਰਨ ਲਈ ਸ਼ੂਗਰ ਮਿਲਾਂ ਵੀ ਕੀ ਕਰਦੀਆਂ, ਚੂਨੇ ਦੇ ਪਾਣੀ ਦੀ ਵਰਤੋਂ ਕਰਦੀਆਂ। ਇਹ ਕਰਨਾ, ਚੂਨੇ ਦੇ ਪਾਣੀ ਨੂੰ ਐਡੀਬਲ ਪਾਰਟ, ਐਡੀਬਲ ਹੁੰਦਾ ਭਾਈ, ਇਹ ਉਹ ਨਹੀਂ ਹੈ ਜਿਹੜਾ ਕਲੀ ਆਪਾਂ ਕਰਦੇ ਹਾਂ। ਉਹ ਚੂਨਾ ਲੈ ਕੇ ਉਹਨੂੰ ਪਾਣੀ 'ਚ ਭਿਓ ਦੇਣਾ। 2-4 ਘੰਟਿਆਂ ਬਾਅਦ ਉੱਪਰੋਂ ਕਲੀਅਰ ਵਾਟਰ ਨਿਤਾਰ ਲੈਣਾ। ਉਹ ਕਲੀਅਰ ਵਾਟਰ ਜਿਵੇਂ ਪੀਣ ਵਾਲਾ ਚਿੱਟਾ ਪਾਣੀ ਹੁੰਦਾ, ਟ੍ਰਾਂਸਪੇਰੈਂਟ ਵਾਟਰ ਲੈ ਲੈਣਾ। ਉਹਦੀ pH 9 ਤੋਂ 10 ਦੇ ਵਿੱਚ ਆਉਂਦੀ ਹੈ। ਤੋ ਅਗਰ ਸਾਡੇ ਰਸ ਦੀ pH 5.6 ਜਾਂ 5.5 ਹੈ, ਤੋ 10% ਲਾਈਮ ਸੋਲੂਸ਼ਨ ਜਿਹੜਾ ਹੈਗਾ, ਕੁਇੰਟਲ ਰਸ ਦੇ ਵਿੱਚ 100 ਤੋਂ 125 ml ਪਾ ਲੈਣਾ। ਇੱਥੇ ਮੈਂ ਇਹ ਦੱਸਦਾ, ਕਈ ਵਾਰੀ ਆਪਾਂ ਨੂੰ ਕਹਿੰਦੇ ਆ ਵੀ ਯਾਰ ਚੂਨਾ ਹੈ ਤਾਂ ਕੈਮੀਕਲ ਹੈ, ਵੀ ਇਹ ਕੈਮੀਕਲ ਨਹੀਂ ਹੈ। ਇਹ ਉਹ ਚੀਜ਼ ਹੈ, ਇਹ ਆਪਾਂ ਬਹੁਤ ਸਾਰੀ ਖਾਣੇ 'ਚ ਆਪਾਂ ਯੂਜ਼ ਕਰਦੇ ਹਾਂ ਚੀਜ਼ ਨੂੰ। ਬਹੁਤ ਸਾਰੀਆਂ ਮਿਠਾਈਆਂ ਦੇ ਵਿੱਚ ਚੂਨਾ ਲੱਗਦਾ ਹੈ। ਲੋਕੀ ਜਿਹੜੇ ਪਾਨ ਖਾਂਦੇ ਰਹੇ ਨੇ, ਉਹ ਵੀ ਚੂਨਾ ਲਗਾਉਂਦੇ ਆ। ਐਡੀਬਲ ਪਾਰਟ ਹੈ, ਕਿਉਂਕਿ ਸਾਡੇ ਸਰੀਰ 'ਚ ਕੈਲਸ਼ੀਅਮ ਜਿਹੜਾ ਇਹ ਪੂਰਾ ਕਰਦਾ। ਜਿੰਨਾ ਵੀ ਸਾਡੇ ਸਰੀਰ 'ਚ ਜੋ ਵੀ ਬੰਦੇ ਕੈਲਸ਼ੀਅਮ ਦੀਆਂ ਗੋਲੀਆਂ ਖਾਂਦੇ, ਉਹ ਆਹੀ ਚੀਜ਼ ਹੈ। तो क्लीयर वाटर, पर ये देखो दुधियापन नहीं होना चाहिए। क्लीयर वाटर, ड्रिंकिंग वाटर वर्गा। एक क्विंटल रस दे विच 100 तो 125 ml, वो देख लो कितना बनया। एक चम्मच 5 ml का हुंदा, 20 चम्मच पानी पाना है क्विंटल रस दे विच। और बेसिक आइडिया यह है कि आप इसकी pH नूं 5.5 तो लैके 6.5 तक लैके जाना है। ये करन दे नाल साडा जिहड़ी ब्रेकडाउन ऑफ सुक्रस हो रही रुक जाती है। इस तरह करके खास तौर पर हुण असीं मार्च का महीने वाल आ रहे हैं, गर्मी का रुत आ रही है। हुण साडे गन्ने की रस की खटास वधेगी। उस टाइम जे गुड़ बना रहे हैं तो सानूं प्रॉब्लम आ जानी है, भेलियां नहीं बननियां। जब ज़्यादा कालापन आऊ तो उदों आ चीज़ बहुत हैल्प कर जाती है सानूं। बट इहदी यूज
ਉਦੋਂ ਹੀ ਕਰਨੀ ਹੈ ਜੇ ਸਾਡੇ ਕੋਲ ਪੀਐਚ ਮੇਜਰ ਕਰਨ ਦਾ ਤਰੀਕਾ ਹੈਗਾ, ਅਦਰਵਾਈਜ਼ ਅੰਨੇਵਾਹ ਨਹੀਂ ਕਰਨੀ। ਫਿਰ ਵਧੀਆ ਤਰੀਕਾ ਦਾ ਧਿਓਲਾ ਭਿੰਡੀ ਦਾ ਹੈਗਾ, ਜਿਹੜਾ ਆਪਾਂ ਭਿੰਡੀ ਦਾ ਪਾਣੀ ਪਾਉਂਦੇ ਆ, ਕਿਸੇ ਕੋਲ ਸੁਖਲਾਈ ਦਾ ਹੈ, ਤੋ ਇਸ ਤਰ੍ਹਾਂ ਦੇ ਬਹੁਤ ਸਾਰੇ ਕਈ ਤਰ੍ਹਾਂ ਦੇ ਮੂੰਗਫਲੀ ਨੂੰ ਰਗੜ ਕੇ ਪਾਣੀ ਪਾਉਂਦੇ ਰਹੇ ਨੇ। ਸੋ ਕਈ ਤਰ੍ਹਾਂ ਦੇ ਕਲੈਰੀਫਿਕੈਂਟ ਪ੍ਰਚਲਿਤ, ਫਟਕੜੀ ਦਾ ਪਾਣੀ ਵੀ ਯੂਜ਼ ਕਰਦੇ ਰਹੇ ਆਪਾਂ ਪੁਰਾਣੇ ਸਮਿਆਂ ਤੋਂ ਵਰਤੋਂ ਕਰ ਸਕਦੇ ਹਾਂ ਆਪਾਂ। ਬੈਸਟ ਤਰੀਕਾ ਹੁੰਦਾ ਠੰਡਾ ਟਾਈਮ ਮੌਸਮ ਹੋਵੇ ਤੇ ਰਸ ਦੀ ਪੀਐਚ 6 ਬਣੀ ਹੋਵੇ ਤਾਂ ਕੋਈ ਪਾਣੀ ਦੀ ਚੀਜ਼ ਦੀ ਲੋੜ ਹੀ ਨਹੀਂ ਪੈਂਦੀ, ਆਪਣੇ ਆਪ ਹੀ ਮੈਲ ਨਿਕਲ ਜਾਂਦੀ ਹੈ, ਕੁਝ ਨਹੀਂ ਪਾਣਾ। ਪਰ ਜੇ ਪਾਣਾ ਪਵੇ ਤਾਂ ਭਿੰਡੀ ਦਾ ਰਸ ਪਾਓ। ਨੀਚੇ ਤੋਂ ਕੈਮੀਕਲ ਲਿਖਿਆ ਸੋਡੀਅਮ ਹਾਈਡਰੋਸਲਫਾਈਡ 3.5 ਗ੍ਰਾਮ ਪ੍ਰਤੀ ਕੁਇੰਟਲ। 1 ਕੁਇੰਟਲ 100 ਲੀਟਰ ਰਸ ਤੇ 3.5 ਗ੍ਰਾਮ, ਅੱਧਾ ਚਮਚ ਮਤਲਬ। ਇਹਦੇ ਪਾਣ ਨਾਲ ਸਲਫਰ ਡਾਈਆਕਸਾਈਡ ਦੀ ਤਰ੍ਹਾਂ ਰੰਗ ਕੱਟ ਦਾ ਕੰਮ ਕਰਦਾ, ਪਰ ਉਹਦਾ ਫਾਇਦਾ ਬਿਲਕੁਲ ਨਹੀਂ ਹੈ, ਕਿਉਂਕਿ ਕਿਸੇ ਵੀ ਖਾਦ ਪਦਾਰਥ ਅਗਰ 50 ppm ਸਲਫਰ ਡਾਈਆਕਸਾਈਡ ਹੋ ਜਾਵੇ ਤਾਂ ਉਹ ਦਮੇ ਦੀ ਸ਼ਿਕਾਇਤ ਸ਼ੁਰੂ ਕਰ ਦਿੰਦੀ ਹੈ। ਇਹ ਸੇਫ ਲਿਮਿਟ 50 ਪਾਰਟ ਪਰ ਮਿਲੀਅਨ, 10 ਲੱਖ ਹਿੱਸਿਆਂ ਦੇ ਵਿੱਚ 50 ਪਾਰਟ ਅਗਰ ਸਲਫਰ ਦੇ ਹੋਣ ਤਾਂ ਆਪਾਂ ਉਹਨੂੰ ਕਹਿੰਦੇ ਵੀ ਬੰਦਾ ਬਰਦਾਸ਼ਤ ਕਰ ਜਾਂਦਾ, ਜਿਹੜਾ ਕਿ ਨਾਰਮਲ ਹੈਲਥ ਵਾਲਾ ਹੈਗਾ। ਅਸੀਂ ਜੇ ਰਸ ਦੇ ਵਿੱਚ ਪਾਣਾ ਤਾਂ 35, ਉਸ ਤੋਂ ਘੱਟ ਆਪਾਂ ਰੱਖਿਆ, ਪਰ ਬਿਲਕੁਲ ਨਾ ਪਾਓ, ਫਾਇਦਾ ਕੋਈ ਨਹੀਂ, ਕਿਉਂਕਿ ਇਹ ਕਈ ਵਾਰੀ ਵਪਾਰੀ ਕਰਨ ਦਾ ਤਰੀਕਾ ਹੈਗਾ। ਕਈਆਂ ਨੂੰ ਵਪਾਰ ਕਰਦੇ ਵਕਤ ਵਧੀਆ ਗੁੜ ਦਾ ਮੁੱਲ ਉਹਦੇ ਗੋਲਡਨ ਕਲਰ ਤੇ ਕਣ ਤੇ ਮਿਲਦਾ ਹੈਗਾ, ਤਾਂ ਉੱਥੇ ਜਿਹੜੇ ਬੰਦੇ ਆਪਣੇ ਕੋਲ ਲੈਬ ਮੇਨਟੇਨ ਕਰਦੇ, ਡਾਟਾ ਰੱਖਦੇ ਨੇ, ਉਹ ਬੰਦੇ ਵਰਤੋਂ ਕਰੋ, ਨਹੀਂ ਤਾਂ ਕੋਈ ਫਾਇਦਾ ਨਹੀਂ ਹੈ। ਇਸੇ ਤਰ੍ਹਾਂ ਮਿੱਠਾ ਸੋਡਾ, ਸੋਡੀਅਮ ਬਾਈਕਾਰਬੋਨੇਟ, ਇਹ ਆਪਾਂ ਸਾਰੇ ਆਮ ਤੌਰ ਤੇ ਪਾਉਂਦੇ ਆ, ਲੇਕਿਨ ਇਹਦੀ ਵੀ ਯੂਜ਼ ਜਿਹੜਾ ਹੈਗਾ ਇਹ ਸਟੋਰੇਜ ਦੇ ਦੌਰਾਨ ਬਹੁਤਾ ਹੈਲਪਫੁਲ ਨਹੀਂ ਹੁੰਦਾ। ਮੌਕੇ ਤੇ ਤੁਹਾਡਾ ਹੈਲਪਫੁਲ ਹੋ ਜਾਊਗਾ ਕਿਉਂਕਿ ਪੀਐਚ ਨੂੰ ਵਧਾ ਦਿੰਦਾ, ਬਟ ਜਿਹੜਾ ਗੁੜ ਅਸੀਂ ਸਟੋਰ ਕਰ ਲਿਆ ਉਹ ਬਾਅਦ ਚੋਂ ਕਾਲਾ ਹੋ ਜਾਂਦਾ। ਜਿਹੜਾ ਬੰਦਾ ਮਿੱਠਾ ਸੋਡਾ ਵਰਤਦਾ ਨਾ, ਉਹ ਸਟੋਰੇਜ ਵੱਲ ਜਦੋਂ ਗੁੜ ਜਾਊਗਾ, ਮਹੀਨੇ 1.5 ਮਹੀਨੇ ਬਾਅਦ ਗੁੜ ਦਾ ਰੰਗ ਕਾਲੇ ਵੱਲ ਚਲਾ ਜਾਊਗਾ। ਸੋ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਹੈ, ਬਟ ਕਿਉਂਕਿ ਅਸੀਂ ਪੁਰਾਣੇ ਟਾਈਮ ਤੋਂ ਕਰਦੇ ਆ ਰਹੇ ਹਾਂ ਤਾਂ ਵੀ ਆਰ ਯੂਜ਼ਿੰਗ। ਉਸ ਤੋਂ ਬਾਅਦ ਆ ਤੁਹਾਨੂੰ ਦੱਸ ਰਿਹਾ ਭਿੰਡੀ ਦਾ ਰਸ ਦਾ ਪਾਣੀ। ਤੁਸੀਂ ਦੇਖ ਰਹੇ ਹੋ ਜਦੋਂ ਟੈਂਪਰੇਚਰ 70-75 ਹੈਗਾ, ਉਸ ਟਾਈਮ ਯੂਜ਼ ਕਰਾਂਗੇ, ਝੱਗ ਬਣ ਕੇ ਆਈ ਜਾਊਗੀ ਤਾਂ ਅਸੀਂ ਮੈਲ ਕੱਢੀ ਜਾਵਾਂਗੇ, ਟੋਕਰੀ 'ਚ ਪਾ ਲਾਂਗੇ। ਆਪਾਂ ਕੋਲ ਜਿਹੜਾ ਬੋਰੀ ਵਾਲਾ ਬੋਰੀ ਤੇ ਟੋਕਰੀ ਤੇ ਬੋਰੀ ਰੱਖੀ, ਉਹਦੇ 'ਚ ਆਪਾਂ ਮੈਲ ਕੱਢੀ ਜਾਂਦੇ ਹਾਂ। ਜੇ ਮੈਲ ਕੱਢਣ ਦੇ ਸਮੇਂ ਟੈਂਪਰੇਚਰ ਸਾਡਾ 90 ਡਿਗਰੀ ਜਾਂ ਜ਼ਿਆਦਾ ਤੇਜ਼ ਹੋ ਗਿਆ ਤਾਂ ਮੈਲ ਨਹੀਂ ਨਿਕਲਣੀ ਹੈ, ਖਾਸ ਤਾਪਮਾਨ ਹੈ ਉਦੋਂ ਨਿਕਲਣੀ ਹੈ, ਫਿਰ ਵਿੱਚੇ ਘੁਲ ਜਾਂਦੀ ਹੈ, ਕਦੇ ਵੀ ਨਹੀਂ ਨਿਕਲੇਗੀ। ਜੇ ਮੈਲ ਨਹੀਂ ਕੱਢਦੇ ਉਹਦਾ ਨੁਕਸਾਨ ਇਹੀ ਹੈ ਕਿ ਗੁੜ ਦੀ ਸਟੋਰੇਬਿਲਿਟੀ ਨਹੀਂ ਬਣਨੀ। ਆ ਪੀਐਚ ਨੂੰ ਮੇਜਰ ਕਰਨ ਦਾ ਯੰਤਰ ਹੈ ਵਸੀਸ਼ ਸਾਹਿਬ। ਇਹ ਅਸੀਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਇਹ ਅਸੀਂ 10 ਬੰਦਿਆਂ ਨੂੰ ਹੁਸ਼ਿਆਰਪੁਰ ਦੇ ਵਿੱਚ SC ST ਵਾਲਿਆਂ ਨੂੰ ਵੰਡਣੇ ਨੇ। ਤੋਂ ਬੌਂਸ ਸਾਹਿਬ ਜਿਹੜੇ ਸਾਡੇ KVK ਦੇ ਡਿਪਟੀ ਡਾਇਰੈਕਟਰ ਹੈਗੇ ਆ, ਨੂਰ ਆਪਣੇ ਉਹਨਾਂ ਨੂੰ ਕਿਹਾ, ਬੇਨਤੀ ਕੀਤੀ ਹੋਈ ਆ, ਭਾਈ ਇਹ ਸਾਨੂੰ ਦੱਸੋ 10 ਬੰਦਿਆਂ ਦੀ ਲਿਸਟ, ਅਸੀਂ ਇੱਕ ਵਾਰੀ ਐਜ਼ ਏ ਰਿਪਰੈਜ਼ੈਂਟੇਸ਼ਨ ਦੇ ਤੌਰ ਤੇ ਟ੍ਰੇਨਿੰਗ ਦੇ ਵਿੱਚ ਲੋਕਾਂ ਨੂੰ ਦੇਣੇ ਨੇ। ਇਹ ਬਟ SC ST ਵਾਲਿਆਂ ਲਈ ਹੈ, ਇਹ ਸਹੂਲਤ ਸਰਕਾਰ ਵੱਲੋਂ ਮਿਲੀ ਹੈ ਤੇ ਉਹਨਾਂ ਨੂੰ ਅਸੀਂ ਵੰਡਾਂਗੇ। ਪੀਐਚ ਨੂੰ ਮੇਜਰ ਕਰਨ ਦਾ ਯੰਤਰ ਤੁਹਾਡੇ ਸਾਹਮਣੇ ਆ। ਰਸ ਲੈਣਾ ਹੈਗਾ, ਰਸ ਨੂੰ ਇੰਨਾ ਪੋਰਸ਼ਨ ਰਸ ਦੇ ਵਿੱਚ ਡੁਬੋ ਦੇਣਾ ਤੇ ਸਿੱਧੀ ਤੁਹਾਨੂੰ ਇੱਥੇ ਵੈਲਿਊ ਆ ਜਾਊਗੀ, ਉਹ ਪੀਐਚ ਹੋ ਜਾਏਗੀ। ਬਟ ਇੱਕ ਵਾਰੀ ਪੀਐਚ ਮੇਜਰ ਕਰ ਲਈ ਤਾਂ ਜਿਹੜਾ ਬਲਬ ਇਹਨੂੰ ਫਿਰ ਪਾਣੀ 'ਚ ਧੋ ਕੇ ਰੱਖ ਲੈਣਾ, ਕਿਉਂਕਿ ਇਹ ਤੇ ਪੁਰਾਣੀ ਜਦੋਂ ਦੂਜੀ ਵਾਰੀ ਮੇਜਰ ਕਰਨੀ ਆ, ਬਲਬ ਸਾਫ਼ ਹੋਣਾ ਚਾਹੀਦਾ। ਤੋ ਇਸ ਚੀਜ਼ ਦਾ ਖਿਆਲ ਰੱਖਣਾ। ਗੁੜ ਨੂੰ ਪ੍ਰੋਸੈਸ ਕਰਨ ਲੱਗੇ ਰਸ ਨੂੰ ਪੀਐਚ ਦੀ ਬੜੀ ਮਹੱਤਤਾ ਹੈਗੀ ਆ। ਤੋ ਆਪਣੇ ਬਹੁਤ ਸਾਰੇ ਬੰਦਿਆਂ ਨੂੰ ਅਸੀਂ ਸਿਖਲਾਈ ਕੀਤੀ ਹੋਈ ਆ, ਬਹੁਤ ਸਾਰੇ ਬੰਦੇ ਜਾਣਦੇ ਨੇ ਇਸ ਚੀਜ਼ ਨੂੰ। ਉਸ ਤੋਂ ਬਾਅਦ ਜਦੋਂ ਰਸ ਪੂਰੀ ਤਰ੍ਹਾਂ ਸਾਫ਼ ਹੋ ਗਿਆ, ਝੱਗ ਚਿੱਟੀ ਸੀਗੀ, ਸਾਰੀ ਮੈਲ ਕੱਢਤੀ ਆ, ਫਿਰ ਅਸੀਂ ਬੋਇਲ ਕਰਨਾ ਸ਼ੁਰੂ ਕਰ ਦੇਣਾ। ਕੜਾਹੇ ਦੇ ਵਿੱਚ ਤੁਸੀਂ ਛੋਟੀ ਜਿਹੀ ਫਰਨਸ ਦੇਖ ਰਹੇ ਹੋ, ਉੱਪਰ ਕੜਾਹਾ ਚੜਾਇਆ ਹੋਇਆ ਤੇ ਰਸ ਨੂੰ ਉਬਾਲ ਰਹੇ ਹਾਂ, ਰਸ ਨੂੰ ਸੰਘਣਾ ਕਰ ਰਹੇ ਹਾਂ। ਤੋ ਇੱਕ ਕੀ ਖਿਆਲ ਰੱਖੋ, ਆ ਜਿਹੜਾ ਸਾਡੀ ਕੜਾਹਾ ਹੈਗਾ, ਇਹਦਾ ਤਲਾ 1.25 ਇੰਚ ਮੋਟਾ ਚਾਹੀਦਾ ਜੇ ਚੰਗੀ ਤਰ੍ਹਾਂ ਵਧੀਆ ਪਕਾਈ ਕਰਨੀ ਹੈ, ਕਿਉਂਕਿ ਆਪਣੇ ਆਮ ਤੌਰ ਤੇ ਪ੍ਰਚਲਿਤ ਹੈ ਵੀ ਮੋਟੇ ਤਵੇ ਦੀ ਰੋਟੀ ਵਧੀਆ। ਜਿੰਨਾ ਪਤਲਾ ਹੋਊਗਾ, ਇਹਦੀ ਹੀਟ ਟ੍ਰਾਂਸਫਰ ਕਰੈਕਟਰਿਸਟਿਕਸ ਕਰਕੇ ਜਿਸ ਪੋਰਸ਼ਨ 'ਚ ਬਾਲਣ ਦੇ ਨੀਚੇ ਆ ਗਿਆ ਉੱਥੇ ਵੱਧ ਸੇਕਾ ਲੱਗ ਜਾਂਦਾ, ਜਿਹੜਾ ਪੋਰਸ਼ਨ ਤੇ ਬਾਲਣ ਅੱਗੇ ਡਾਇਰੈਕਟ ਨਹੀਂ ਆਇਆ ਉੱਥੇ ਸੇਕਾ ਘੱਟ ਲੱਗਦਾ। ਤੋ ਅਨਈਵਨ ਰਾਈਪਨਿੰਗ ਨਾ ਹੋਵੇ, ਮੋਟੇ ਤਲੇ ਵਾਲਾ ਅਗਰ ਆਪਣੇ ਕੋਲ ਕੜਾਹਾ ਹੋਊਗਾ ਤਾਂ ਹੀਟਿੰਗ ਯੂਨੀਫਾਰਮ ਹੋ ਜਾਂਦੀ ਹੈ ਤੇ ਗੁੜ ਦੇ ਕਿਤੇ ਪੋਰਸ਼ਨ 'ਚ ਸੜਨ ਦੇ ਚਾਂਸ ਘੱਟ ਬਣਦੇ। ਤੋ ਪਹਿਲੀ ਪੱਤ ਕੋਈ 2 ਘੰਟੇ ਦੇ ਵਿੱਚ ਤਿਆਰ ਹੋ ਜਾਂਦੀ ਹੈ, ਰਸ ਸੰਘਣਾ ਹੋ ਜਾਂਦਾ ਹੈ।
ਇਹਦਾ ਮਾਪਦੰਡ ਵੀ ਸਾਇੰਟੀਫਿਕ ਹੈ। ਤੁਹਾਨੂੰ ਅੰਦਾਜ਼ਾ ਹੈਗਾ ਬੁਲਬੁਲੇ ਉੱਠਦੇ ਨੇ ਸਾਈਡ ਤੇ, ਚਿੱਟੇ ਰੰਗ ਦੀ ਝੱਗ ਬਣਦੀ ਹੈ, ਉੱਥੋਂ ਅੰਦਾਜ਼ਾ ਲਾਉਂਦੇ ਹੋ। ਪਰ ਸਾਇੰਟੀਫਿਕਲੀ ਵੀ ਅਸੀਂ ਦੇਖ ਸਕਦੇ ਹਾਂ ਜਦੋਂ ਰਸ ਦਾ ਟੈਂਪਰੇਚਰ 114 ਡਿਗਰੀ ਦੇ ਆਸ-ਪਾਸ ਆ ਗਿਆ ਤਾਂ ਸਮਝੋ ਪੱਤ ਪੱਕ ਚੁੱਕੀ ਹੈ, ਉਹਦੀਆਂ ਪੂਰੀ ਤਰ੍ਹਾਂ ਤਿਆਰ ਹੈ ਗੁੜ ਦੇ ਵਿੱਚ ਫਾਰਮੇਸ਼ਨ ਕਰਨ ਦੇ ਲਈ। ਤੋ ਜਦੋਂ ਪੱਤ ਪੱਕ ਗਈ ਫਿਰ ਆਪਾਂ ਇਹਨੂੰ ਚੱਕ ਕੇ ਚੱਕ ਦੇ ਵਿੱਚ ਪਾ ਲੈਣਾ। ਲੱਕੜ ਦਾ ਫਰੇਮ ਹੈ, ਉਹਦੇ ਵਿੱਚ ਰੱਖ ਲੈਣਾ, ਗੁੜ ਨੂੰ ਟ੍ਰਾਂਸਫਰ ਕਰ ਦੇਣਾ। ਇਹ ਸਾਰੀਆਂ ਤੁਹਾਡੀਆਂ ਹੀ ਫੋਟੋਆਂ ਵਸ਼ਿਸ਼ ਸਾਹਿਬ ਤੁਹਾਡੀ ਤੋਂ ਲਈਆਂ ਹੋਈਆਂ ਨੇ, ਤੁਹਾਡੇ ਬੰਦੇ ਆ ਲੱਗੇ ਹੋਏ। ਤੇ ਇਸ ਤੋਂ ਬਾਅਦ ਇਹਦੀਆਂ ਫਿਰ ਇਹਨੂੰ ਆਪਾਂ ਹੌਲੀ ਹੌਲੀ ਮੰਨਣਾ, ਜਿਵੇਂ ਗੰਡ ਮਾਰਨਾ ਕਹਿੰਦੇ, ਹੌਲੀ ਹੌਲੀ ਮਿਕਸ ਕਰਾਂਗੇ, ਹੌਲੀ ਹੌਲੀ ਠੰਡਾ ਕਰਾਂਗੇ ਤਾਂ ਕਣ ਪੈਦੇ ਹੋ ਹੀ ਜਾਣਗੇ। ਸੋ ਜਦੋਂ ਕਣ ਪੂਰੀ ਤਰ੍ਹਾਂ ਠੰਡਾ ਹੋ ਜਾਂਦਾ ਭੇਲੀ ਬਣਾਉਣ ਜੋਗਾ, ਉਸ ਟਾਈਮ ਫਿਰ ਆਪਾਂ ਇਹ ਗੁੜ ਦੀਆਂ ਭੇਲੀਆਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ। ਇਹ ਫੋਟੋਆਂ ਘੁਗਿਆਲ ਦੀਆਂ ਤੁਸੀਂ ਦੇਖ ਰਹੇ ਹੋ। ਤੇ ਆਹ ਇੱਕ ਫਰਨਸ ਹੈ ਜਿਹੜੇ ਇਸ ਤੋਂ ਮਾਡਰਨ ਕਰਨਾ ਹੋਵੇ, ਕਿਉਂਕਿ ਅੱਜ ਕੱਲ੍ਹ ਸਾਰੇ ਕੈਪੈਸਿਟੀ ਦੀ ਗੱਲ ਕਰਦੇ ਆ। ਆਪਾਂ 3 ਪੈਨ ਵਾਲੀ ਫਰਨਸ ਜਿਹੜੀ ਤੁਹਾਨੂੰ ਫੋਟੋ 'ਚ ਨਜ਼ਰ ਆ ਰਹੀ ਆ ਅੱਗੇ, ਆਹ ਉਹਦਾ ਡਿਜ਼ਾਈਨ ਨਜ਼ਰ ਆ ਰਿਹਾ। 21 ਫੁੱਟ ਬਾਏ 7 ਫੁੱਟ ਦੇ ਏਰੀਏ 'ਚ ਫਰਨਸ ਬਣਦੀ ਹੈ। 1 ਕੜਾਹਾ, 2 ਕੜਾਹਾ ਤੇ ਤੀਜੇ ਨੰਬਰ ਤੇ ਚੈਨਲ 1 2 ਤੇ 3। ਇਹ ਵਧੀਆ ਫਰਨਸ ਹੈ। ਸੇਮ 3 ਗੁਣਾ ਸਾਡੀ ਕਪੈਸਿਟੀ ਵਧ ਜਾਂਦੀ ਹੈ ਸੇਮ ਪਲਾਂਟ ਤੋਂ, ਅਗਰ ਆਪਾਂ 3 ਕੜਾਹੇ ਵਾਲੀ ਫਰਨਸ ਲਗਾ ਲੈਂਦੇ। ਤੋ ਹੋਰ ਇਹਦੇ 'ਚ ਇੰਪੋਰਟੈਂਟ ਚੀਜ਼ ਹੈ, ਫਰਨਸ 'ਚ ਸਾਡਾ ਬਲਦਾ ਬਾਲਣ, ਜਿਹੜਾ ਬਗਾਸ ਬਣਦਾ ਹੈ। ਅਗਰ ਇਹਦਾ ਮੋਇਸਚਰ ਕੰਟੈਂਟ 45 ਤੋਂ 50% ਤੱਕ ਆ ਜਾਵੇ ਤਾਂ ਇਹਦੀ ਕੰਪੋਜੀਸ਼ਨ ਕਾਟਨ ਦੀਆਂ, ਨਰਮੇ ਦੀ ਸਟਿਕ ਵਰਗੀਆਂ, ਛੱਟੀ ਦੀ ਸਟਿਕਸ ਵਰਗੀਆਂ ਜਾਂ ਲੱਕੜ ਦੇ ਬਰਾਬਰ ਬਣ ਜਾਂਦੀ ਹੈ। ਇਹਦੀ ਹੀਟ ਵੈਲਿਊ, ਗ੍ਰੋਸ ਕਲੋਰੀਫਿਕ ਵੈਲਿਊ ਲੱਕੜ ਦੇ ਬਰਾਬਰ ਆ ਜਾਂਦੀ ਹੈ। ਆ ਦੇਖੋ ਕਲੋਰੀਫਿਕ ਵੈਲਿਊ ਵੁੱਡ ਦੀ 42 ਤੋਂ 50 ਹੈ ਤੇ ਨੈਟ ਕਲੋਰੀਫਿਕ ਵੈਲਿਊ ਬਗਾਸ ਜਿਹਦਾ ਮੋਇਸਚਰ 45 ਤੋਂ 50% ਉਹਦੀ ਵੀ ਉਨੀ ਹੋਈ ਹੈ। ਬਟ ਇੱਕ ਚੀਜ਼ ਦਾ ਖਿਆਲ ਰੱਖੋ, ਕੰਪਲੀਟ ਕੰਬਸਸ਼ਨ ਹੋਣ ਲਈ 1 ਕਿਲੋ ਬਗਾਸ ਨੂੰ ਬਾਲਣ ਲਈ 5 ਕਿਲੋ ਹਵਾ ਦੀ ਲੋੜ ਪਏਗੀ। ਸੋ ਜਿੰਨਾ ਬਗਾਸ ਹੈ ਉਸ ਤੋਂ 5 ਗੁਣਾ ਜ਼ਿਆਦਾ ਆਕਸੀਜਨ ਚਾਹੀਦੀ ਹੈ ਤਾਂ ਕੰਪਲੀਟ ਕੰਬਸਸ਼ਨ ਹੋਊਗੀ, ਤਾਂ ਧੂਆਂ ਚਿੱਟੇ ਰੰਗ ਦਾ ਨਿਕਲੂਗਾ, ਪੋਲਿਊਸ਼ਨ ਨਹੀਂ ਕਰੇਗਾ। ਨਹੀਂ ਤਾਂ ਕਾਲੇ ਰੰਗ ਦਾ ਧੂਆਂ ਜਿਹੜਾ ਪੋਲਿਊਸ਼ਨ ਕਰੇਗਾ। ਤਾਂ ਉਸ ਚੀਜ਼ ਦਾ ਖਿਆਲ ਰੱਖਣਾ। ਇਸ ਦੀ ਹਵਾ ਦਾ ਸਰਕੂਲਰ ਵਧਾਉਣ ਦੇ ਲਈ ਹੈ ਕਿ ਚਿਮਨੀ ਦੀ ਹਾਈਟ ਪੰਜਾਬ ਨੇ ਤਾਂ ਚੰਨੋ ਵਾਲੀ ਸੜਕ ਤੇ ਜਦੋਂ ਆਪਾਂ ਮੋਹਾਲੀ ਵੱਲ ਜਾਂਦੇ ਹਾਂ ਉੱਥੇ ਪੋਲਿਊਸ਼ਨ ਬੋਰਡ ਨੇ ਕਹਿ ਦਿੱਤਾ ਕਿ ਚਿਮਨੀ ਦੀ ਹਾਈਟ 10 ਮੀਟਰ ਕਰ ਦਿਓ, ਯਾਨੀ ਕਿ 30 ਫੁੱਟ, ਆਪਾਂ 10 ਫੁੱਟ ਰੱਖਦੇ ਹਾਂ ਅੱਗੇ। ਇੰਨਾ ਕਰਨ ਦੇ ਨਾਲ ਹਵਾ ਦਾ ਡਰਾਫਟ ਬਣ ਜਾਂਦਾ ਤੇ ਪੂਰੀ ਤੇਜ਼ੀ ਨਾਲ ਹਵਾ ਜਾਏਗੀ, ਨਹੀਂ ਤਾਂ ਫਿਰ ਆਪਾਂ ਨੂੰ ਪੱਖੇ ਲਗਾਉਣੇ ਪੈਣਗੇ ਹਵਾ ਮਾਰਨ ਲਈ। ਤੋ ਉਸ ਚੀਜ਼ ਦਾ ਆਪਾਂ ਖਿਆਲ ਰੱਖਣਾ। ਤੋ ਆਹ ਦੇਖੋ 3 ਪੈਨ ਵਾਲੀ 'ਚ ਜਦੋਂ ਗੰਢ ਮਾਰ ਕੇ ਗੁੜ ਬਣ ਰਿਹਾ ਹੈਗਾ। ਇਹ ਲਖਨਊ ਦੀਆਂ ਫੋਟੋਆਂ ਸੀ ਜਦੋਂ ਮਾਸਟਰ ਜੀ ਉਹਨਾਂ ਨਾਲ ਹੀ ਗਏ ਸੀਗੇ, ਇਕੱਠੇ ਮਿਲ ਕੇ ਗਏ ਸੀਗੇ ਉਸ ਟਾਈਮ। ਉਸ ਤੋਂ ਬਾਅਦ ਫਿਰ ਆਹ ਦੇਖੋ ਇੱਕ ਫਰੇਮ ਆ ਗਿਆ ਗੁੜ ਦਾ, ਚਾਕੀਆਂ ਬਣਾਉਣ ਵਾਲਾ ਫਰੇਮ। ਇਹ ਫਰੇਮ ਦੇ ਵਿੱਚ 1 ਇੰਚ ਬਾਏ ਇੰਚ ਦਾ ਟੁਕੜੀਆਂ ਬਣਦੀਆਂ ਨੇ, 20 ਗ੍ਰਾਮ ਦੀ ਬਣ ਜਾਂਦੀ ਹੈ। 19 ਬਾਏ 20 ਸਟੇਨਲੈਸ ਸਟੀਲ ਦਾ ਫਰੇਮ ਬਣਿਆ ਹੋਇਆ ਹੈਗਾ। ਤਾਂ ਉਹਦੇ ਵਿੱਚ ਸਾਨੂੰ 20 ਗ੍ਰਾਮ ਦੀ ਇੱਕ ਚਾਕੀ ਬਣ ਜਾਂਦੀ ਹੈ। ਇਹ ਦੇਖੋ ਵੀ ਜਿਵੇਂ ਗੁੜ ਨੂੰ ਕੱਢਣਾ ਆਪਾਂ, ਜਦੋਂ ਚੱਕ 'ਚ ਤਿਆਰ ਹੋਇਆ ਗੁੜ ਹੈ, ਇਹ ਕੰਮ ਬੜਾ ਤੇਜ਼ੀ ਨਾਲ ਕਰਨਾ ਹੁੰਦਾ, ਥੋੜਾ ਹੀ ਟਾਈਮ ਹੁੰਦਾ। ਜਦੋਂ ਗੁੜ ਠੰਡਾ ਹੋ ਰਿਹਾ ਹੁੰਦਾ ਉਸ ਟਾਈਮ ਤੇ ਆ ਫਰਮੇ ਨੂੰ ਆਪਾਂ ਪਲੇਟਫਾਰਮ ਤੇ ਰੱਖ ਕੇ ਉਹਦੇ ਉੱਪਰ ਗੁੜ ਦਾ ਪਾ ਰਹੇ ਹਾਂ। ਤੇ ਜਿਵੇਂ ਸੁਹਾਗਾ ਫੇਰਨਾ, ਏਦਾਂ ਫਟਾਫਟ ਕੰਮ ਕਰਨਾ ਪੈਂਦਾ ਭਾਈ। ਇੱਥੇ ਬੰਦੇ 2-3 ਲੱਗ ਜਾਂਦੇ ਆ, ਇਹ ਕੰਮ 'ਚ ਬਹੁਤ ਜ਼ਿਆਦਾ ਲੇਬਰ ਲੱਗ ਜਾਂਦੀ ਹੈ ਤੇ ਮੌਕੇ ਤੇ ਕਰਨਾ ਪੈਂਦਾ। ਤੇ ਇਸ ਤਰ੍ਹਾਂ ਫਿਰ ਸਾਡੀ ਬਰਫੀ ਦੀ ਟੁਕੜੀਆਂ ਬਣ ਜਾਂਦੀਆਂ। 2-4 ਮਿੰਟ ਠੰਡਾ ਹੋਣ ਤੇ ਆਪਾਂ ਕੱਲੀ ਕੱਲੀ ਪੱਤੀ ਨੂੰ ਕੱਢੀ ਜਾਣਾ ਤੇ ਚਾਕੀਆਂ ਸਾਡੀਆਂ ਤਿਆਰ ਹੋ ਜਾਣੀਆਂ। ਤਾਂ ਸਾਨੂੰ ਪਹਿਲਾਂ ਇਹ ਫਰੇਮ ਲਖਨਊ ਤੋਂ ਫੈਪਰੋ 'ਚ ਆਇਆ, ਉਸ ਤੋਂ ਬਾਅਦ ਹੁਣ ਸਾਰੇ ਪੰਜਾਬ 'ਚ ਫੈਲੇ ਆ। ਫਿਰ ਇੱਕ ਸਾਡਾ ਲੋਕਲ ਇੰਜੀਨੀਅਰ ਤਿਆਰ ਕੀਤਾ, ਹੁਣ ਕਈ ਤਰ੍ਹਾਂ ਦੇ ਕਈ ਸ਼ੇਪ ਦੇ ਫਰਮੇ ਬਣਾ ਰਹੇ ਆ, ਜਿਹਦੇ 'ਚ 8 ਗ੍ਰਾਮ ਤੋਂ ਲੈ ਕੇ ਜਿਹੜੀ ਕਿ ਸਾਡੀ ਚਾਕਲੇਟ ਹੈਗੀ ਆ ਉਸ ਸਾਈਜ਼ ਦੀ ਟੌਫੀ ਤੋਂ ਲੈ ਕੇ 20-25 ਗ੍ਰਾਮ ਦੀ ਟੁਕੜੀਆਂ ਤੱਕ ਅਸੀਂ ਬਣਾ ਰਹੇ ਹਾਂ। ਤੋ ਸਾਡੀ ਕੋਸ਼ਿਸ਼ ਹੈ ਹਰ ਬੰਦੇ ਦੀ ਜੇਬ 'ਚ ਇੱਕ ਟੌਫੀ ਗੁੜ ਦੀ 24 ਘੰਟੇ ਰਵੇ। ਆ ਵੀ ਸਾਡੀਆਂ ਹੁਸ਼ਿਆਰਪੁਰ ਫੈਪਰੋ ਤੋਂ ਬੜੀਆਂ ਫੋਟੋਆਂ, ਜਦੋਂ ਅਸੀਂ ਗੁੜ ਚੂਪੇ ਨੂੰਆਂ ਸ਼ੇਪ 'ਚ ਵੀ ਬਣਾਇਆ। ਇੱਥੇ ਹੁਸ਼ਿਆਰਪੁਰ 'ਚ ਆ ਕੇ ਤੁਹਾਡੀ ਸੁਸਾਇਟੀ 'ਚ ਕਈ ਤਰ੍ਹਾਂ ਦੇ ਬਣਾਏ, ਰੁਚੀ ਕਰ ਤਾਂ ਕਿ ਬੱਚਿਆਂ ਨੂੰ ਵਧੀਆ ਲੱਗੇ। ਇਹ ਸਾਰੀਆਂ ਹੁਸ਼ਿਆਰਪੁਰ ਦੀਆਂ ਇੱਥੋਂ ਕਾਨੇ ਚੱਕ ਕੇ ਹੀ ਇੱਥੇ ਲਈਆਂ ਸੀ ਮਾਸਟਰ ਜੀ ਦੇ ਫਾਰਮ ਤੋਂ। ਅਸੀਂ ਇਹ ਸ਼ੇਪ ਦੇ ਬਣਾਏ ਸੀਗੇ, ਹਾਰਟ ਸ਼ੇਪ ਦਾ ਗੁੜ।
ਤੋ ਆਹ ਤੁਹਾਡੇ ਏਰੀਆ ਦੀਆਂ ਫੋਟੋਆਂ ਡਿਫਰੈਂਟ ਸ਼ੇਪ ਦੇ ਅਸੀਂ ਗੁੜ ਬਣਾਏ। ਤੋ ਆਹ ਸਾਡਾ ਫਰੇਮ ਹੁਣ ਸਟੇਨਲੈਸ ਸਟੀਲ ਦਾ ਹੋ ਗਿਆ, ਤੁਸੀਂ ਦੇਖ ਸਕਦੇ ਹੋ। ਤੋ ਉਸ ਤੋਂ ਬਾਅਦ ਜਦੋਂ ਸਾਡੀਆਂ ਚਾਕੀਆਂ ਤਿਆਰ ਹੋ ਗਈਆਂ, ਸਟੋਰੇਜ ਦੇ ਦੌਰਾਨ ਵੱਡਾ ਨੁਕਸਾਨ ਗੁੜ ਦਾ ਮੋਇਸਚਰ ਜ਼ਿਆਦਾ ਹੋਣ ਕਰਕੇ ਹੋ ਜਾਂਦਾ ਹੈ। ਤਿਆਰ ਗੁੜ ਦਾ ਮੋਇਸਚਰ ਕੋਈ 13 ਤੋਂ 15% ਹੁੰਦਾ ਹੈ। ਮੌਕੇ ਤੇ ਅਜਿਹਾ ਗੁੜ ਵੇਚ ਲਓ, ਕੋਈ ਗੱਲ ਨਹੀਂ, ਵਧੀਆ। ਪਰ ਜਿਹੜਾ ਗੁੜ ਸਟੋਰ ਕਰਨਾ ਉਹਦਾ ਸਟੈਂਡਰਡ ਮੋਇਸਚਰ ਕੰਟੈਂਟ 5 ਤੋਂ 7% ਚਾਹੀਦਾ ਹੈ। ਤੋ ਉਹ ਕੰਮ ਕਰਨ ਲਈ ਫਿਰ ਸਾਨੂੰ ਗੁੜ ਨੂੰ ਸੁਕਾਉਣਾ ਪਏਗਾ। ਤੋ ਸੁਕਾਉਣ ਲਈ ਅੱਜ ਕੱਲ੍ਹ ਖੁਸ਼ਕ ਮੌਸਮ ਹੈ, ਸੋਲਰ ਦਾ ਇੱਕ ਕੈਬਨਿਟ ਛੋਟਾ ਜਿਹਾ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ। ਤੋ ਇਹਦੇ 'ਚ ਗੁੜ ਰੱਖੀ ਜਾਓ, 2-3 ਘੰਟਿਆਂ 'ਚ ਸੁੱਕ ਜਾਂਦਾ, ਫਿਰ ਉਹਨੂੰ ਚੱਕ ਕੇ ਆਪਾਂ ਪੈਕ ਕਰਕੇ ਛਾਂ 'ਚ ਲੈ ਜਾਈਏ। ਸੋ ਜਿਹੜੇ ਗੁੜ ਨੂੰ ਅਸੀਂ ਲੰਬੇ ਟਾਈਮ ਤੱਕ ਸਟੋਰ ਕਰਨਾ ਹੈਗਾ, ਉਹਦਾ ਮੋਇਸਚਰ 5 ਤੋਂ 7% ਕਰਨਾ ਹੈ। ਹੁਣ ਮੋਇਸਚਰ ਮੇਜਰ ਕਿਵੇਂ ਕਰੀਏ, ਇਹ ਬੜਾ ਇੱਕ ਵੱਡਾ ਕੁਐਸਚਨ ਹੈ। ਕਿਵੇਂ ਪਤਾ ਲੱਗੇ ਸਾਡੇ ਗੁੜ ਦਾ ਕੀ ਮੋਇਸਚਰ ਹੈ? ਤੋ ਉਹਦੇ ਲਈ ਕਈ ਤਰ੍ਹਾਂ ਦੇ ਮੋਇਸਚਰ ਮੀਟਰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਕਾਮਯਾਬੀ ਨਹੀਂ ਮਿਲੀ। ਅਸੀਂ ਅੰਬਾਲਾ ਦੀ ਕਈ ਫਰਮਾਂ ਨਾਲ ਮਿਲੇ ਸੀਗੇ, ਪਰ ਕਾਮਯਾਬੀ ਨਹੀਂ ਮਿਲ ਪਾਈ। ਤੋ ਫਿਰ ਅਸੀਂ ਤਰੀਕਾ ਅਪਣਾਇਆ ਵੀ ਸਾਡੇ ਸਾਰਿਆਂ ਦੇ ਘਰਾਂ 'ਚ ਮਾਈਕ੍ਰੋਵੇਵ ਹੈਗੇ ਆ। ਤੋ ਮਾਈਕ੍ਰੋਵੇਵ ਦੀ ਵਰਤੋਂ ਕਰਦੇ ਹੋਏ ਅਸੀਂ ਇੱਕ ਗੁੜ ਦਾ ਮੋਇਸਚਰ ਮੇਜਰ ਕਰ ਸਕਦੇ ਹਾਂ। ਇੱਕ ਸਾਡੇ ਕੋਲ ਵੇਇੰਗ ਸਕੇਲ ਹੋਵੇ, ਇੱਕ ਸਾਡੇ ਕੋਲ ਮਾਈਕ੍ਰੋਵੇਵ ਹੋਵੇ। 5 ਗ੍ਰਾਮ ਨੂੰ ਗੁੜ ਨੂੰ ਕੱਟ ਕੇ ਕੰਚ ਦੀ ਬਰਤਨ 'ਚ ਪਾ ਕੇ ਮਾਈਕ੍ਰੋਵੇਵ 'ਚ ਰੱਖ ਦਿੰਦੇ ਹਾਂ। 2 ਮਿੰਟ ਮਾਈਕ੍ਰੋਵੇਵ ਕਰਨ ਤੋਂ ਬਾਅਦ ਉਹਨੂੰ ਕੱਢੋ, ਗੁੜ ਦਾ ਦੁਆਰਤੀ ਵੇਟ ਲੈ ਲਓ। ਇਹ 5 ਗ੍ਰਾਮ ਦੀ ਗੱਲ ਕਰ ਰਹੇ ਹਾਂ ਤਾਂ ਬੜਾ ਟੈਕਨੀਕਲ ਹੈ, ਥੋੜਾ ਜਿਹਾ ਚੰਗੀ ਸਕੇਲ ਚਾਹੀਦੀ ਹੈ, ਤਾਂ ਉਹਦੀ ਥੋੜੀ ਟ੍ਰੇਨਿੰਗ ਕਰਨੀ ਪਏਗੀ। ਜੇ 5 ਗ੍ਰਾਮ ਗੁੜ ਦਾ ਵਜਨ ਘੱਟ ਕੇ 4.95 ਹੋ ਗਿਆ, ਇਹਦਾ ਮਤਲਬ ਤੁਹਾਡੇ ਗੁੜ 'ਚ 10% ਮੋਇਸਚਰ ਸੀਗਾ। ਤੋ ਇਸ ਤਰ੍ਹਾਂ ਦੇ ਫਾਰਮੂਲੇ ਨਾਲ ਅਸੀਂ ਮਤਲਬ ਇੱਕ ਇਹ ਤਰੀਕਾ ਅਸੀਂ ਕੈਲੀਬ੍ਰੇਸ਼ਨ ਕਰ ਰਹੇ ਹਾਂ ਤਾਂ ਕਿ ਆਸਾਨੀ ਨਾਲ ਮੋਇਸਚਰ ਮੇਜਰ ਕਰ ਲਈਏ। ਗੁੜ ਬਣਨ ਤੋਂ ਬਾਅਦ ਉਹਦੀ ਮੈਂ ਤੁਹਾਨੂੰ ਨੀਚੇ ਲਿਖਿਆ ਹੋਇਆ 800 ਮਿਲੀਅਨ ਰੁਪਇਆ, ਮਿਲੀਅਨ ਮੈਨੇ 10 ਲੱਖ, 10 ਲੱਖ ਗੁਣਾ 800, ਇੰਨੇ ਪੈਸੇ ਦਾ ਗੁੜ ਹਰ ਸਾਲ ਖਰਾਬ ਹੋ ਜਾਂਦਾ ਹੈ ਬਰਸਾਤਾਂ ਤੋਂ ਬਾਅਦ ਸਟੋਰੇਜ ਦੇ ਦੌਰਾਨ। ਤੋ ਉਹ ਬਚਾਉਣ ਦੇ ਲਈ ਇਹਦਾ ਮੋਇਸਚਰ ਮੇਜਰ ਕਰਨਾ ਤੇ ਉਹਦੇ ਮੁਕਾਬਲੇ ਇਹਨੂੰ ਗੁੜ ਨੂੰ ਖੁਸ਼ਕ ਕਰਨਾ ਬਹੁਤ ਜ਼ਰੂਰੀ ਹੈ। ਤੋ ਫਿਰ ਪੈਕਿੰਗ ਦੀ ਗੱਲ ਆ ਜਾਂਦੀ, ਬਈ ਚੱਜੀ ਵਧੀਆ ਪੈਕਿੰਗ ਕਰੋ। ਉਸ ਤਰ੍ਹਾਂ ਦੀ ਪੈਕਿੰਗ ਪਲਾਸਟਿਕ ਦੀ ਕਰ ਲਓ ਤਾਂ ਕਿ ਮੋਇਸਚਰ ਲਾਸ ਗੁੜ ਦੇ ਵਿੱਚ ਬਾਹਰੋਂ ਨਮੀ ਅੰਦਰ ਨਾ ਜਾ ਸਕੇ। ਸੋ ਸੁੱਕੇ ਹੋਏ ਗੁੜ ਨੂੰ ਸਟੇਜੀ ਪੈਕਿੰਗ ਕਰ ਲਓ। ਅਸੀਂ ਇਸ ਸਾਲ ਇੱਕ ਛੋਟੀ ਜਿਹੀ ਪੈਕਿੰਗ ਮਸ਼ੀਨ ਡਿਵੈਲਪ ਕੀਤੀ ਹੈ, ਜਿਹੜਾ 1 ਕਿਲੋ ਦੀ ਪੈਕਿੰਗ ਕਰ ਲੈਂਦੀ ਹੈ, ਹਵਾ ਰਹਿਤ ਵੈਕਿਊਮ ਪੈਕੇਜਿੰਗ। ਉਹ ਤੇ ਟਰਾਇਲ ਹੀ ਚੱਲ ਰਹੀ, ਅਗਲੇ ਸਾਲ ਤੱਕ ਟਰਾਇਲ ਕੰਪਲੀਟ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ। ਕਿਉਂਕਿ ਵੈਕਿਊਮ ਪੈਕਿੰਗ ਮਸ਼ੀਨਾਂ ਜਿਹੜੀਆਂ ਨੇ ਇਸ ਟਾਈਮ ਮਾਰਕੀਟ 'ਚ 70 ਲੱਖ ਤੋਂ ਲੈ ਕੇ 1.25 ਲੱਖ ਤੱਕ ਆ ਰਹੀ ਹੈ। ਤੋ ਇਹ ਸਾਡੇ ਲਈ ਮਹਿੰਗੀ ਸੀ ਲੱਗੀ ਸਾਨੂੰ। ਕੋਸ਼ਿਸ਼ ਕਰ ਰਹੇ ਹਾਂ ਕੋਈ 20,000 ਦੇ ਵਿੱਚ ਹੀ ਸਾਡੇ ਕੋਲ ਮਸ਼ੀਨ ਤਿਆਰ ਹੋ ਜਾਵੇ, ਤੋ ਵਰਸੇਟਾਈਲ ਵੀ ਹੋਵੇ, ਕਿਲੋ ਤੋਂ ਲੈ ਕੇ ਜਿਹੜਾ ਮਰਜ਼ੀ ਪ੍ਰੋਡਕਟ ਉਹ 'ਚ ਪੈਕ ਕਰ ਲਈਏ। ਤੋ ਉਸ ਤਰ੍ਹਾਂ ਦਾ ਇੱਕ ਸਾਡੇ ਕੋਲ ਪ੍ਰੋਟੋਟਾਈਪ ਤਿਆਰ ਹੈ। ਟ੍ਰੇਨਿੰਗ ਕਰਨ ਤੋਂ ਬਾਅਦ ਟੈਸਟਿੰਗ ਤੋਂ ਅਗਲੇ ਸਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੋ ਇੱਕ ਛੋਟੇ ਔਜ਼ਾਰ, ਜੇ ਗੁੜ ਦਾ ਨਵਾਂ ਪਲਾਂਟ ਲਾਉਣਾ ਤਾਂ ਕੀ ਚਾਹੀਦਾ, 13 ਇਕਵਿਪਮੈਂਟ ਤੁਹਾਡੇ ਸਾਹਮਣੇ ਲਿਸਟ ਹੈਗੀ ਆ। ਇਹ ਆਪਾਂ ਚੀਜ਼ਾਂ ਕੋਲ ਰੱਖਣੀਆਂ ਨੇ, ਆਪਣੇ ਕੋਲ ਗੁੜ ਬਣਾਉਣ ਦਾ ਨਵਾਂ ਕਾਰਖਾਨਾ ਲਗਾਉਣਾ ਹੈ। ਆਹ ਕੁਛ ਸਾਡੇ ਸਿੱਖਿਆਰਥੀ ਨੇ ਜਿਹੜੇ ਆਪਣੇ ਪੱਧਰ ਤੇ ਗੁੜ ਦੀਆਂ ਚਾਕੀਆਂ ਬਣਾ ਰਹੇ ਨੇ। ਬਰਗਾੜੀ ਗੁੜ ਬੜਾ ਪਾਪੂਲਰ ਹੋਇਆ, ਬਰਗਾੜੀ ਪਿੰਡ ਦੇ ਵਿੱਚ ਨੇ ਸਰਦਾਰ ਸਾਹਿਬ, ਇਹਨਾਂ ਦੇ ਬਜ਼ੁਰਗਾਂ ਨੇ ਕੰਮ ਸ਼ੁਰੂ ਕੀਤਾ ਸੀ। ਹਾਲਾਂਕਿ ਇਹਨਾਂ ਦਾ ਏਰੀਆ 'ਚ ਗੰਨੇ ਦੀ ਕੁਆਲਿਟੀ ਅੱਛੀ ਨਹੀਂ ਆ, ਲੂਣਾ ਹੈਗਾ, ਪਰ ਜਿੰਨਾ ਗੰਨੇ ਪੋਰਸ਼ਨ 'ਚ ਨਹਿਰੀ ਪਾਣੀ ਲੱਗਦਾ ਬਰਗਾੜੀ ਵਾਲਿਆਂ ਨੂੰ, ਉੱਥੇ ਠੀਕ ਗੁੜ ਮਿਲ ਜਾਂਦਾ। ਅਦਰਵਾਈਜ਼ ਸਾਰਾ ਵਧੀਆ ਗੁੜ ਤਾਂ ਭੋਗਪੁਰ ਤੋਂ ਲੈ ਕੇ ਹੁਸ਼ਿਆਰਪੁਰ ਇਸ ਬੈਲਟ 'ਚ ਹੀ ਹੈ ਜਾਂ ਗੁਰਦਾਸਪੁਰ ਹੈ। ਆਹ ਇੱਕ ਜਿਹੜਾ ਮੈਂ ਤੁਹਾਨੂੰ ਬੇਨਤੀ ਕੀਤੀ, purejaggery.com ਅੰਮ੍ਰਿਤਸਰ ਦਾ ਵਪਾਰੀ ਪ੍ਰੋਸੈਸਰ ਜਿਹਨੇ ਆਪਣਾ ਵੈਬਸਾਈਟ ਵੀ ਬਣਾਇਆ ਹੋਇਆ ਹੈਗਾ। ਇਹਦੀ ਪੈਕਿੰਗ ਅਸੀਂ ਤਿਆਰ ਕੀਤੀ। ਹਾਣੀ ਗਰੁੱਪ ਹੈ ਤੁਹਾਡੀ ਤਰ੍ਹਾਂ ਹੈਗਾ, ਫੈਪਰੋ ਦੀ ਤਰ੍ਹਾਂ। ਇਹਨਾਂ ਨੇ ਇਟਲੀ 'ਚ ਕੰਟੇਨਰ ਪਿਛਲੀ ਵਾਰ 2 ਭੇਜੇ ਸੀ ਗੁੜ 'ਚ, ਤੇਲੰਗਾਨਾ ਵੀ ਗੁੜ ਭੇਜਿਆ। ਇਸ ਸਾਲ ਤਿਆਰੀ ਕਰ ਰਹੇ ਅਮਰੀਕਾ ਭੇਜਣ ਦੀ। ਸੋ ਇਹਨਾਂ ਨੇ ਅੱਛੀਆਂ ਸੁਚੱਜੀ ਪੈਕਿੰਗ ਕੀਤੀ ਹੋਈ ਆ। ਤੇ ਗੁੜ ਦਾ ਪਲਾਂਟ ਜਿਹੜਾ ਹੈਗਾ 100 ਦਿਨ ਕੰਮ ਕਰਨਾ ਚਾਹੀਦਾ ਹੈਗਾ। ਕੋਈ 100 ਟਨ ਗੁੜ ਦਾ 206 ਮਹੀਨੇ ਕੰਮ ਕਰਕੇ 100 ਟਨ ਦੀ ਗੁੜ ਦੀ ਪ੍ਰੋਡਕਸ਼ਨ ਆਪਾਂ ਕਰ ਸਕਦੇ ਹਾਂ। 4 ਤੋਂ 5 ਬੰਦਿਆਂ ਨੂੰ ਰੋਜ਼ਗਾਰ ਕਰਕੇ ਪੂਰੇ ਸਾਲ ਜਿੰਨਾ ਅਸੀਂ ਚੰਗਾ ਮੁਨਾਫਾ ਲੈ ਸਕਦੇ ਹਾਂ। ਤੋ ਇੱਕ ਚੀਜ਼ ਦਾ ਹੋਰ ਖਿਆਲ ਕਰ ਲਓ ਕਿ ਜਿਹੜਾ ਗੁੜ ਦੇ ਗ੍ਰੇਡ ਹੁੰਦੇ, ਇਹ ਗ੍ਰੇਡ 1 ਗ੍ਰੇਡ 2। ਗ੍ਰੇਡ 1 ਗੁੜ ਉਹ ਹੈ ਜਿਸ 'ਚ ਸੁਕਰੋਸ 80%, ਮੋਇਸਚਰ 5%, ਸਲਫਰ ਡਾਈਆਕਸਾਈਡ 50 ਪਾਰਟਸ। ਕਿਉਂਕਿ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਸਲਫਰ ਜਿਹੜੀ ਹੈ ਇਹ ਸਾਹ ਦੀ ਸਮੱਸਿਆ ਕਰਦੀ ਹੈ।
ਜਿਹੜੇ ਆਪਣੇ ਸਾਥੀ ਨੇ ਮਨੀਕਰਨ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ ਹੋਵੇ ਤਾਂ ਉੱਥੇ ਸਲਫਰ ਦੇ ਚਸ਼ਮੇ ਆ, ਤਾਂ ਸਾਰੇ ਲੋਕੀ ਕਹਿੰਦੇ ਆ ਵੀ ਸਾਹ ਦਾ ਪੇਸ਼ੈਂਟ ਇੱਥੇ ਨਾ ਰੁਕੇ, ਰਾਤ ਬਿਲਕੁਲ ਨਾ ਕੱਟੇ, ਕਿਉਂਕਿ ਸਲਫਰ ਠੀਕ ਨਹੀਂ ਹੁੰਦੀ ਸਾਹ ਲਈ। ਤੋਂ ਇਸ ਕਰਕੇ ਆ ਲਾਲ ਚੀਜ਼ਾਂ ਦਾ ਬਹੁਤ ਖਿਆਲ ਰੱਖੋ। ਗੁੜ ਦੀ ਸਟੋਰੇਜ ਸਿੱਧੀ ਸੁਕਰੋਸ ਤੇ ਡਿਪੈਂਡ ਕਰਦੀ ਹੈ। 2 ਨੰਬਰ ਗ੍ਰੇਡ ਹੁੰਦਾ 70% ਸੁਕਰੋਸ। ਜਿਵੇਂ ਜਿਵੇਂ ਰਿਡਿਊਸਿੰਗ ਸ਼ੂਗਰ ਵਧੇਗੀ 10 ਤੋਂ 20 ਵੱਲ ਜਾਏਗੀ, ਗੁੜ ਕਾਲਾ ਹੈ ਮਤਲਬ। ਤੇ ਮੋਇਸਚਰ 7%, 50% ਸਲਫਰ ਡਾਈਆਕਸਾਈਡ ਦੀ ਲਿਮਟ ਹੈ। ਤੋਂ ਇੱਥੋਂ ਗੁੜ ਦੇ ਸਾਡੇ ਗ੍ਰੇਡ ਬਣਦੇ ਆ। ਤੋਂ ਬਾਕੀ ਗੁੜ ਚ ਬਣਾਉਣ ਲੱਗੇ ਕਿੱਥੇ ਕਿੱਥੇ ਨੁਕਸਾਨ ਹੁੰਦੇ ਆ। ਪਹਿਲਾ ਕੇਨ ਸਟੇਲਿੰਗ, ਵੀ ਬੇਹਾ ਅਗਰ ਗੁੜ ਗੰਨਾ ਕਰ ਲਾਂਗੇ ਸਾਡੇ ਫਾਰਮ ਤੇ ਪਿਆ ਰਹੂਗਾ। ਚਾਹੀਦਾ ਤਾਂ ਇਹ ਆਪਣੀ ਮੈਨੇਜਮੈਂਟ ਠੀਕ ਕਰ ਲਈਏ, ਫਾਰਮਰ ਨਾਲ ਲਿੰਕ ਹੋਵੇ, ਬੈਕਵਰਡ ਲਿੰਕੇਜ ਹੁਣ ਜਿਹੜੀ ਅੱਜ ਦੀ ਤੁੜਾਈ ਹੋ ਗਈ 24 ਘੰਟੇ ਚ ਪ੍ਰੋਸੈਸ ਹੋ ਜਾਵੇ। ਅਦਰਵਾਈਜ਼ 2% ਨੁਕਸਾਨ ਸਿੱਧੀ ਗੰਨੇ ਦਾ ਪੀੜਨ ਤੋਂ ਪਹਿਲਾਂ ਹੀ ਕਰ ਲਿਆ। ਫਿਰ ਜਿੱਥੇ ਰਸ ਦੀ ਪੜਾਈ ਕਰਦੇ ਆ 13 ਤੋਂ 20% ਤੱਕ ਦਾ ਰਸ ਨਹੀਂ ਕੱਢ ਪਾਉਂਦੇ, ਉਹ ਨੁਕਸਾਨ ਹੈ। ਤੋਂ ਕੁਲਾੜੇ ਦੇ ਵਿੱਚ ਵੀ ਨਵਾਂ ਤਰ੍ਹਾਂ ਦੇ ਇਕਵਿਪਮੈਂਟ ਲਿਆਉਣ ਦੀ ਲੋੜ ਹੈ, R&D ਦੀ ਲੋੜ ਹੈ, ਇਹ ਨੁਕਸਾਨ ਨੂੰ ਬਚਾਉਣਾ ਹੈ। ਫਿਰ ਗੁੜ ਦੀ ਜਦੋਂ ਸੰਘਣਾ ਕਰਦੇ ਆ 2 ਤੋਂ 3% ਦਾ ਲਾਸ ਹੈ, ਤੇ ਸਟੋਰੇਜ ਦੇ ਦੌਰਾਨ 7 ਤੋਂ 25% ਲਾਸ ਹੈ। ਇਹ ਸਿੱਧਾ ਮੋਇਸਚਰ ਨਾਲ ਲਿੰਕ ਹੈ, ਸਟੋਰੇਜ ਵਾਲਾ ਲਾਸ। ਸੋ ਆਹ 4 ਚੀਜ਼ਾਂ ਨੇ ਜਿੱਥੇ ਜਿੱਥੇ ਗੁੜ ਦਾ ਨੁਕਸਾਨ ਹੁੰਦਾ ਹੈਗਾ। ਇਹ ਸਾਰੀਆਂ ਚੀਜ਼ਾਂ ਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਪੈਂਦੀ ਹੈ। ਇੱਕ, ਜੇ ਹਾਰਵੈਸਟਿੰਗ ਠੀਕ ਨਹੀਂ ਕੀਤੀ, ਗੁੜ ਨੂੰ ਕਟਾਈ ਠੀਕ ਨਹੀਂ ਕੀਤੀ, ਜ਼ਮੀਨ ਤੋਂ 2-2, 3-3 ਇੰਚ ਛੱਡ ਕੇ ਕੱਟ ਲਿਆ, ਫਿਰ ਵੀ ਬਹੁਤ ਸਾਰਾ ਨੁਕਸਾਨ, ਕਿਉਂਕਿ ਮੈਕਸਿਮਮ ਮਿੱਠਾ ਉੱਥੇ ਹੁੰਦਾ। ਸੋ ਇਹ ਕੁਝ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ। ਸੋ ਬਾਕੀ ਹੁਣ ਤੁਹਾਡਾ ਕੋਈ ਸਵਾਲ ਹੋਵੇ, ਕੋਈ ਜੋ ਤੁਸੀਂ ਪੁੱਛਣਾ ਚਾਹੋ ਪ੍ਰੋਸੈਸਿੰਗ ਬਾਰੇ, ਕਿਉਂਕਿ ਅਸੀਂ ਇਸ ਵਾਰ ਗੁੜ ਦੀ ਸਟੋਰੇਜ ਦੇ ਉੱਪਰ ਕੰਮ ਕਰ ਰਹੇ ਹਾਂ। ਜਲਦੀ ਤੁਹਾਡੇ ਕੋਲ 6 ਟਨ ਤੋਂ ਲੈ ਕੇ 25 ਟਨ ਤੱਕ ਦਾ ਗੁੜ ਦਾ ਸਟੋਰੇਜ ਕਿੱਦਾਂ ਦਾ ਹੋਣਾ ਚਾਹੀਦਾ ਤੁਹਾਡੇ ਚ ਲੈ ਕੇ ਆਵਾਂਗੇ ਤੇ ਸ਼ੇਅਰ ਕਰਾਂਗੇ ਉਹਦੇ ਬਾਰੇ ਵੀ ਇਨਫੋਰਮੇਸ਼ਨ। ਤੋ ਸਾਹਿਬ ਜੀ ਤੁਸੀਂ ਮੇਰੇ ਨਾਲ ਜੁੜੇ ਰਹੇ, 65 ਬੰਦੇ ਮੇਰੇ ਨਾਲ ਸਾਥੀ ਮੇਰੇ ਨਾਲ ਮੇਰੀਆਂ ਗੱਲਾਂ ਸੁਣੀਆਂ ਨੇ, ਆਪਣਾ ਟਾਈਮ ਸਪੇਅਰ ਕੀਤਾ, ਵੈਲਿਊਏਬਲ ਟਾਈਮ ਚ ਸਮਾਂ ਕੱਢਿਆ ਹੈਗਾ। ਆਪਾਂ ਗੱਲਾਂ ਬਾਤਾਂ ਮੈਂ ਤੁਹਾਨੂੰ ਦੱਸ ਪਾਇਆ ਹੈਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਸਵਾਲ ਹੋਵੇ ਕਿਸੇ ਤਰ੍ਹਾਂ ਦਾ ਤਾਂ ਮਿਲ ਜੁਲ ਕੇ ਕੋਸ਼ਿਸ਼ ਕਰਦੇ ਹਾਂ ਕਿ ਮੈਂ ਤੁਹਾਨੂੰ ਜਵਾਬ ਦੇ ਪਾਵਾਂ। ਤੋ ਸਿਰ ਸਾਹਿਬ ਥੈਂਕ ਯੂ ਵੈਰੀ ਮਚ। ਧੰਨਵਾਦ ਜੀ ਬਹੁਤ ਬਹੁਤ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੇ ਆਪਾਂ ਅਗਾਂਹ ਵੀ ਚੱਲਦੇ ਰਹਾਂ ਕਿ ਸਾਡਾ ਮਿਸ਼ਨ ਹੀ ਆ ਪੰਜਾਬ ਦੇ ਵਿੱਚ ਵਿਗਿਆਨਕ ਲੀਹਾਂ ਤੇ ਆਪਣੇ ਗੁੜ ਸ਼ੱਕਰ ਦੀ ਪੈਦਾਵਾਰ, ਉਹਦੇ ਵਿੱਚ ਤੁਸੀਂ ਤੁਹਾਡਾ ਡਿਪਾਰਟਮੈਂਟ ਬਹੁਤ ਵਧੀਆ ਰੋਲ ਨਿਭਾ ਰਹੇ ਹੋ। ਹੁਣ ਮੈਂ ਬੇਨਤੀ ਕਰਨੀ ਆ ਕੁਲਦੀਪ ਸਿੰਘ ਜੀ। ਹਾਂਜੀ ਡਾਕਟਰ ਸਾਹਿਬ। ਹਾਂ ਹੁਣ ਆਪਾਂ ਬੇਨਤੀ ਕਰੀਏ। ਹਾਂਜੀ ਹਾਂ, ਇੱਕ ਤਾਂ ਡਾਕਟਰ ਸਾਹਿਬ ਦੀ ਸਕਰੀਨ ਆ ਜਿਹੜੀ, ਇਹ ਸਕਰੀਨ ਸ਼ੇਅਰ ਬੰਦ ਕਰਿਓ ਜੀ। ਹਾਂਜੀ, ਤੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੇ ਢੰਗ ਨਾਲ ਜਾਣਕਾਰੀ ਦਿੱਤੀ ਹੈ। ਨਾਲ ਦੀ ਨਾਲ ਫੇਸਬੁੱਕ ਤੇ ਵੀ ਇਹ ਲਾਈਵ ਚੱਲ ਰਿਹਾ, ਉੱਥੇ ਵੀ ਕਾਫੀ ਲੋਕ ਦੇਖ ਰਹੇ ਨੇ। ਤੇ ਉਸ ਤੋਂ ਬਾਅਦ ਵੀ ਸਾਰੀ ਰਿਕਾਰਡਿੰਗ ਫੇਸਬੁੱਕ ਤੇ ਹੀ ਪਈ ਆ, YouTube ਤੇ ਹੀ ਪੈ ਜਾਵੇਗੀ, ਤੇ ਉੱਥੋਂ ਬਾਅਦ ਦੇ ਵਿੱਚ ਵੀ ਜਿਹੜੇ ਸਾਰੇ ਲੋਕ ਆ ਉਹ ਲਾਹਾ ਲੈ ਸਕਣਗੇ। ਫੇਸਬੁੱਕ ਤੇ ਤਾਂ ਅੱਜ ਦੀ ਰਿਕਾਰਡਿੰਗ ਨਾਲ ਚੱਲ ਰਹੀ ਹੈ, ਉੱਤੇ ਪਾਈ ਗਈ ਆ। ਸੋ ਮਿਹਰਬਾਨੀ ਹੈ। ਇੱਕ ਮੈਂ ਬੇਨਤੀ ਕਰਨਾ, ਲਿੰਕ ਸ਼ੇਅਰ ਕਰ ਲਓ, ਕਿਉਂਕਿ ਬਹੁਤ ਸਾਰੇ ਸਿੱਖਿਆਰਥੀ ਹੁਣ ਵੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਮੈਨੂੰ ਫੋਨ ਆ ਰਹੇ ਸੀ ਵੀ ਸਾਨੂੰ ਵੀ ਟ੍ਰੇਨਿੰਗਾਂ ਦਿਓ। ਹਾਂਜੀ ਸਰ, ਮੈਂ ਤੁਹਾਨੂੰ ਲਿੰਕ ਭੇਜ ਦੂੰਗਾ ਜੀ, ਗਰੁੱਪਾਂ 'ਚ ਪਾ ਦਿੱਤੇ ਆ, ਮੈਂ ਤੁਹਾਨੂੰ ਵੀ ਭੇਜ ਦਿਆਂਗਾ ਜੀ। ਠੀਕ ਹੈ ਜੀ, ਤਾਂ ਕਿ ਸਾਰਿਆਂ ਲਈ ਠੀਕ ਰਹੇ। ਹਾਂਜੀ, ਸੋ ਧੰਨਵਾਦ ਡਾਕਟਰ ਸਾਹਿਬ। ਮੈਂ ਨਾ ਸਾਰਿਆਂ ਨੂੰ ਪਰਮਿਸ਼ਨ ਦੇਣ ਲੱਗਿਆਗਾ। ਪਹਿਲਾਂ ਮੈਂ ਬੇਨਤੀ ਕਰਦਾ, ਤੁਸੀਂ ਕੋਈ ਗੰਨੇ ਬਾਰੇ ਡਾਕਟਰ ਸਾਹਿਬ ਵਿਸ਼ਿਸ਼ਟ ਦੀ ਗੱਲ ਕਰਦੇ ਆ, ਸਕਰੀਨ ਸ਼ੇਅਰ ਕਰਦੇ ਆ, ਫੋਟੋ ਜਿਹੜੀ ਤੁਸੀਂ ਕਹਿੰਦੇ ਸੀ ਗੰਨੇ ਵਾਲੀ, ਪਹਿਲਾਂ ਹੀ ਗੱਲ ਦਿਖਾ ਦਿਓ ਜੋ ਫੋਟੋਆਂ ਦਿਖਾ ਦਿਓ ਜੋ ਹੈਗੀਆਂ ਤਾਂ। ਹਾਂਜੀ ਹਾਂਜੀ ਹਾਂ ਲਓ ਜੀ, ਇਹ ਦੇਖੋ ਜੀ ਵੀ ਗੰਨੇ ਦੇ ਵਿੱਚੋਂ ਹੀ ਸਾਰੇ ਗੰਨਾ ਮੇਨ ਫਸਲ ਤੇ ਬਾਕੀ ਵਿੱਚ ਫਸਲਾਂ ਲਾਈਆਂ ਹੋਈਆਂ। ਗੰਨਾ ਉਹਦੇ ਵਿੱਚੋਂ ਤਕਰੀਬਨ 400 ਕੁਇੰਟਲ ਨਿਕਲਿਆ ਹੁੰਦਾ, ਤੇ ਅੱਗੇ ਅਲੱਗ-ਅਲੱਗ ਸੈਗਮੈਂਟੇਸ਼ਨ ਕੀਤੀ ਹੋਈ ਆ। ਕੁਲਦੀਪ ਸਿੰਘ ਅੱਜ ਦੇ ਬਾਰੇ ਆਪਾਂ ਕਰਨਾ ਨਾ ਮੁੱਖ ਤੌਰ ਦੇ ਉੱਤੇ। ਹਾਂਜੀ ਉਹੀ ਕਰਨਾ, ਉਹੀ ਕਰ ਲੱਭ ਰਿਹਾ ਸੀਗਾ। ਇਹ ਅੱਜ ਦਾ ਇਹ ਆਹ ਜਿਹੜਾ ਕੰਮ ਹੈਗਾ ਇਹ ਪੈਦਾਵਾਰ ਦੇ ਬਾਰੇ ਹੈ। ਮੈਂ ਵਿਸ਼ੇਸ਼ ਤੌਰ ਤੇ ਵੀਰਾਂ ਨੂੰ ਬੇਨਤੀ ਕਰਨੀ ਆ ਕਿ ਆਪਾਂ ਡਾਕਟਰ ਸਾਹਿਬ ਦੀ ਹਾਜ਼ਰੀ ਦਾ ਲਾਹਾ ਉਠਾ ਲਈਏ। ਜਿਹੜੇ ਤੁਹਾਡੇ ਪ੍ਰੋਸੈਸਿੰਗ ਬਾਰੇ ਸਵਾਲ ਹੈਗੇ ਆ ਇਹ ਜ਼ਰੂਰ ਆਪਾਂ ਖੁੱਲ ਕੇ ਸ਼ੇਅਰ ਕਰ ਲਈਏ। ਡਾਕਟਰ ਸਾਹਿਬ ਤੁਸੀਂ ਅਨਮਿਊਟ ਕਰਿਓ ਆਪਣੇ ਆਪ ਨੂੰ ਡਾਕਟਰ ਚੰਗਲਾਲ ਜੀ, ਹੁਣ ਆਪਸ਼ਨ ਦੇ ਦਿੱਤੀ ਆ ਮੈਂ। ਜਿਹੜੇ ਵੀ ਜਸਵਿੰਦਰ ਸਿੰਘ ਜੀ ਨੇ ਸਵਾਲ ਇੱਕ ਬੇਨਤੀ ਹੈ ਸਾਰੇ ਵੀਰਾਂ ਨੂੰ ਵੀ ਵਾਰੀ ਵਾਰੀ ਹੈ ਨਾ, ਗੁੱਡ ਈਵਨਿੰਗ ਸਰ, ਸਾਰੇ ਅਨਮਿਊਟ ਨਾ ਕਰੋ, ਵਾਰੀ ਵਾਰੀ ਗੱਲ ਕਰੀ ਜਾਇਓ। ਹਾਂਜੀ ਜਸਵਿੰਦਰ ਸਿੰਘ, ਬੇਨਤੀ ਇਹੀ ਕਰਨੀ ਸੀ ਡਾਕਟਰ ਸਾਹਿਬ ਦੀ ਹਾਜ਼ਰੀ ਦਾ ਆਪਾਂ ਲਾਹਾ ਲੈ ਲਈਏ। ਵੱਧ ਤੋਂ ਵੱਧ ਸਵਾਲ, ਵੱਧ ਤੋਂ ਵੱਧ ਪ੍ਰੋਸੈਸਿੰਗ ਬਾਰੇ ਆਪਣੀ ਕਲੈਰੀਫਿਕੇਸ਼ਨ ਲੈ ਲਈਏ।
ਹਾਂਜੀ ਸੁਰਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ ਤੁਹਾਡੀ ਆਵਾਜ਼, ਜਸਵਿੰਦਰ ਸਿੰਘ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ, ਤੁਸੀਂ ਉਸ ਥਾਂ ਤੇ ਆਓ ਜਿੱਥੇ ਆਵਾਜ਼ ਆਵੇ। ਅੱਛਾ ਜੀ, ਅੱਛਾ ਬਿਲਕੁਲ ਨਹੀਂ ਪਤਾ ਲੱਗਿਆ ਜੀ ਕੀ ਕਿਹਾ। ਹਾਂਜੀ ਹਾਂਜੀ, ਹੁਣ ਆ ਰਹੀ ਆਵਾਜ਼ ਜੀ? ਹਾਂਜੀ ਹੁਣ ਆ ਰਹੀ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਔਰ ਬਹੁਤ ਵਧੀਆ ਜਾਣਕਾਰੀ ਮਿਲੀ। ਮੇਰੀ ਡਾਕਟਰ ਸਾਹਿਬ ਨੂੰ ਬੇਨਤੀ ਇਹ ਸੀ ਵੀ ਇੱਕ ਜਿਹੜਾ ਨਵਾਂ ਯੂਨਿਟ ਲਾਉਣਾ ਆ ਉਹਦੇ ਤੇ ਕਿੰਨਾ ਖਰਚਾ ਜਿਹੜਾ ਪੈਂਦਾ, ਪੂਰੀ ਨਵੀਂ ਯੂਨਿਟ ਇੱਕ ਲਾਉਣੀ ਹੈ। ਆਪਣੇ ਮਿੱਤਰ ਸੁੱਚਾ ਸਿੰਘ ਜੀ ਨੇ ਅੱਜ ਕੱਲ੍ਹ ਉੱਥੇ ਬਿਜੀ ਨੇ, ਲਗਾਤਾਰ ਧਰਨੇ ਦੇ ਵਿੱਚ ਡਿਊਟੀ ਲਾਈ ਸਾਂਭੀ ਹੋਈ ਉਹਨਾਂ ਨੇ, ਤੇ ਉਹਨਾਂ ਨੇ ਇੱਕ ਨਵਾਂ ਯੂਨਿਟ ਲਾਉਣਾ। ਉਹ ਡਾਕਟਰ ਸਾਹਿਬ ਮੈਨੂੰ ਜਾਣਕਾਰੀ ਦੇਣ ਵੀ ਇਹ ਕਿੰਨਾ ਕੁ ਖਰਚੇ ਦਾ ਹੈਗਾ। ਸਾਰਾ ਹੀ ਨਵਾਂ ਲਾਉਣਾ, ਕੋਲੂ ਤੇ ਕੜਾਏ ਸਾਰਾ ਕੁਛ, ਪੂਰਾ ਸਮਾਨ ਸੈੱਟ ਪੂਰਾ। ਸਾਡੀ ਵੈਸੇ ਤਾਂ ਇਹ ਕਪੈਸਿਟੀ ਦੇ ਮੁਤਾਬਕ ਹੁੰਦਾ, ਤੇ ਪਿਛਲੇ ਸਾਲਾਂ ਤੋਂ ਕੁਝ ਪੰਜਾਬ 'ਚ ਕਿਉਂਕਿ ਇਹਦਾ ਕੰਮ ਫੈਲਿਆ ਹੋਇਆ ਹੈ, ਜਿਹੜੇ ਇੱਕ ਵਾਰੀ ਕੰਮ ਸ਼ੁਰੂ ਕਰ ਦਿੰਦੇ ਉਹਨਾਂ ਨੂੰ ਫਿਰ ਆਪਣੀ ਕਪੈਸਿਟੀਆਂ ਛੋਟੀਆਂ ਲੱਗਣ ਲੱਗ ਜਾਂਦੀਆਂ, ਕੰਮ ਵੱਧ ਜਾਂਦਾ ਹੈਗਾ। ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਸਾਡੇ ਨਵਾਂ ਸ਼ਹਿਰ 'ਚ ਸਰਦਾਰ ਚਰਨਜੀਤ ਸਿੰਘ ਝੱਜ ਸਾਹਿਬ, ਉਹਨਾਂ ਨੇ ਪਲਾਂਟ ਲਾਇਆ ਸੀ 1 ਟਨ 10 ਕੁਇੰਟਲ ਪ੍ਰਤੀ ਆਵਰ ਕ੍ਰਸ਼ਿੰਗ ਦਾ। 1 ਟਨ ਗੰਨੇ ਨੂੰ ਘੰਟੇ 'ਚ ਕ੍ਰਸ਼ ਕਰਨ ਦਾ 8 ਘੰਟੇ ਚਲਾਉਂਦੇ ਸੀ, ਤੇ ਹੁਣ 24 ਘੰਟੇ ਚਲਾ ਰਹੇ ਆ। ਕਹਿੰਦੇ ਵੀ ਮੇਰੇ ਕੋਲ ਟਾਈਮ ਨਹੀਂ ਹੈ, ਕਿਉਂਕਿ ਪਹਿਲੀ ਪੱਤ ਆਉਣ 'ਚ 2 ਘੰਟੇ ਲੱਗ ਜਾਂਦੇ, ਬਾਅਦ 'ਚੋਂ ਫਿਰ ਇੱਕ ਵਾਰੀ ਸ਼ੁਰੂ ਹੋ ਜਾਂਦਾ ਪੌਣਾ ਘੰਟੇ 'ਚ ਆ ਜਾਂਦੀ ਹੈ। ਸੋ ਇਸ ਸਮੇਂ ਲੋਕਾਂ 'ਚ ਕਰੇਜ਼ ਹੈ, ਅਪਰਚੁਨਿਟੀ ਹੈ, ਉਹਦਾ ਆਪਾਂ ਫਾਇਦਾ ਉਠਾਈਏ। ਤੋ ਜਿੱਥੇ ਤੱਕ ਤੁਹਾਡੀ ਗੱਲ ਹੈ ਵੀ ਜੇ 10 ਕੁਇੰਟਲ ਪ੍ਰਤੀ ਘੰਟੇ ਸਮਰੱਥਾ ਵਾਲਾ ਪਲਾਂਟ ਲਗਾਉਣਾ ਹੈਗਾ, ਤਾਂ ਕਈ ਥਾਂ ਤੋਂ ਬੰਦ। ਜੇ ਆਪਾਂ ਸਟੇਨਲੈਸ ਸਟੀਲ ਦੀ ਵਰਤੋਂ ਕਰਦੇ ਹਾਂ, ਫੂਡ ਸੇਫਟੀ ਸਟੈਂਡਰਡ ਨੂੰ ਵੀ ਮੀਟ ਕਰਦੇ ਹਾਂ, ਤੇ ਥੋੜਾ ਆਪਣੇ ਆਪ ਨੂੰ ਮਾਡਰਨ, ਅਗਾਂਹ ਵਧੂ, ਪ੍ਰਗਤੀਸ਼ੀਲ ਵੀ ਰਹਿੰਦੇ ਆ, ਤਾਂ 8.5 ਤੋਂ 10 ਲੱਖ ਦੇ ਵਿੱਚ ਇਹ ਪਲਾਂਟ ਲੱਗਦਾ ਹੈਗਾ, ਜਿਸ 'ਚ ਕਾਫੀ ਸਾਰੀ ਸਟੋਰੇਜ ਦੇ ਵਿੱਚ 4 ਚੈਨਲ ਬਣ ਜਾਂਦੇ ਨੇ। ਸਟੋਰੇਜ, ਰਸ ਦੀ ਸਟੋਰੇਜ ਦੇ ਵੀ ਸਟੇਨਲੈਸ ਸਟੀਲ ਵਾਲੇ ਪੰਪ ਵੀ ਲੱਗਦੇ ਨੇ, ਕ੍ਰਸ਼ਰ ਪੈ ਵੀ ਬਣਦਾ ਹੈਗਾ, ਤੇ ਫਰਨੈਸ ਵੀ ਬਣਦੀ ਚੰਗੀ ਸੁਚੱਜੀ, ਜਿਹੜੀ 3 ਕੜਾਹਿਆਂ ਵਾਲੀ। 4 ਤਰ੍ਹਾਂ ਦੇ ਸਾਡੇ ਕੋਲ ਫਰਮੇ ਆ ਜਾਂਦੇ ਸਟੇਨਲੈਸ ਸਟੀਲ ਦੇ। ਤੋ ਇਹ ਚੀਜ਼ਾਂ ਦਾ 8.5 ਤੋਂ ਲੈ ਕੇ 10 ਲੱਖ ਤੱਕ। ਲੇਕਿਨ ਜੇ ਆਪਣੇ ਕਈ ਵਾਰੀ ਸੈਕਿੰਡ ਵੀ ਮਿਲ ਜਾਂਦੇ ਹੈਗੇ, ਜਦੋਂ ਨਵਾਂ ਕੰਮ ਸ਼ੁਰੂ ਕਰਨਾ, ਆਪਾਂ ਸਟਾਰਟ ਕਰਨ ਲੱਗੇ ਨਹੀਂ ਪਤਾ ਹੈਗਾ, ਤਾਂ ਮੈਂ ਲੋਕਾਂ ਨੂੰ 2.5 ਲੱਖ ਤੋਂ ਕੰਮ ਕਰਦੇ ਵੀ ਦੇਖਿਆ ਹੈਗਾ, ਜਿੱਥੇ ਆਪਾਂ ਲੇਬਰ ਤੇ ਮਸ਼ੀਨਰੀ ਦੇ ਵਿੱਚ ਤਾਲਮੇਲ ਕਰ ਲੈਂਦੇ ਵੀ ਕਈ ਕੰਮ ਚਲੋ ਲੇਬਰ ਦੇ ਤੌਰ ਤੇ ਹੀ ਕਰ ਲਾਂਗੇ, ਮਸ਼ੀਨਾਂ ਘੱਟ ਲਗਾ ਲਾਂਗੇ। ਲੇਕਿਨ ਜੇ ਮਾਡਰਨ ਅਪਕਮਿੰਗ ਪ੍ਰਗਤੀਸ਼ੀਲ ਨੂੰ ਦੇਖਦੇ ਹੋਏ, ਆਉਣ ਵਾਲੇ ਸਮੇਂ ਨੂੰ ਦੇਖਦੇ ਲਗਾਉਂਦੇ ਆ, ਤਾਂ 8.5 ਲੱਖ ਦਾ ਪਲਾਂਟ ਹੈ, ਸਿਵਲ ਦਾ ਖਰਚਾ ਛੱਡ ਕੇ। ਜੀ ਡਾਕਟਰ ਸਾਹਿਬ, ਠੀਕ ਹੈ ਡਾਕਟਰ ਸਾਹਿਬ, ਧੰਨਵਾਦ ਬਹੁਤ ਬਹੁਤ। ਥੈਂਕ ਯੂ। ਹਾਂਜੀ ਪਰਮਜੀਤ ਸਿੰਘ ਜੀ, ਘੱਲ ਕਲਾਂ ਅਨਮਿਊਟ ਕਰ ਲਓ ਜੀ ਤੁਸੀਂ। ਹਾਂਜੀ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਸੀ। ਇੱਕ ਤੁਸੀਂ ਸ਼ੱਕਰ ਥੋੜਾ ਜਿਹਾ ਜਾਣਕਾਰੀ ਦਿਓ, ਤੇ ਇੱਕ ਆਪਣਾ ਨੰਬਰ ਸ਼ੇਅਰ ਕਰੋ ਜੀ ਇਹਨਾਂ ਦੇ ਵਿੱਚ, ਆਪਣਾ ਚੈਟ ਦੇ ਵਿੱਚ। ਸਰ ਜਿਹੜੀ ਸ਼ੱਕਰ ਦੀ ਗੱਲ ਹੈ, ਸਾਰੇ ਸਟੈਪ ਉਹੀ ਹੈ ਜਿੱਥੇ ਰਾਹ 'ਚ ਆਪਾਂ ਸੰਘਣਾ ਕਰ ਰਹੇ ਹਾਂ ਗੁੜ ਨੂੰ। ਇਹ ਐਕਚੁਅਲੀ ਮੇਰੀ ਪ੍ਰੈਜੈਂਟੇਸ਼ਨ ਥੋੜੀ ਪੁਰਾਣੀ ਆ, ਮੇਰੇ ਕੋਲ ਜਿਹੜੀ ਲੇਟੈਸਟ ਹੈ ਨਾ, ਉਹ 'ਚ ਅਸੀਂ ਸਾਰੇ ਔਜ਼ਾਰ, ਜਿਹਦਾ ਥਰਮਲ ਸੈਂਸਰ, ਟੈਂਪਰੇਚਰ ਸੈਂਸਰ, ਜਿਹਦੇ ਨਾਲ ਕੋਵਿਡ ਦੇ ਟਾਈਮ ਤੇ ਸਾਰੇ ਲੋਕਾਂ ਦਾ ਬੋਡੀ ਦਾ ਟੈਂਪਰੇਚਰ ਆਪਾਂ ਨਾਪਦੇ ਰਹੇ ਹਾਂ, ਉਹੀ ਸੈਂਸਰ ਦੇ ਨਾਲ ਸੰਘਣੇ ਹੋਏ ਗੁੜ ਤੇ ਆਪਾਂ ਮਾਰਾਂਗੇ ਨਾ ਉਹਦਾ ਲਾਈਟ, ਜਦੋਂ ਇਹ ਟੈਂਪਰੇਚਰ 120-21 ਦੇ ਕਰੀਬ ਆ ਗਿਆ, ਉਹ ਫਿਰ ਸੰਘਣੇ ਹੋਏ ਰਸ ਦਾ ਗੁੜ ਨਹੀਂ ਬਣੇਗਾ, ਸ਼ੱਕਰ ਹੀ ਬਣੇਗੀ ਆਪਣੇ ਆਪ ਨੈਚੁਰਲ ਵੇ ਨਾਲ। ਤੋ ਉਹ ਚੀਜ਼ ਦਾ ਖਿਆਲ ਰੱਖਿਓ, ਟੈਂਪਰੇਚਰ ਦੀ ਖੇਲ ਹੈ। ਔਰ ਇਹ 114 ਤੋਂ 121 ਟੈਂਪਰੇਚਰ ਆਂਦੇ ਕੋਈ 5 ਮਿੰਟ ਹੀ ਲੱਗਦੇ ਆ, ਬੜੀ ਤੇਜ਼ੀ ਨਾਲ ਫਿਰ ਕੰਮ ਵੱਧਦਾ ਹੈ। 100 ਡਿਗਰੀ ਤੱਕ ਔਖਾ ਹੁੰਦਾ ਟੈਂਪਰੇਚਰ ਜਾਣਾ, ਜਿੰਨੀ ਦੇਰ ਤੱਕ ਪਾਣੀ ਨਹੀਂ ਉੜ ਜਾਂਦਾ ਸੰਘਣਾ ਰਸ ਹੋ ਜਾਂਦਾ। ਜਿੰਨੀ ਦੇਰ ਤੱਕ ਪਾਣੀ ਕਾਫੀ ਹੈ ਰਸ ਦੇ ਵਿੱਚ, ਤਦ ਤੱਕ ਟੈਂਪਰੇਚਰ 100 ਨਹੀਂ ਹੁੰਦਾ। ਜਦੋਂ ਰਸ ਸੰਘਣਾ ਹੋਣਾ ਸ਼ੁਰੂ ਹੋ ਗਿਆ, ਪਾਣੀ ਕਾਫੀ ਨਿਕਲ ਗਿਆ, ਫਿਰ ਤਾਪਮਾਨ ਹੌਲੀ ਹੌਲੀ 100 ਤੋਂ ਉੱਪਰ ਜਾਂਦਾ। ਸੋ 113-14 ਤੇ ਗੁੜ ਬਣੇਗਾ ਰਸ ਤੇ। ਜਦੋਂ ਰਸ ਦਾ ਤਾਪਮਾਨ 121 ਦੇ 120-21 ਹੋ ਗਿਆ, ਉਸ ਟਾਈਮ ਜਦੋਂ ਪੱਤ ਚੱਕਾਂਗੇ ਆਪਾਂ, ਉਸ ਨੂੰ ਮਲਾਂਗੇ, ਠੰਡਾ ਕਰਕੇ ਮਲਾਂਗੇ, ਉਸ ਟਾਈਮ ਤੇ ਫਿਰ ਸਾਡੀ ਸ਼ੱਕਰ ਬਣ ਜਾਏਗੀ। ਤੇ ਬਾਕੀ ਮੇਰੇ ਇਸ ਬਾਰੇ ਵਿੱਚ ਸਾਡੇ ਕੋਲ ਯੂਨੀਵਰਸਿਟੀ 'ਚ ਪੰਜਾਬੀ ਦੇ ਵਿੱਚ ਲਿਟਰੇਚਰ ਹੈ, ਉਹਦੀ ਮੈਂ ਕੱਲ ਤੁਹਾਨੂੰ ਜਾ ਕੇ ਵਸ਼ਿਸ਼ਟ ਸਾਹਿਬ ਨਾਲ ਉਹਦਾ ਇੱਕ ਕਾਪੀ ਦੀ ਫੋਟੋ ਸ਼ੇਅਰ ਕਰ ਦੂੰਗਾ। ਉਹ ਵੀ ਆਪਾਂ ਜਾਂ ਫੈਪਰੋ ਗਰੁੱਪ ਦਾ ਮੈਂ ਮੈਂਬਰ, ਉਹ 'ਚ ਮੈਂ ਸ਼ੇਅਰ ਕਰ ਦੂੰਗਾ ਕੱਲ, ਤੋਂ ਸਾਰੇ ਲਿਟਰੇਚਰ ਨੂੰ ਪੜ੍ਹ ਲੈਣ। ਉਹ 'ਚ ਜੋ ਮੈਂ ਗੱਲ ਕੀਤੀ ਉਹੀ ਚੀਜ਼ਾਂ ਦੱਸੀਆਂ ਹੋਈਆਂ ਨੇ, ਉਹ ਸਾਰਿਆਂ ਨੂੰ ਇਹਦੇ ਬਾਰੇ, ਔਜ਼ਾਰਾਂ ਬਾਰੇ, ਟੈਂਪਰੇਚਰ ਬਾਰੇ ਜਾਣਕਾਰੀ ਸਾਨੂੰ ਸਾਰੀ ਮਿਲ ਜਾਏਗੀ। ਤੇ
ਇਹੀ ਸੀ ਮੇਰਾ ਨੰਬਰ ਵੀ ਉਹਦੇ ਤੇ ਲਿਖਿਆ ਹੋਇਆ ਜੀ। ਵੈਸੇ ਨੰਬਰ ਮੈਂ ਸ਼ੇਅਰ ਕਰ ਵੀ ਦਿੰਦਾ, ਮਾਸਟਰ ਸਾਹਿਬ ਉਹਨਾਂ ਕੋਲ ਵੀ ਹੈਗਾ, ਪਰ ਉਹਦੇ ਤੇ ਵੀ ਪੂਰੀ ਤਰ੍ਹਾਂ ਸਾਡੇ ਮਹਿਕਮੇ ਦਾ, ਖੇਤੀਬਾੜੀ ਯੂਨੀਵਰਸਿਟੀ ਦਾ ਤੇ ਮੇਰਾ ਵੀ ਪਰਸਨਲ ਨੰਬਰ ਉੱਤੇ ਲਿਖਿਆ ਹੋਇਆ। ਮੈਂ ਵੈਸੇ ਬੋਲ ਦਿੰਦਾ, ਮੇਰਾ ਨੰਬਰ ਹੈ 94 786 40 539। ਸੈਪਰੋ ਗਰੁੱਪ ਦੇ ਸ਼ੇਅਰ ਕਰ ਦਿਓ ਡਾਕਟਰ ਸਾਹਿਬ ਲਿਟਰੇਚਰ। हाँ मैं शेयर करूंगा, सारा लिटरेचर शेयर कर दूंगा सर। बड़ी मेहरबानी। और कोई सवाल? ਹਾਂਜੀ, ਹੋਰ ਕਿਸੇ ਵੀਰ ਦਾ ਸਵਾਲ? ਨੰਬਰ ਰਿਪੀਟ ਕਰ ਦਿਓ ਇੱਕ ਵਾਰੀ ਜੀ ਫਿਰ। 94। हेलो गुड इवनिंग डॉक्टर साहब। हाँ जी सर मैं एक बार नंबर रिपीट करता हूँ। 94 786 ओके 94 786 40 40 539। 539। हाँ जी सर, जगजीत सिंह जी। ਹੈਲੋ ਸਰ, ਮੇਰਾ ਨਾ ਸਵਾਲ ਸੀ, ਮੈਂ ਜਗਜੀਤ ਗੱਲ ਕਰ ਰਿਹਾ ਮੋਹਾਲੀ ਤੋਂ। ਤੇ ਐਕਚੁਅਲੀ ਅਸੀਂ ਨਾ ਇੱਥੇ ਹਾਂਜੀ ਦੁੱਧ ਦਾ ਕੰਮ ਆ ਸਾਡਾ ਇੱਥੇ ਦਾ, ਲੇਕਿਨ ਮੇਰੇ ਫਰੈਂਡ ਨੇ ਅੰਮ੍ਰਿਤਸਰ ਦੇ ਵਿੱਚ ਸਟਾਰਟ ਕੀਤਾ ਪ੍ਰੋਜੈਕਟ ਗੁੜ ਦਾ ਹੀ, ਉਹਨਾਂ ਨੇ ਨਵਾਂ ਲਾਇਆ ਹੋਇਆ। ਤੇ ਐਟ ਅ ਟਾਈਮ ਕੋਈ ਨੌਲੇਜ ਤਾਂ ਉਹਨਾਂ ਨੂੰ ਹੈ ਨਹੀਂ, ਲੇਕਿਨ ਸਾਡੇ ਨਾ ਗੁੜ ਜਿਹੜਾ ਉਹ ਸਹੀ ਨਹੀਂ ਬਣ ਰਿਹਾ। ਇੱਕ ਤਾਂ ਮੈਨੂੰ ਨੰਬਰ ਤਾਂ ਮਿਲ ਹੀ ਗਿਆ, ਇੱਕ ਤੁਸੀਂ ਦੱਸੋ ਵੀ ਗੁੜ ਜਿਹੜਾ ਲੋਕ ਜਿਹੜਾ ਸ਼ਹਿਰ ਮੋਹਾਲੀ 'ਚ ਪਸੰਦ ਕਰਦੇ ਆ ਵੀ ਕਣ ਜ਼ਿਆਦਾ ਹੋਵੇ ਗੁੜ ਦੇ ਵਿੱਚ, ਵੀ ਜ਼ਬਾਨ ਤੇ ਰੱਖੀਏ ਖੁਰਜੇ, ਕੀ ਉਹਦੇ ਵਿੱਚ ਅਸੀਂ ਕਰੀਏ ਵੀ ਕੁਝ ਐਸਾ ਜਿਹਾ, ਜਿੱਦਾਂ ਮੈਂ ਹੁਣ ਅੱਜ ਸਮਝਿਆ ਵੀ ਪੀਐਚ ਵੈਲਿਊ ਹੋਣੀ ਚਾਹੀਦੀ ਆ, ਜਾਂ ਤੁਸੀਂ ਥੋੜਾ ਬਰੀਫਲੀ ਦੱਸੋ ਵੀ ਤੁਹਾਨੂੰ ਕਸਟਮਰ ਨੂੰ ਪਤਾ ਲੱਗ ਸਕੇ ਵੀ ਐਗਜ਼ੈਕਟਲੀ ਇਹ ਜਿਹੜੀ ਚੀਜ਼ ਆ ਮਿਲੇ ਕਸਟਮਰ ਨੂੰ ਵੀ। ਸਰ ਦੋਨੇ ਚੀਜ਼ਾਂ, ਇੱਕ ਇਹਦੇ 'ਚ ਟੈਕਨੀਕ ਹੈ, ਇੱਕ ਹੈਗਾ ਆਰਟ। ਪਹਿਲਾਂ ਪਕਾਵੇ ਤਾਂ ਇਹ ਕਾਫੀ ਐਕਸਪੀਰੀਅੰਸ ਹੈ, ਪਰ ਹੁਣ ਸਾਡੇ ਕੋਲ ਔਜ਼ਾਰ ਨੇ, ਅਸੀਂ ਗਿਣਤੀ ਮਿੰਤੀ ਕਰ ਲਾਂਗੇ ਤਾਂ ਸਾਨੂੰ ਇਹ ਸਟੈਂਡਰਡਾਈਜ਼ ਹੋ ਜਾਏਗਾ। ਤੁਹਾਨੂੰ ਮੈਂ ਕਣ ਕਿਵੇਂ ਬਣਾਈਏ ਤੁਹਾਨੂੰ ਦੱਸ ਦਿੰਦਾ। ਤੁਸੀਂ ਤੁਹਾਡੇ ਕੋਲ ਚੀਨੀ ਕਾਣੀ ਕਣ ਹੈ, ਇਹਨੂੰ ਪਾਣੀ 'ਚ ਘੋਲੋ, 1 ਚਮਚ ਪਾਣੀ 'ਚ ਆਰਾਮ ਨਾਲ ਘੁਲ ਜੂ। ਫਿਰ ਇਹਨੂੰ ਘੋਲੀ ਜਾਓ ਜਿੰਨੀ ਦੇਰ ਤੱਕ ਪਾਣੀ 'ਚ ਘੁਲਣੀ ਬੰਦ ਨਹੀਂ ਹੁੰਦੀ। ਪਾਣੀ ਸੈਚੂਰੇਟ ਹੋ ਗਿਆ ਮਿੱਠੇ ਨਾਲ, ਉਸ ਸਮੇਂ ਤੇ ਹੋਰ ਚੀਨੀ ਘੋਲਣੀ ਪੈ ਜਾਵੇ ਤਾਂ ਸਾਨੂੰ ਇਹਦਾ ਟੈਂਪਰੇਚਰ ਵਧਾਉਣਾ ਪਊਗਾ, ਬਰਤਨ ਨੂੰ ਅੱਗ ਤੇ ਰੱਖਣਾ ਪਊਗਾ। ਫਿਰ ਸੰਘਣੇ ਤੋਂ ਸੰਘਣੇ ਪਾਣੀ ਦੇ ਵਿੱਚ ਵੀ ਚੀਨੀ ਹੋਰ ਘੁਲ ਜੂਗੀ। ਹੁਣ ਇਸੇ ਕੰਮ ਨੂੰ ਆਪਾਂ ਉਲਟ ਕਰੀਏ। ਪਹਿਲਾਂ ਅਸੀਂ ਰਸ ਨੂੰ ਕਾਫੀ ਸੰਘਣਾ ਕਰ ਲਿਆ, ਸੁਪਰ ਕੰਸਨਟਰੇਟ ਕਰ ਲਿਆ, ਸੁਪਰ ਸੈਚੂਰੇਟ ਕਰ ਲਿਆ। ਉਸ ਤੋਂ ਬਾਅਦ ਹੌਲੀ ਹੌਲੀ ਇਹਨੂੰ ਠੰਡਾ ਕਰਨ ਲੱਗ ਜਾਈਏ। ਜਿਵੇਂ ਹੌਲੀ ਹੌਲੀ ਠੰਡਾ ਕਰਦੇ ਰਵਾਂਗੇ ਤਾਂ ਕਣ ਬਣਨੇ ਸ਼ੁਰੂ ਹੋ ਜਾਣਗੇ। ਤੋ ਜਦੋਂ ਆਪਾਂ ਪੱਤ ਚੱਕ ਲਈ, ਉਸ ਤੋਂ ਬਾਅਦ ਕਹਿੰਦੇ ਗੰਡ ਮਾਰਨਾ, ਉਹਨੂੰ ਮਲਣਾ। ਉਹ ਸਟੇਜ ਹੈ ਜਿੰਨੇ ਖੁਰਪੀ ਨਾਲ ਆਪਾਂ ਮਾਰਦੇ ਆ, ਮਲਦੇ ਆ, ਉਹ ਸਟੇਜ ਹੈ ਜਿੱਥੇ ਆਪਾਂ ਹੌਲੀ ਹੌਲੀ ਉਹਨੂੰ ਟੈਂਪਰੇਚਰ ਡਾਊਨ ਕਰ ਰਹੇ ਹਾਂ। ਸ਼ੂਗਰ ਮਿਲਾਂ 'ਚ ਇਹ ਕੰਮ ਕਰਨ ਲਈ ਇਕਵਿਪਮੈਂਟ ਹੁੰਦਾ ਕ੍ਰਿਸਟਲਾਈਜ਼ਰ, ਉਹ ਸਾਡੇ ਕੋਲ ਇੱਥੇ ਹੈ ਨਹੀਂ, ਉਹ ਆਪਾਂ ਮੈਨੂਅਲੀ ਕਰਦੇ ਆ ਕੰਮ। ਤੇ ਕਦੇ ਯੂਨੀਵਰਸਿਟੀ ਆਉਂਗੇ ਮੈਂ ਤੁਹਾਨੂੰ ਉਹਦੀ ਫੋਟੋ ਦਿਖਾ ਦੂੰਗਾ ਕ੍ਰਿਸਟਲਾਈਜ਼ਰ ਦੀ। ਤੋ ਉਹ ਮੈਂ ਕ੍ਰਿਸਟਲਾਈਜ਼ਰ ਦੀ ਤੁਹਾਨੂੰ ਉੱਥੇ ਫੋਟੋ ਦਿਖਾਊਂਗਾ। ਉਹ ਆਪਣੇ ਕੋਲ ਹੈ ਨਹੀਂ, ਉਹ ਆਪਾਂ ਹੱਥ ਨਾਲ ਚੱਕ ਦੇ ਵਿੱਚ ਰਸ ਨੂੰ ਪਾ ਕੇ ਉਹਨੂੰ ਹੱਥ ਨਾਲ ਖੁਰਪੀ ਨਾਲ ਮਲਣਾ ਹੈ ਔਰ ਸਲੋਲੀ ਇਹਨੂੰ ਠੰਡਾ ਕਰਨਾ ਹੈ। ਤੋ ਇਹ ਉਹ ਪ੍ਰੋਸੈਸ ਹੈ ਜਿਸ ਟਾਈਮ ਤੇ ਸਾਡੇ ਕਣ ਬਣਨਗੇ। ਬਾਕੀ ਇਹ ਠੀਕ ਹੈ ਕਿ ਪੀਐਚ ਜਿੰਨੀ ਘਟੀ ਜਾਏਗੀ ਉਹਨਾਂ ਗੁੜ ਨਹੀਂ ਜੰਮੇਗਾ। ਜਿਹੜਾ ਰਾਬ ਹੁੰਦਾ ਉਹਦੀ ਪੀਐਚ ਸ਼ਹਿਦ ਦੀ ਤਰ੍ਹਾਂ 3 ਦੇ ਕਰੀਬ ਹੁੰਦੀ ਹੈ, ਸ਼ਹਿਦ ਦੀ ਵੀ ਉਨੀ ਕੀ ਹੈ। ਜਿੰਨੀ ਪੀਐਚ ਡਾਊਨ ਹੋਊਗੀ ਜੰਮੇਗਾ ਨਹੀਂ, ਉਹ ਗੁੜ ਹੀ ਨਹੀਂ ਬਣ ਪਾਏਗਾ। ਸੋ ਜਿਹੜੇ ਕਿਸੇ ਵੀਰ ਜਿਹੜਾ ਇਹ ਕਹਿ ਦਿੰਦਾ ਵੀ ਸਾਡੇ ਢੇਲੀ ਨਹੀਂ ਬਣ ਰਹੀ, ਉਹਦਾ ਪੀਐਚ ਨਾਲ ਸਿੱਧਾ ਸੰਬੰਧ ਹੈ। ਸੋ ਇਸ ਤਰ੍ਹਾਂ ਹੈ। ਤੇ ਬਾਕੀ ਤੁਸੀਂ ਕਦੇ ਯੂਨੀਵਰਸਿਟੀ ਆ ਜਾਓ, ਮੈਂ ਲਿਟਰੇਚਰ ਕੱਲ ਸਰ ਪੀਐਚ ਜਿਹੜਾ ਤੁਸੀਂ ਇਕਵਿਪਮੈਂਟ ਦਿਖਾਇਆ ਸੀ, ਇਹ ਕਿੱਥੋਂ ਮਿਲੇਗਾ ਅਗਰ ਅਸੀਂ ਲੈਣਾ ਚਾਹੀਏ? ਸਰ ਆਨਲਾਈਨ ਚਲੋ ਫਲਿੱਪਕਾਰਟ ਤੇ ਸਸਤਾ ਮਿਲ ਜਾਏਗਾ, ਨਹੀਂ ਤਾਂ ਸਾਇੰਸ ਹਾਊਸ ਦੇ ਵਿੱਚ ਕਿਤੋਂ ਵੀ ਮਿਲ ਜਾਏਗਾ। ਬਾਕੀ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤਾ, ਵਸੀਸ਼ ਸਾਹਿਬ ਨੂੰ ਬੇਨਤੀ ਕੀਤੀ ਹੋਈ ਹੈ ਤੁਹਾਡੇ ਏਰੀਆ 'ਚ ਕੁਝ ਦੇ ਕੇ ਜਾਣੇ ਆ ਅਸੀਂ, ਪਰ ਉਹ SC ST ਗਰੁੱਪ ਨੂੰ ਹੀ ਹੈ ਜੋ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਨੇ, ਜੋ ਪ੍ਰੋਜੈਕਟ ਨੇ, ਤਾਂ ਤੁਹਾਡੇ ਕੋਲ ਇੱਕ ਦੇ ਜਾਾਂਗੇ। ਤਾਂ ਉੱਥੇ ਤੁਸੀਂ ਇੱਕ ਦੂਜੇ ਦੀ ਦੇਖ ਕੇ ਕਰ ਸਕਦੇ ਹੋ, ਵਰਤੋਂ ਕਰ ਸਕਦੇ ਹੋ। ਪਰ ਆਨਲਾਈਨ ਮਿਲ ਜਾਂਦਾ ਸਰ, ਬੜਾ ਹੋਰ ਨਹੀਂ ਮਿਲਦਾ ਤਾਂ ਜਿਹੜੀ ਸੋਇਲ ਦੀ ਪੀਐਚ ਮੇਜਰ ਕਰਨ ਵਾਲੀ ਸਟ੍ਰਿਪਸ ਲੈ ਲਓ, ਬੜੀ ਸਸਤੀ ਜੀ ਹੁੰਦੀ ਹੈ। ਉਹਨੂੰ ਜੂਸ 'ਚ ਕਾਗਜ਼ ਨੂੰ ਪਾਣਾ, ਉਹਦੇ ਮੁਤਾਬਕ ਆਪਾਂ ਪੀਐਚ ਦੇਖ ਸਕਦੇ ਹਾਂ ਸਰ। ਨਵਾਂ ਤਰੀਕਾ ਰੱਦ ਕਰਨ ਦਾ ਪ੍ਰੈਡਿਕਟੇਬਲ। ਆਪਾਂ ਸੋਇਲ ਦੀ ਪੀਐਚ ਮੇਜਰ ਕਰਦੇ ਹੀ ਆ ਰਹੇ ਹਾਂ। ਤਾਂ ਕਿਸੇ ਵੀ ਪੀਐਚਯੂ ਦੇ ਸੈਂਟਰ 'ਚ ਚਲੇ ਜਾਓ, ਤੁਹਾਡੇ ਕੋਲ KVK ਹੋਵੇ, ਉੱਥੇ ਜਾ ਕੇ ਉਹਨਾਂ ਨੂੰ ਕਹਿ ਦਿਓ, ਸਟ੍ਰਿਪਸ ਹੁੰਦੀਆਂ, ਕਾਗਜ਼ ਹੁੰਦੇ, ਪਤਲੀਆਂ ਪਤਲੀਆਂ ਪੱਤੀਆਂ ਨੇ, ਤਾਂ ਬਹੁਤ ਸਸਤਾ ਕੰਮ ਪੈਂਦਾ, ਕਿਸੇ ਵੀ ਸਾਇੰਸ ਹਾਊਸ ਤੋਂ ਲੈ ਸਕਦੇ ਹੋ। ਤੋਂ ਪੀਐਚ ਦਾ ਹਾਂਜੀ ਕਪਲ ਜੀ, ਤੁਸੀਂ ਹੈਂਡ ਰੇਜ਼ ਕੀਤਾ, ਅਨਮਿਊਟ ਕਰ ਲਓ।
ਹਾਂਜੀ ਨਮਸਕਾਰ ਸਾਰਿਆਂ ਨੂੰ। ਸਰ ਮੇਰਾ ਕੁਐਸਚਨ ਇਹ ਹੈ ਕਿ ਜਿਸਲੇ ਮੈਂ ਵੀ ਚਾਹਨਾ ਕਿ ਮੇਰਾ ਵੀ ਇਹ ਯੂਨਿਟ ਲੱਗੇ, ਪਰ ਥੋੜਾ ਜਿਹਾ ਇਸ ਸਕਿਲਡ ਲੇਬਰ ਵੱਲੋਂ ਮੈਨੂੰ ਥੋੜਾ ਜਿਹਾ ਉਹ ਹੈ ਡਰ ਲੱਗਦਾ ਹੈ ਕਿ ਕੌਣ ਆ ਕੇ ਸਾਡਾ ਇਹ ਸਾਰਾ ਗੁੜ ਬਣਾਏਗਾ। ਠੀਕ ਹੈ, ਮੈਨੂੰ ਨੌਲੇਜ ਹੋਏਗੀ, ਪਰ ਐਂਡ ਆਫ ਦਾ ਡੇ ਤੁਸੀਂ ਜੇ 5 ਤੋਂ 10 ਬੰਦੇ ਰੱਖੇ ਹੋਏ ਆ ਥੱਲੇ, ਕੰਮ ਤਾਂ ਉਹਨਾਂ ਨੇ ਕਰਨਾ ਚ ਉਹ ਲੇਬਰ ਕਿੰਨੀ ਕੁ ਅਵੇਲੇਬਲ ਹੈ ਪੰਜਾਬ ਚੋਂ, ਜਾਂ ਸਾਨੂੰ ਕਿਸੇ ਹੋਰ ਸਟੇਟ ਤੋਂ ਲਿਆਣੇ ਪੈਣਗੇ? ਜਿੱਦਾਂ ਮੈਂ ਸੁਣਿਆ ਯੂਪੀ ਵਗੈਰਾ ਤੋਂ ਇਹ ਪਾਰਟੀਆਂ ਆਉਂਦੀਆਂ ਗੁੜ ਬਣਾਉਂਦੀਆਂ, ਉਹਦੇ ਬਾਰੇ ਕੁਝ ਚਾਨਣਾ ਪਾਓ। ਉਹ ਸਰ ਪਹਿਲੀ ਗੱਲ, ਤੁਸੀਂ ਹੁਸ਼ਿਆਰਪੁਰ ਚ ਬੈਠੇ ਹੋ, ਵਸ਼ਿਸ਼ਟ ਸਾਹਿਬ ਦੇ ਕੋਲ ਜਾਇਆ ਕਰੋ ਨਾ, ਇਹਨਾਂ ਕੋਲ ਬੈਠੋ, ਇਹਨਾਂ ਕੋਲ ਟਾਈਮ ਕੱਢੋ ਤੇ ਆਪਣੇ ਬੰਦੇ ਲੈ ਕੇ ਜਾਓ। ਅਸੀਂ ਨਹੀਂ ਬਿਲਕੁਲ ਨਹੀਂ ਚਾਹਾਂਗੇ ਬਾਹਰ ਲੇਬਰ ਕਿਉਂ ਆਵੇ, ਤੁਹਾਨੂੰ ਜਿੱਥੋਂ ਕਮੀ ਆ ਔਜ਼ਾਰ ਦੱਸਦੇ ਆਪਾਂ ਮੇਜਰ ਕਰ ਲਈਏ, ਤਾਂ ਸਾਨੂੰ ਕਿਸੇ ਦੀ ਲੋੜ ਨਹੀਂ ਆ। ਥੋੜਾ ਜਿਹਾ ਵਸ਼ਿਸ਼ਟ ਸਾਹਿਬ ਦੇ ਕੋਲ ਜਾਇਆ ਕਰੋ, ਮਾਸਟਰ ਜੀ ਕੋਲ ਬੈਠੋ ਜਾ ਕੇ ਤੇ ਇਹਨਾਂ ਤੋਂ ਐਕਸਪੀਰੀਅੰਸ ਲਓ। ਠੀਕ ਹੈ ਜੀ, ਇਹਨਾਂ ਤੋਂ ਹੀ ਸਿੱਖਿਆ ਸਰ, ਹੌਲੀ ਹੌਲੀ ਉੱਥੇ ਪਹੁੰਚੇ ਆ। ਇਹਨਾਂ ਕੋਲ ਇਹਦਾ ਮਤਲਬ ਅਸੀਂ ਇੱਕ ਲੇਬਰ ਟ੍ਰੇਨ ਕਰਨ ਨੂੰ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਜੇ ਅਸੀਂ ਪ੍ਰੋਸੈਸ ਜਿੱਦਾਂ ਤੁਸੀਂ ਹੁਣੀ ਦੱਸਿਆ ਸਾਨੂੰ ਕਿ ਇਹ ਚੀਜ਼ਾਂ ਮੈਜਰ ਕਰਨੀਆਂ ਔਰ ਇਹਨਾਂ ਚੀਜ਼ਾਂ ਦਾ ਧਿਆਨ ਕਰਨਾ, ਤਾਂ ਇੱਕ ਇਹ ਬਿਲਕੁਲ ਇੱਕ ਆਮ ਆਦਮੀ ਜੋ ਨया ਕੰਮ ਕਰਨਾ ਚਾਹੁੰਦਾ ਹੈ ਉਹ ਇਹ ਵਧੀਆ ਪ੍ਰੋਡਕਟ ਬਣਾ ਸਕਦਾ ਹੈਗਾ ਗੁੜ ਦਾ। ਅਸੀਂ ਇਸ ਸਾਲ PAU ਦੇ ਵਿੱਚ ਬੇਲਣਾ ਲਾ ਲੈਣਾ ਤੇ ਚਲਾ ਲੈਣਾ, ਫਿਰ ਅੱਗੇ ਤੋਂ ਹੈਂਡਸ, ਹੁਣ ਅਸੀਂ 1 ਦਿਨ ਦੀ ਟ੍ਰੇਨਿੰਗ ਦਿੰਨੇ ਆ, ਫਿਰ 5 ਦਿਨ ਦੀ ਦੇ ਦਿਆ ਕਰਾਂਗੇ, ਫਿਰ ਕਹਾਂਗੇ ਆਪਣਾ ਲਿਆਓ ਗੰਨਾ ਆਪ ਕਰੋ, ਅਸੀਂ ਕੋਲ ਖੜਦੇ ਆ ਤੁਹਾਡੇ, ਬਣਾਓ ਤੇ ਸਿੱਖੋ। ਅਗਲੇ ਸਾਲ ਤੋਂ ਕਰਾਂਗੇ, ਅਸੀਂ ਕੋਸ਼ਿਸ਼ ਪੂਰੀ ਆ। ਥੋੜਾ ਜਿਹਾ ਨਾ ਸਰਕਾਰੀ ਸਿਸਟਮ 'ਚ ਅਸੀਂ ਥੋੜੇ ਡਿਲੇ ਹੋ ਗਏ, ਫਿਰ ਵੀ ਕੋਸ਼ਿਸ਼ ਆ ਵੀ ਫਰਵਰੀ 'ਚ 1-2 ਪੱਤਾ ਕੱਢ ਲਈਏ ਇਸ ਸਾਲ 'ਚ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਰ ਇੱਕ ਕੁਐਸਚਨ ਮੇਰਾ ਹੋਰ ਹੈ ਕੁਇਕਲੀ, ਕਿ ਜਿਹੜਾ ਤੁਸੀਂ ਇਹ ਥੋੜਾ ਜਿਹਾ ਪਹਿਲਾ ਕੁਐਸਚਨ ਆਇਆ ਸੀਗਾ ਕਿ ਇਹ ਕਿੰਨੇ ਦਾ ਯੂਨਿਟ ਲੱਗਦਾ, ਪਰ ਸਰ ਇਹ ਵੀ ਦੱਸੋ ਕਿ ਜੇ ਅਸੀਂ ਯੂਨਿਟ ਲਾਉਣ ਦਾ ਇੱਛਕ ਹੈਗੇ ਆ ਤਾਂ ਕੀ ਸਾਨੂੰ ਪ੍ਰਾਈਵੇਟ ਕੰਪਨੀਆਂ ਤੁਹਾਡੇ ਥਰੂ ਜਾਣਾ ਪਏਗਾ? ਕਿੱਥੋਂ ਅਸੀਂ ਇਹ ਸਾਰਾ ਜੋ ਵੀ ਇਹ ਪ੍ਰੋਡਕਟਸ ਹੈ ਇਹ ਖਰੀਦਾਂਗੇ ਇਸ ਸਿਸਟਮ ਨੂੰ ਬਣਾਉਣ ਨੂੰ? ਨਹੀਂ, ਮੇਰੀ ਤਾਂ ਲੋੜ ਨਹੀਂ, ਅਸੀਂ ਤਾਂ ਟੈਕਨੀਕਲੀ ਗਾਈਡ ਕਰ ਦਾਂਗੇ। ਇਹ ਵਪਾਰ ਇਨਵੋਲਵਡ ਆ, ਤੁਸੀਂ ਜਾਓ ਯੂਪੀ ਦੇ ਵਿੱਚ ਵਧੀਆ ਥਾਂ ਤੋਂ ਮਿਲਦਾ ਹੈ, ਕਈ ਮੁਜ਼ੱਫਰਨਗਰ ਹੈ ਤੇ ਗੁਜਰਾਤ ਦੇ ਵਿੱਚ ਹੈ ਜਿੱਥੇ ਮੈਨੂਫੈਕਚਰਿੰਗ ਬੇਸ ਹੈਗੇ, ਇਵਨ ਪੰਜਾਬ 'ਚ ਵੀ ਕਿਤੇ ਨਾ ਕਿਤੇ ਛੋਟੇ ਪੱਧਰ ਤੇ ਤਾਂ ਹੈਗੇ ਹੀ ਆ ਮੈਨੂਫੈਕਚਰਰ। ਡਾਕਟਰ ਸਾਹਿਬ ਬਟਾਲਾ ਏਰੀਆ ਵਿੱਚ ਕਾਫੀ ਹੈਗੇ ਆ ਜੀ। ਹਾਂਜੀ। ਠੀਕ ਹੈ, ਸੋ ਇਹ ਪ੍ਰੋਡਕਟ ਈਜ਼ੀਲੀ ਅਵੇਲੇਬਲ ਨੇ, ਇਹ ਸਾਰਾ ਸੈਟਅਪ? ਮੈਂ ਤੁਹਾਨੂੰ ਥੋੜੀ ਬੇਨਤੀ ਕਰਦਾ, ਇੱਕ ਐਗਜ਼ਾਮਪਲ ਦੱਸਦਾ ਹੈ। ਸਾਡਾ ਪਟਿਆਲੇ 'ਚ ਇੱਕ ਸਾਡਾ ਏਦਾਂ ਹੀ ਸਟੂਡੈਂਟ ਸਿੱਖਿਆਰਥੀ ਜੁੜਿਆ ਹੋਇਆ, 1 ਤੋਂ ਲੈ ਕੇ 4 ਘੁਲਾੜੀਆਂ ਲਾ ਲੀਆਂ। ਉਹ ਹੁਣ ਕਹਿੰਦੇ ਯਾਰ ਗੰਨਾ ਤਾਂ ਸਾਰਿਆਂ ਨਾਲੋਂ ਵਧੀਆ ਯਮੁਨਾ ਨਗਰ 'ਚ, ਅਸੀਂ ਪਟਿਆਲੇ 'ਚ ਆ। ਉਹਨਾਂ ਨੇ ਪਟਿਆਲੇ ਜ਼ਮੀਨ ਲੈ ਕੇ ਕਹਿੰਦੇ ਅਸੀਂ ਉੱਧਰ ਹੀ ਲਾਣਾ। ਉਹ ਆਪਾਂ ਹੁਣ ਉਲਟਾ ਕੰਮ ਹੈ, ਅਸੀਂ ਹਰਿਆਣੇ 'ਚ ਜਾ ਕੇ ਆਪਣੇ ਪਲਾਂਟ ਲਾਣੇ ਨੇ ਤੇ ਉਧਰੋਂ ਨਹੀਂ ਬੰਦੇ ਆਉਂਦੇ ਨੇ। ਇਸ ਨੂੰ ਅਪਰਚੁਨਿਟੀ ਆਪਾਂ ਨੂੰ ਗ੍ਰੈਬ ਕਰਨਾ ਚੀਜ਼ ਨੂੰ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਹਾਂਜੀ ਕੁਲਦੀਪ ਜੀ। ਹਾਂਜੀ, ਹੋਰ ਕਿਸੇ ਵੀਰ ਨੇ ਕੋਈ ਸਵਾਲ ਕਰਨਾ? ਸੁਖਵਿੰਦਰ ਸਿੰਘ ਖੋਖਰ, ਤੁਸੀਂ ਗੱਲ ਕਰਨੀ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਹਾਂਜੀ, ਡਾਕਟਰ ਵਿਸ਼ੇਸ਼ਤੀ ਅਸ਼ੋਕ ਕੁਮਾਰ ਜੀ ਤੇ ਡਾਕਟਰ ਮਹੇਸ਼ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਔਰ ਗੁੜ ਦਾ ਕੰਮ ਕਰ ਹੀ ਰਿਹਾ ਸੀ। ਹਾਂਜੀ, ਆਵਾਜ਼ ਕੱਟ ਰਹੀ ਆ ਤੇ ਮੈਂ ਚਲੋ ਇਹ ਜਿਹੜੇ ਮੇਰੇ ਤੋਂ ਹੈਲੋ ਹਾਂਜੀ ਆਵਾਜ਼ ਨਹੀਂ ਆ ਰਹੀ ਜੀ? ਹੁਣ ਥੋੜੀ ਠੀਕ ਹੈ ਜੀ। ਹਾਂਜੀ, ਮੈਂ ਕਿਹਾ ਵੀ ਜਿਹੜੇ ਮਤਲਬ ਵੀਰ ਨਵਾਂ ਪਲਾਂਟ ਲਾਉਣਾ ਚਾਹੁੰਦੇ ਆ, ਉਹ ਬਾਲੇ ਵੱਡੇ ਲੈਵਲ ਤੋਂ ਨਾ ਸ਼ੁਰੂ ਕਰਨ, ਛੋਟੇ ਤੋਂ ਹੀ ਕਰ ਲੈਣ ਪਹਿਲਾਂ। ਬਿਲਕੁਲ ਜੀ, ਫਿਰ ਆਉਣ ਵਾਲੇ ਸਮੇਂ 'ਚ ਥੋੜਾ ਵੱਡਾ ਲੈਵਲ ਕਰੀ ਜਾਣਗੇ। ਹਾਂਜੀ, ਕਿਉਂਕਿ ਨਾਲੇ ਆਪਾਂ ਨੂੰ ਉਹਦੀ ਮਾਰਕੀਟਿੰਗ ਬਾਰੇ ਵੀ ਨੌਲੇਜ ਥੋੜੀ ਬਹੁਤੀ ਹੋ ਜਾਊਗੀ। ਸਰ ਮੈਂ ਥੋੜਾ ਜਿਹਾ ਮਾਰਕੀਟਿੰਗ ਵਾਲਾ ਕੁਐਸਚਨ ਮਿਸ ਕਰ ਗਿਆ ਸੀ, ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰ ਲਾਂ ਵੀ ਤੁਹਾਡੇ ਏਰੀਆ 'ਚ ਨਾ ਪਿਛਲੇ ਸਾਲ ਕਾਫੀ ਸਾਰੇ ਸਰਵੇ ਹੋਏ ਸੀ, ਇਹ ਵੀ ਬਹੁਤ ਸਾਰੇ ਗਲਤ ਕੈਮੀਕਲ ਵਰਤੇ ਜਾ ਰਹੇ ਨੇ ਹੁਸ਼ਿਆਰਪੁਰ ਬੈਲਟ ਦੇ ਵਿੱਚ ਹੀ। ਉਹ ਚੀਜ਼ ਹੈਗਾ ਸੈਫੋਲਾਈਟ ਕੈਮੀਕਲ, ਇਹ ਪਲਾਸਟਿਕ ਇੰਡਸਟਰੀ ਵਰਤਦੀ ਆ, ਸਾਡੇ ਬੰਦੇ ਵੀ ਵਰਤਦੇ ਪਾਏ ਗਏ ਸੀਗੇ। ਸਾਡੇ ਕੋਲ ਉਹਦੀਆਂ ਚੈੱਕ ਕਰਨਾ ਹੋਰ ਮਹਿਕਮੇ ਦਾ, ਪਰ ਉਹਨਾਂ ਨੇ ਫੋਟੋਆਂ ਇੱਥੇ ਕਰਕੇ ਸੈਂਪਲ ਲੈ ਕੇ ਸਾਨੂੰ ਦਿੱਤੇ ਸੀ। ਕਾਹਨ ਸਿੰਘ ਪੰਨੂ ਸਾਹਿਬ ਨੇ ਮੈਨੂੰ ਭੇਜੇ ਸੀਗੇ। ਏਦਾਂ ਹੀ ਇੱਕ ਰੰਗ ਸੀ ਰੈੱਡ ਆਕਸਾਈਡ, ਇਹ ਹੈਗਾ ਆਪਾਂ ਪੇਂਟ ਦੇ ਵਿੱਚ ਵਰਤਿਆ ਜਾਂਦਾ ਹੈ। ਇਹ ਲੋਹੇ ਨੂੰ ਜੰਗ ਨਾ ਲੱਗੇ। ਕਈ ਤਰ੍ਹਾਂ ਦੇ ਗੁੜ ਕਈ ਰੰਗਾਂ ਦੇ ਬਣੇ ਹੋਏ ਨੇ, ਉਹ ਸਾਰੇ ਗੁੜ ਦੇ ਵਿੱਚ ਉਹਦੀ ਡੈਫੀਨੇਸ਼ਨ 'ਚ ਨਹੀਂ ਆਉਂਦੇ, ਅਡਲਟਰੇਸ਼ਨ ਆ। ਅਗਰ ਕੋਈ ਲਾਲ ਰੰਗ ਵੀ ਪਾ ਰਿਹਾ ਹੈਗਾ, ਕੋਈ ਹਰਾ ਰੰਗ ਕਰ ਰਿਹਾ ਹੈਗਾ, ਇਹ ਸਾਰੇ ਦੇ ਸਾਰੇ ਗੁੜ ਦੀ ਅਡਲਟਰੇਸ਼ਨ ਦੀ ਕੈਟੇਗਰੀ ਚ ਆਉਂਦੇ। ਬਿਲਕੁਲ ਜੀ, ਬਿਲਕੁਲ ਇਹ ਤਾਂ ਗੱਲ ਹੈਗੀ ਹੈ ਜੀ। ਤੋ ਆਪਾਂ ਇਸ ਕੰਮ ਨੂੰ ਸਾਰਾ ਕੁਝ ਜ਼ਰੀਲਾ ਪਾਣੀ ਹੋ ਗਿਆ ਜੀ। ਤਕਰੀਬਨ ਜਿੰਨੇ ਵੀ ਯੂਪੀ ਵਾਲੇ ਪਲਾਂਟ
ਪਕਾਵੇ ਲੈ ਕੇ ਆਈਏ, ਆਪਾਂ ਨਹੀਂ ਲਿਆਉਣ ਦੇਣੇ ਯਾਰ, ਇਹਨੂੰ ਬਦਨਾਮ ਨਹੀਂ ਹੋਣ ਦੇਣਾ ਇੰਡਸਟਰੀ ਦੇ ਨੂੰ ਨਾ। ਇਹ ਬਾਹਰ ਵਾਲੇ ਇਹ ਆਪਾਂ ਆਪਣੇ ਆਪ ਹੀ ਚਲਾਉਣਾ ਹੈ, ਲੋਕਾਂ ਨੇ ਆਪ ਹੀ ਚਲਾਈ ਹੈ, ਆਪ ਹੀ ਸਿੱਖਣਾ, ਕਿਉਂਕਿ ਅਸੀਂ ਆਪ ਹੀ ਪ੍ਰੋਸੈਸ ਕਰਨਾ, ਆਪਣੇ ਹੀ ਸਾਡੇ ਬੰਦੇ, ਸਾਡੇ ਖਪਤਕਾਰ ਵੀ ਸਾਡੇ ਨੇ, ਤਾਂ ਉਸ ਚੀਜ਼ ਤੇ ਆਪਾਂ ਪਹਿਰਾ ਦੇਣਾ ਹੈ, ਇਹਦੀ ਕੁਆਲਿਟੀ ਤੇ ਪਿਓਰਿਟੀ ਤੇ। ਬਿਲਕੁਲ ਜੀ ਬਿਲਕੁਲ, ਇਹ ਤਾਂ ਗੱਲ ਹੈਗੀ। ਤਕਰੀਬਨ ਬੰਦੇ ਨੂੰ ਆਪ ਨੂੰ ਹੀ ਨੌਲੇਜ ਹੋਣੀ ਚਾਹੀਦੀ ਹੈ, ਫੇਰ ਹੀ ਆਪਾਂ ਮਤਲਬ ਫੇਰ ਹੀ ਕੰਮ ਕਰਨਗੇ, ਕਿਉਂਕਿ ਪੰਜਾਬੀ ਲੇਬਰ ਨੂੰ ਵੀ ਰੁਜ਼ਗਾਰ ਮਿਲੂਗਾ। ਬਿਲਕੁਲ ਜੀ, ਉਹ ਕੰਮ ਵੀ ਇੱਕ ਨੰਬਰ ਦਾ ਵਧੀਆ ਕਰ। ਬਿਲਕੁਲ ਠੀਕ ਵਾਲਿਆਂ ਨੇ ਫਿਰ ਮਿਲਾਵਟ ਹੀ ਕਰਨੀ ਜੀ। ਬਿਲਕੁਲ ਜੀ। ਹਾਂਜੀ ਹਾਂਜੀ, ਜੀਵੀ ਆਰਗੈਨਿਕ ਜੀ, ਧੰਨਵਾਦ ਸੰਧੂ ਜੀ। ਹਾਂਜੀ ਸਰ, ਨਮਸਕਾਰ ਜੀ। ਸਰ ਇੱਕ ਚੀਜ਼ ਹੋਰ ਪੁੱਛਣੀ ਹੈ, 1 ਟਨ ਗੰਨੇ ਤੋਂ ਸਾਨੂੰ ਕਿੰਨੀ ਪ੍ਰੋਡਕਸ਼ਨ ਮਿਲੇਗੀ ਗੁੜ ਦੀ? ਸਰ ਇਹ ਆਰਟੀਐਮ ਘੱਟੋ ਘੱਟ 10% ਰਿਕਵਰੀ ਦੱਸੀ ਸੀ, 1 ਟਨ ਚੋਂ 10 ਕੁਇੰਟਲ ਘੱਟੋ ਘੱਟ ਬਣਨਾ ਕਰ ਸਕਦੇ ਹਾਂ। 1 ਟਨ ਗੰਨੇ ਚੋਂ ਆਪਾਂ ਨੂੰ 1 ਟਨ ਗੰਨੇ ਚੋਂ ਸਾਨੂੰ ਬਣਨਾ ਚਾਹੀਦਾ 100 ਕੁਇੰਟਲ, ਸੌਰੀ 1 ਕੁਇੰਟਲ। 1 ਟਨ 10 ਕੁਇੰਟਲ ਹੋ ਗਿਆ, 140 ਕਿਲੋ ਤੱਕ ਜਾ ਸਕਦੇ ਹਾਂ। ਠੀਕ ਹੈ, ਮਤਲਬ 1 ਕੁਇੰਟਲ ਤੋਂ 140 ਕਿਲੋ ਦੇ ਵਿੱਚ। ਇਹ ਆਰਟ ਹੈਗਾ, ਹੌਲੀ ਹੌਲੀ ਆਊਗਾ, ਲੇਕਿਨ ਘੱਟੋ ਘੱਟ 100 ਕਿਲੋ। ਠੀਕ ਹੈ ਸਰ, ਠੀਕ। ਹਾਂਜੀ, ਹਰਸਿਮਰਤ ਸਿੰਘ ਜੀ। ਹਾਂਜੀ, ਮੈਂ ਪਤਾ ਕਰਨਾ ਸੀਗਾ ਜੀ ਵੀ ਜਿਵੇਂ ਹੁਣ ਜਿਹੜਾ ਆਪਾਂ ਜੇ ਕਹਿ ਰਹੇ ਗਿਆ ਵੀ ਹਾਂਜੀ ਕੀ ਕਹਿੰਦੇ ਕਿ ਸੁਖਲਈ ਜਾਂ ਦਿਓਲਾ ਜਿਹੜੀ ਹੈਗੀ ਹੈ, ਜਿਹੜੀ ਦੇਸੀ ਭਿੰਡੀ ਹੈਗੀ, ਜੰਗਲੀ ਭਿੰਡੀ ਹੈ, ਵੀ ਜੇ ਉਹ ਬੰਦੇ ਕੋਲ ਇਹਨਾਂ ਦੋਨਾਂ ਚੋਂ ਕੋਈ ਵੀ ਚੀਜ਼ ਨਾ ਹੋਵੇ, ਕਿਉਂਕਿ ਹੁਣ ਜਿਹੜਾ ਹੈਗਾ ਫਰਵਰੀ ਆ ਗਿਆ ਹੈਗਾ ਜੀ, ਤੇ ਹੁਣ ਤਾਂ ਜਿਹੜਾ ਹੈਗਾ ਇਹ ਮਿਲਣੀ ਮੁਸ਼ਕਿਲ ਹੈਗੀ ਹੈ, ਤੇ ਜੇ ਕਿਸੇ ਕੋਲ ਨਾ ਹੋਵੇ ਤਾਂ ਫਿਰ ਹੋਰ ਕਿਸ ਤਰੀਕੇ ਨਾਲ ਜਿਹੜਾ ਆਪਾਂ ਜਿਹੜਾ ਹੈਗਾ ਇਹ ਮੈਲ ਕੱਢ ਸਕਦੇ ਹੈਗੇ? ਸਰ ਦੇਖੋ, ਵੈਸੇ ਤਾਂ ਜਿਹੜੇ ਕੰਮ ਕਰ ਰਹੇ ਨੇ ਇਹ ਚੀਜ਼ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਹੈ। ਸੁਖਲਾਈ, ਫਾਲਸਾ, ਮੂੰਗਫਲੀ, ਸੋਇਆਬੀਨ, ਇਹਨਾਂ ਤੋਂ ਪੁਰਾਣੇ ਟਾਈਮ ਤੇ ਜ਼ਿਕਰ ਹੁੰਦਾ ਹੈਗਾ ਕਿ ਆਪਾਂ ਕਰ ਸਕਦੇ, ਕੱਚੀ ਮੂੰਗਫਲੀ ਨੂੰ ਰਗੜ ਕੇ ਵੀ ਇਹ ਤੋਂ ਬਣ ਜਾਂਦਾ ਹੈਗਾ। ਫਿਰ ਫਟਕੜੀ ਦਾ ਪਾਣੀ ਹੈ, ਬਟ ਇਸ ਟਾਈਮ ਮੈਕਸਿਮਮ ਕੰਮ ਤਾਂ ਤੁਹਾਨੂੰ ਦੱਸਿਆ ਸੁਖਲਾਈ ਤੇ ਉਹਦੇ ਤੇ ਹੀ ਹੈ। ਬਟ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਇਹਨਾਂ ਤੇ ਹੈ। ਲਿਟਰੇਚਰ ਮੇਰੇ ਕੋਲ ਸਾਰਾ ਹੀ ਪਿਆ, ਹੁਣ ਤੱਕ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਿਹੜੇ ਕਿਹੜੇ ਵਰਤਦੇ ਰਹੇ ਨੇ ਚੀਜ਼ਾਂ, ਔਰ ਉਹਦਾ ਐਕਸਪੀਰੀਅੰਸ ਨਹੀਂ ਹੈ ਮੇਰੇ ਕੋਲ। ਲਿਸਟ ਬਹੁਤ ਲੰਬੀ ਚੌੜੀ ਹੈ। ਜਿਹੜਾ ਆਪਾਂ ਮਿੱਠਾ ਸੋਡਾ ਪਾਉਂਦੇ ਆ ਲੋਕੀ ਸਰ, ਉਹ ਤੁਹਾਨੂੰ ਮੈਂ ਪਹਿਲਾਂ ਹੀ ਬੇਨਤੀ ਕੀਤੀ, ਫੌਰੀ ਤੌਰ ਤੇ ਇਹਦਾ ਨਾ ਕੰਮ ਵੀ ਸਿੱਧਾ ਰਿਲੇਸ਼ਨ ਪੀਐਚ ਦੇ ਨਾਲ ਹੈ, ਪੀਐਚ ਦੇ ਨਾਲ ਹੈ, ਬਟ ਸਟੋਰੇਜ ਦੇ ਦੌਰਾਨ ਇਹ ਗੁੜ ਫਿਰ ਥੋੜਾ ਜਿਹਾ ਤੁਹਾਨੂੰ ਕਾਲਾ ਰੰਗ ਦਾ ਨਜ਼ਰ ਆਏਗਾ, ਬਲੈਕ ਡਾਰਕਰ ਕਲਰ। ਠੀਕ ਹੈ ਜੀ, ਕੋਈ ਇੱਕ ਸੇਫ ਲਿਮਿਟ ਹੈਗੀ ਵੀ ਉੱਥੇ ਤੱਕ ਵਰਤ ਲਈਏ ਤਾਂ ਜਿਹੜਾ ਹੈਗਾ ਗੁਜ਼ਾਰਾ ਹੋ ਜਾਏਗਾ? ਕਿਉਂਕਿ ਮੈਂ ਜਿਹੜਾ ਹੈਗਾ ਇਹ ਫੂਡ ਦੀ ਸੇਫਟੀ ਦੇ ਨਾਲ ਤਾਂ ਰਿਜ਼ਲਟ ਨਹੀਂ ਕਰਦਾ ਹੈਗਾ। ਜੇ ਆਪਾਂ ਮਿੱਠਾ ਸੋਡਾ ਆਪਾਂ, ਕਿਉਂਕਿ ਸਾਡੀ ਡਾਈਟ ਦਾ ਹਿੱਸਾ ਹੈਗਾ, ਸਾਡੀ ਸੇਫਟੀ ਚ ਨਹੀਂ ਖਲਲ ਪਾਉਂਦਾ, ਲੇਕਿਨ ਰੰਗਤ, ਕਿਉਂਕਿ ਇਹਦੀ ਗੁੜ ਦਾ ਵਪਾਰ ਜਦੋਂ ਕਰਦੇ ਆ ਰੰਗ ਤੇ ਕਣ ਤੇ ਆ। ਹਾਂਜੀ ਹਾਂਜੀ, ਤੋਂ ਫਿਰ ਲੇਟਰ ਸਟੇਜ ਦੇ ਵਿੱਚ ਕਾਲਾਪਨ ਆਉਂਦਾ। ਮੈਂ ਤਾਂ ਹੁਣ ਜੇ ਬਣਾਉਣਾ ਹੈਗਾ, ਮੈਂ ਹੈ ਤਾਂ ਬਹੁਤ ਛੋਟੇ ਲੈਵਲ ਤੇ ਸ਼ੁਰੂ ਕਰਨਾ ਹੈਗਾ, ਤੇ ਮੈਂ ਜਿਹੜਾ ਹੈਗਾ ਮੈਨੂੰ ਇਹੀ ਸੀਗਾ ਵੀ ਮੈਂ ਜੇ 4 ਮਹੀਨੇ ਰੱਖਾਂ ਤਾਂ ਉਹ ਬਚਿਆ ਰਵੇ 4 ਮਹੀਨੇ ਤੱਕ, 6 ਮਹੀਨੇ। ਉਹਦੇ ਲਈ ਸਰ ਮੋਇਸਚਰ ਮੇਜਰ ਕਰਨਾ, ਤੁਸੀਂ ਯੂਨੀਵਰਸਿਟੀ ਆ ਜਿਓ ਮੇਰੇ ਕੋਲ, ਤੁਹਾਨੂੰ ਘਰੇਲੂ ਪੱਧਰ ਤੇ ਮੋਇਸਚਰ ਕਿਵੇਂ ਜੱਜ ਕਰਨਾ ਹੈਗਾ। ਸਟੋਰੇਜ ਦੇ ਦੌਰਾਨ ਗੁੜ ਦਾ ਟੈਂਪਰੇਚਰ ਕਿਸੇ ਵੀ ਹਾਲਤ 'ਚ 30 ਡਿਗਰੀ ਤੋਂ ਉੱਪਰ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਫਿਰ ਢਿੱਲਾ ਹੋ ਜਾਂਦਾ ਗੁੜ। ਤੋਂ ਇਸ ਕਰਕੇ ਪੁਰਾਣੇ ਟਾਈਮ ਤੇ ਆਪਾਂ ਤੂੜੀ 'ਚ ਨੱਪ ਲੈਂਦੇ ਸੀ, ਆਪਾਂ ਉਹਦੇ 'ਚ ਬਰਤਨਾਂ 'ਚ ਪਾਉਂਦੇ ਸੀ, ਭੜੋਲੀਆਂ 'ਚ ਰੱਖ ਲੈਂਦੇ ਸੀਗੇ, ਮਿੱਟੀ ਦੇ ਬਰਤਨਾਂ 'ਚ। ਤੋਂ ਇਸ ਤਰ੍ਹਾਂ ਦਾ ਹੈ, ਤੋਂ ਇਹਦੀ ਸਟੋਰੇਜ 'ਚ ਟੈਂਪਰੇਚਰ, ਰਿਲੇਟਿਵ ਹਿਊਮਿਡਿਟੀ ਦਾ ਬੜਾ ਹਿਸਾਬ ਹੈ ਜੀ। ਠੀਕ ਹੈ ਜੀ। ਅੱਛਾ, ਤੇ ਤੀਸਰੀ ਚੀਜ਼ ਜਿਹੜੀ ਹੈਗੀ ਹੈ, ਜਿਹੜਾ ਆਪਾਂ ਇੱਕ ਮਤਲਬ ਮਸਾਲਾ ਗੁੜ ਜਾਂ ਹੋਰ ਇਹੋ ਜਿਹੀ ਚੀਜ਼ਾਂ ਜਿਹੜੀਆਂ ਹੈਗੀਆਂ, ਇਹਦੇ ਵੀ ਕੋਈ ਰੈਸਿਪੀਜ਼ ਹੈਗੀਆਂ ਆਪਣੀਆਂ ਆਪਣੇ ਕੋਲ? ਦੇਖੋ, ਰੈਸਿਪੀ ਤੇ ਅਸੀਂ ਇੱਕ ਵਾਰ ਰੱਖਿਆ ਤਾਂ ਹੋਇਆ, ਇੱਕ ਬੱਚਾ ਅਸੀਂ ਕੁਝ ਕਰ ਰਹੇ ਹਾਂ, ਅਸੀਂ ਤਾਂ ਖੁਦ ਇਹਦੀ ਗੁੜ ਦੇ ਵਿੱਚ ਆਇਰਨ ਨਾਲ ਫੋਰਟੀਫਿਕੇਸ਼ਨ ਕਰ ਰਹੇ ਹਾਂ ਕਿ ਇਹਦੇ ਵਿੱਚ ਜਿਹੜਾ ਆਇਰਨ ਸਾਨੂੰ 100 ਗ੍ਰਾਮ ਤੋਂ ਬਾਅਦ 11 mg ਮਿਲਦਾ ਹੈਗਾ। ਸਾਡੀ ਡੇਲੀ ਰਿਕੁਆਇਰਮੈਂਟ 25-26 ਦੀ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਬੰਦਾ 100 ਗ੍ਰਾਮ ਗੁੜ ਸ਼ਹਿਰਾਂ 'ਚ ਨਹੀਂ ਖਾ ਰਿਹਾ। 8 ਗ੍ਰਾਮ ਚਾਕਲੇਟ ਦੀ ਟੌਫੀ ਬਣਦੀ, ਉਹਨੂੰ ਅਸੀਂ ਫੋਰਟੀਫਾਈ ਕਰਕੇ ਉਹਦੇ ਵਿੱਚ ਹੀ 10 mg ਦਾ ਆਇਰਨ ਨਾਲ ਫੋਰਟੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਜੇ ਦਿਨ ਤੇ ਖਾਣਾ ਖਾਣ ਤੋਂ ਬਾਅਦ 3 ਟੌਫੀਆਂ ਖਾ ਲਈਆਂ ਜਾਣ ਤਾਂ ਸਾਡੀ ਆਇਰਨ ਪੂਰੀ ਹੋ ਜਾਂਦੀ ਡੇਲੀ ਦੀ, ਜਾਂ 2 ਟਾਈਮ ਖਾਣੇ ਤੋਂ ਬਾਅਦ ਖਾ ਲਈਏ ਤਾਂ 25 mg ਸਾਨੂੰ ਮਿਲ ਜਾਂਦਾ। ਤੇ ਬਾਕੀ ਜਿਹੜੀਆਂ ਰੈਸਪੀਆਂ ਨੇ ਇਹ ਹਰ ਬੰਦੇ ਦੀ ਭਾਈ ਆਪਣੀਆਂ ਕੋਈ ਸ਼ੇਅਰ ਨਹੀਂ ਕਰਦਾ, ਪਰ ਟੋਟਲ ਜੋ ਵੀ ਐਡੀਟਿਵ ਗੁੜ ਦੇ ਵਿੱਚ ਪਾਣੇ ਆ ਫੂਡ ਦੇ ਵਿੱਚ, ਉਹਦੀ ਟੋਟਲ ਪ੍ਰਪੋਰਸ਼ਨ ਜਿਹੜੀ ਹੈਗੀ ਹੈ ਕੋਈ 12% ਤੋਂ ਵੱਧ ਨਹੀਂ ਹੋਣੀ ਚਾਹੀਦੀ।
ਮਤਲਬ ਜਿਵੇਂ ਮੈਂ ਸੌਂਫ ਅਜਵਾਇਨ ਪਾਣਾ ਚਾਹੁੰਦਾ ਹੈਗਾ। ਹਾਂ, ਉਹ ਜੋ ਵੀ ਕੰਬੀਨੇਸ਼ਨ ਤੁਸੀਂ ਬਣਾਓਗੇ 12% ਤੋਂ ਵਧੇ ਨਾ ਬਸ ਉਹਦੇ ਵਿੱਚ ਠੀਕ 1 ਕਿਲੋ ਦੇ ਵਿੱਚ 120 ਗ੍ਰਾਮ ਦੇ ਵਿੱਚ ਇਹ ਬਣਨਾ। ਤੁਹਾਡੇ ਹੁਣ ਤੋਂ ਜੋ ਤੁਸੀਂ ਦੱਸਿਆ ਹੈਗਾ ਉਸ ਤੋਂ ਦੋ ਚੀਜ਼ਾਂ ਕਲੀਅਰ ਹੋਈਆਂ। ਇੱਕ ਤਾਂ ਇਹ ਹੈਗਾ ਵੀ ਜਿਹੜਾ ਗੁੜ ਦੀ ਮੋਇਸਚਰ ਹੈਗਾ ਉਹ ਜਦੋਂ ਆਪਾਂ ਤਾਜ਼ਾ ਗੁੜ ਹੁੰਦਾ ਉਹਦਾ 12-13% ਮੋਇਸਚਰ ਹੁੰਦਾ ਹੈ, ਉਹਨੂੰ ਰੱਖੋ ਤਾਂ ਕਿ ਉਹਦਾ ਮੋਇਸਚਰ ਜਿਹੜਾ ਹੈਗਾ 5-7% ਰਹਿ ਜਾਵੇ। ਬਿਲਕੁਲ। ਉਸ ਜਦੋਂ 5-7% ਰਹਿ ਗਿਆ ਉਸ ਤੋਂ ਬਾਅਦ ਜੇ ਉਹਨੂੰ ਤੁਸੀਂ ਲੌਂਗ ਟਰਮ ਲਈ ਬਚਾ ਕੇ ਰੱਖਣਾ ਚਾਹੁੰਦੇ ਹੋ ਫਿਰ ਉਹਨੂੰ 30 ਡਿਗਰੀ ਤੋਂ ਘੱਟ ਟੈਂਪਰੇਚਰ ਵਾਲੀ ਜਗ੍ਹਾ ਤੇ ਰੱਖੋ। ਮੋਇਸਚਰ ਵੀ ਘੱਟ ਹੋ, ਇਸ ਕਰਕੇ ਹਵਾ ਰਹਿਤ ਪੈਕਿੰਗ ਹੈਗੀ ਆ, ਉਹ ਅਸੀਂ ਮਸ਼ੀਨਾਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ, ਛੋਟੇ ਪੱਧਰ ਤੇ ਸਸਤੀ ਬਣ ਜਾਵੇ। ਠੀਕ ਹੈ ਜੀ। ਉਹ ਹਵਾ ਰਹਿਤ ਪੈਕਿੰਗ ਕਰ ਲਈ ਜਾਵੇ ਤੇ ਫਿਰ ਉਹਨੂੰ ਲੋ ਟੈਂਪਰੇਚਰ। ਦੇਖੋ ਪੁਰਾਣੇ ਟਾਈਮ ਤੇ ਅਸੀਂ ਯੂਪੀ ਦੇ ਵਿੱਚ ਇੱਕ ਪ੍ਰਪੋਜ਼ਲ ਹੈਗਾ ਜਿੱਥੇ ਥੋੜਾ ਜਿਹਾ ਆਪਾਂ ਵੀ ਕੈਲਕੂਲੇਸ਼ਨ ਕੀਤੀ ਹੈ 1000 ਮੈਟ੍ਰਿਕ ਟਨ ਦਾ ਗੁੜ ਦਾ ਸਟੋਰ ਬਣਾਉਣ ਦੀ। ਤੋ ਉਹਦੇ ਤੋਂ ਅਸੀਂ ਆਪਣੇ ਪੰਜਾਬ ਲਈ 5 ਤੋਂ 6 ਮੈਟ੍ਰਿਕ ਟਨ ਦਾ ਡਿਜ਼ਾਈਨ ਕਰ ਰਹੇ ਹਾਂ। ਤੋਂ ਲੈ ਕੇ 6 ਟਨ ਤੋਂ ਸ਼ੁਰੂ ਕਰਕੇ 25 ਟਨ ਤੱਕ ਇੰਡੀਵਿਜੂਅਲ ਲੈਵਲ ਤੱਕ ਜਾਵਾਂਗੇ। ਉਹਦੇ 'ਚ ਚੀਜ਼ਾਂ ਦਾ ਖਿਆਲ ਰੱਖਾਂਗੇ ਸਰ। ਉਹ ਆਉਣ ਵਾਲੇ ਟਾਈਮ ਤੇ ਅਗਲੇ ਸਾਲ ਤੱਕ ਮੈਨੂੰ ਲੱਗਦਾ ਅਸੀਂ ਕਰ ਪਾਵਾਂਗੇ। ਠੀਕ ਹੈ ਜੀ, ਠੀਕ ਹੈ, ਚਲੋ ਥੈਂਕ ਯੂ। ਡਾਕਟਰ ਸਾਹਿਬ ਇੱਕ ਤੁਸੀਂ ਕਿਹਾ ਸੀ ਵੀ ਉਹ ਬਾਘਾ ਪੁਰਾਣਾ ਮੋਗਾ ਸਾਈਡ ਲਈ ਖਾਰਾ ਹੁੰਦਾ ਹੈ ਜ਼ਿਆਦਾਤਰ, ਤੇ ਇਹਦਾ ਕੋਈ ਫਿਰ ਸੋਲੂਸ਼ਨ ਇਹਦਾ ਮਤਲਬ ਇਦਾਂ ਹੀ ਰਹੇਗਾ ਜਾਂ ਇਹਦਾ ਕੋਈ ਹੱਲ ਵੀ ਹੋ ਸਕਦਾ ਹੈ ਸਰ? ਉਹ ਗੰਨੇ ਦੀ ਕੁਆਲਿਟੀ ਤੇ ਜਿਹੜਾ ਤੁਸੀਂ ਕਿਹਾ ਖਾਰੇਪਨ ਦਾ ਕਾਰਨ ਪਾਣੀ ਆ ਸਰ, ਉੱਥੇ ਦੇ ਗਰਾਊਂਡ ਵਾਟਰ ਹੈ, ਹੋਰ ਨਹੀਂ ਰੀਜ਼ਨ ਹੈ। ਜੇ ਨਹਿਰੀ ਪਾਣੀ ਲਗਾ ਲਓ, ਉਹ ਜਿਹੜਾ ਬਰਗਾੜੀ ਸਾਈਡ ਵੱਲ ਹੈਗਾ, ਮੁਕਤਸਰ ਸਾਹਿਬ ਵੱਲ ਹੈਗਾ, ਉੱਥੇ ਨਹਿਰੀ ਪਾਣੀ ਲਗਾ ਲਓ ਤਾਂ ਫਿਰ ਉੱਥੋਂ ਇਹ ਚੀਜ਼ ਤੋਂ ਬਚਾ ਸਕਦੇ ਆਪਾਂ ਸਰ। ਉਹ ਪਾਣੀ ਦੀ ਕੁਆਲਿਟੀ ਕਰਕੇ ਆ ਸਰ, ਕੋਈ ਹੋਰ ਹੱਲ ਨਹੀਂ? ਹੋਰ ਜਾਂ ਯੂਨੀਵਰਸਿਟੀ ਤੁਹਾਡੇ ਜਿਹੜਾ ਨੇੜੇ ਸੈਂਟਰ ਉੱਥੇ ਏਰੀਆ ਸਪੈਸੀਫਿਕ ਕੋਈ ਵੈਰਾਈਟੀ ਡਿਵੈਲਪ ਹੋ ਸਕਦਾ ਸਾਡੀ ਕੀਤੀ ਹੋਵੇ ਯੂਨੀਵਰਸਿਟੀ ਦੀ, ਉਸ ਏਰੀਆ 'ਚ ਜਿਹੜੀ ਉੱਥੇ ਦੀ ਉਹ ਕੰਡੀਸ਼ਨ 'ਚ ਕੰਮ ਕਰਦੀ ਹੋਵੇ। ਰਾਹੁਲ ਜੀ ਤੁਸੀਂ ਨਾ ਕੀ ਕਹਿੰਦੇ ਜਿਹੜਾ ਨਾ ਛੱਡੋ, ਤੁਹਾਡੇ ਪਿੰਡਾਂ ਦੇ ਵਿੱਚ ਥੱਲਿਓਂ ਪਾਣੀ ਕੱਢਣ ਦੀ ਲੋੜ ਹੀ ਨਹੀਂ ਰਹਿਣੀ। ਉਹ ਫਿਕਰ ਨਾ ਕਰੋ। ਥੈਂਕ ਯੂ। ਉਹ ਫਿਕਰ ਨਾ ਕਰੋ ਮੁਖਿਆ। ਨਹੀਂ ਕੋਈ ਗੱਲ ਨਹੀਂ ਜੀ। ਹਾਂਜੀ ਹਾਂਜੀ, ਮੈਂ ਵੀ ਇਹੀ ਕਹਿਣ ਲੱਗਿਆ ਸੀਗਾ। ਹਾਂ ਬਹੁਤ ਤਗੜੇ ਹੋਏ ਬਾਹਰ, ਗੱਲ ਹੀ ਕੋਈ ਨਹੀਂ। ਹੋਰ ਕੋਈ ਵੀ ਪੁੱਛ ਲਓ ਆਪਣੇ ਕੁਲਦੀਪ ਜੀ। ਹਾਂਜੀ, ਹੋਰ ਕਿਸੇ ਵੀਰ ਨੇ ਸਵਾਲ ਕਰਨਾ ਤਾਂ ਮੈਂ ਇੱਕ ਗੱਲ ਪਹਿਲਾਂ ਸਾਰੇ ਵੀਰਾਂ ਦੇ ਧਿਆਨ 'ਚ ਲੈ ਲਾਂ ਕਿ ਬਹੁਤ ਸਾਰੇ ਵੀਰ ਜੁੜੇ ਹੋਏ ਨੇ ਕਿ ਆਪਾਂ ਜੇ ਉਹ ਪ੍ਰੋਗਰਾਮ ਜੋ ਕਰਦੇ ਹੁੰਦੇ ਆ ਇਹ ਹਰ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਸ਼ਾਮ ਨੂੰ 7:15 ਵਜੇ ਹੁੰਦਾ, ਜਿਹਦੇ ਤੇ ਪੂਰੀ ਦੀ ਪੂਰੀ ਇਹ ਟ੍ਰੇਨਿੰਗ ਦਿੱਤੀ ਜਾਂਦੀ ਆ ਕਿ ਦੂਸਰਾ ਜਿਹੜਾ ਹੈਗਾ ਆਪਣਾ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਤੁਸੀਂ ਫਵਾੜਾ ਤਕਨੀਕ ਦੇ ਨਾਲ ਕਿਵੇਂ ਆਪਾਂ ਜਿਹੜੇ ਹੈਗੇ ਆ ਆਪਣੀ ਖੇਤੀਬਾੜੀ ਲਾਹੇਵੰਦ ਧੰਦਾ ਬਣਾ ਸਕਦੇ ਆ। ਉਹਦੇ ਵਿੱਚ ਜਿਵੇਂ ਕਿ ਆ ਤੁਸੀਂ ਦੇਖੋਗੇ ਇਸ ਤਰ੍ਹਾਂ ਦਾ ਗੰਨਾ ਜਿਹੜਾ ਹੈਗਾ, ਡਾਕਟਰ ਸਾਹਿਬ ਦੱਸਿਓ ਜੀ, ਚਾਨਣਾ ਆਇਓ। ਹਾਂਜੀ, ਆ ਦੇਖੋ ਤੁਹਾਡੇ ਸਾਹਮਣੇ ਗੰਨਾ ਖੜਾ, ਇਹ ਬਿਨਾਂ ਯੂਰੀਆ, ਬਿਨਾਂ DAP ਫਗਵਾੜੇ ਦਾ ਜਿਹੜਾ ਹੈਗਾ ਅਵਤਾਰ ਸਿੰਘ ਦੇ ਖੇਤ ਦੇ ਵਿੱਚ ਨਾ ਕੋਈ ਯੂਰੀਆ, ਨਾ DAP, ਨਾ ਕੋਈ ਮੈਕਰੋਨਿਊਟ੍ਰੀਐਂਟ, ਨਾ ਕੋਈ ਮਾਈਕਰੋਨਿਊਟ੍ਰੀਐਂਟ। ਡਾਕਟਰ ਸਾਹਿਬ ਮੈਂ ਇੱਕ ਦੋ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਜੀ। ਇੱਕ ਮਿੰਟ ਮੇਰੀ ਗੱਲ ਲੱਗ ਤੁਸੀਂ ਮੁੜ ਕੇ ਬਾਅਦ ਤੁਹਾਡੀ ਇਹਦੇ ਵਿੱਚ ਇੱਕੋ ਹੀ ਖਾਸੀਅਤ ਆ ਕਿ ਸਾਰੇ ਸਿਸਟਮ ਵਿੱਚ ਇਹ ਜੀਵਨ ਦੱਸਿਆ ਹੋਇਆ ਬੈਡਾਂ ਦੇ ਉੱਤੇ, ਪਾਣੀ ਵੀ ਮਿਲ ਰਿਹਾ, ਲੋੜ ਮੁਤਾਬਕ ਮੌਸਮ ਮਿਲ ਰਹੀ ਤੇ ਨਾਲ ਵੀ ਹਵਾ ਮਿਲ ਰਹੀ। ਇਹੀ ਮੁੱਖ ਕਾਰਨ ਤੇ ਇਹ ਗੰਨਾ ਜਿਹੜਾ ਖੜਾ ਤੇ ਇਹਦੇ ਉੱਤੇ ਇਹ ਫਗਵਾੜਾ ਗੁੱਡ ਗਰੋ ਕ੍ਰੌਪਿੰਗ ਸਿਸਟਮ ਦੇ ਵਿੱਚ ਗੰਨੇ ਦੀ ਬਣਾਈ ਨਹੀਂ ਕੀਤੀ ਜਾਂਦੀ। ਉਹਦੀ ਡਿਟੇਲ ਵਿੱਚ ਤਾਂ ਹੁਣ ਨਹੀਂ ਜਾਣਾ, ਅਗਾਂਹ ਕਿਤੇ ਆਪਾਂ ਜ਼ਰੂਰ ਜਿਸ ਵੇਲੇ ਲੋੜ ਬਣ ਗਈ ਉਸ ਵੇਲੇ ਲਾਣਾ। ਅੱਜ ਦਾ ਜਿਹੜਾ ਮੁੱਖ ਹੈ ਨਾ, ਫਿਰ ਆਪਾਂ ਕੈਪਸੂਲ ਤੋਂ ਫਿਰ ਬਾਹਰ ਚਲ ਜਾਈਏ। ਅੱਜ ਦਾ ਮੁੱਖ ਹੈ ਵੀ ਪ੍ਰੋਸੈਸਿੰਗ ਦੇ ਬਾਰੇ ਕੋਈ ਡਾਕਟਰ ਸਾਹਿਬ ਨੂੰ ਸ਼ੇਅਰ ਕਰਨਾ, ਉਹ ਜ਼ਰੂਰ ਕੀਤਾ ਜਾਵੇ, ਉਹਦੇ ਬਾਰੇ ਐਜੂਕੇਸ਼ਨ ਦੇਣੀ ਆ। ਹਾਂਜੀ ਆਪਣੇ ਚੋਕਮਾਰ। ਹਾਂਜੀ ਡਾਕਟਰ ਸਾਹਿਬ ਇੱਕ ਸਵਾਲ ਜਿਹਾ ਆਇਆ ਸੀ ਕਿ ਮਸ਼ੀਨਾਂ ਇਹ ਕਿੱਥੋਂ ਮਿਲਣਗੀਆਂ, ਘਲਾੜੇ ਜਾਂ ਬੇਲਣੇ ਕਿੱਥੋਂ ਮਿਲਣਗੇ? ਬਟਾਲੇ ਦੇ ਵਿੱਚ ਬੜੀ ਵਧੀਆ ਇੰਡਸਟਰੀ ਦੀ ਸੈਟਅਪ ਹੈਗੀ ਲੋਕਲ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਸਾਡੇ ਪਿੰਡੂ ਲੋਕਾਂ ਨੇ ਜਿਹੜੀ ਜ਼ਿਆਦਾ ਮਸ਼ੀਨਰੀ ਡਿਵੈਲਪ ਕੀਤੀ ਹੈ। ਤੇ ਇੱਕ ਲੇਬਰ ਦੀ ਗੱਲ ਆਈ ਸੀ, ਮੈਂ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੂੰਗਾ। ਮੈਂ ਪਟਿਆਲੇ ਭਾਦਸੋਂ ਰੋਡ ਤੇ ਇੱਕ ਪਿੰਡ ਲੌਟ ਪੈਂਦਾ, ਉੱਥੇ ਜਿਹੜੀ ਮੰਡੀ ਸੀਗੀ ਜਿਹੜੀ ਆਪਣੀ ਕਣਕ ਤੇ ਝੋਨੇ ਦੀ ਕਲੈਕਸ਼ਨ ਜਿੱਥੋਂ ਹੁੰਦੀ ਆ, ਉਹਦੇ ਆਲੇ ਦੁਆਲੇ 10-12 ਬੇਲਣੇ ਇਕੱਠੇ ਲੱਗੇ ਹੋਏ ਸੀਗੇ। ਜ਼ਿਆਦਾਤਰ ਬੇਲਣੇ ਜਿਹੜੇ ਸੀਗੇ ਉਹ ਆਪਣੇ ਲੋਕਲ ਲੇਬਰ, ਜਿਹੜੇ ਲੈਂਡਲੈਸ ਲੇਬਰ ਹੈਗੀ ਹੈ ਜੋ ਖੇਤਾਂ 'ਚ ਮਜ਼ਦੂਰ ਕੰਮ ਕਰਦੇ ਆ, ਉਹਨਾਂ ਦੇ ਹੈ ਸੀ।
ਔਰ ਸਾਰੇ ਬਿਲਣਿਆਂ ਦੇ ਉੱਤੇ ਕੋਈ ਵੀ ਯੂਪੀ ਜਾਂ ਕਿਤੇ ਹੋਰ ਜਗ੍ਹਾ ਦਾ ਲੇਬਰ ਨਹੀਂ ਸੀ। ਉਹ ਪੁਰਾਣੇ ਜਿਹੜੇ ਕੰਮ ਕਰਦੇ ਸੀ ਫੈਮਲੀਆਂ, ਉਹੀ ਉਹ ਬਿਲਣੇ ਚਲਾ ਰਹੇ ਸੀਗੇ। ਸੋ ਜਿਹਨਾਂ ਦਾ ਸਵਾਲ ਸੀ ਕਿ ਬਿਲਣੇ ਤੇ ਕੰਮ ਕਰਨ ਲਈ ਲੇਬਰ ਸਾਨੂੰ ਕਿੱਥੋਂ ਲਿਆਂਦੀ ਜਾਵੇ, ਉਹ ਲੋਕਲ ਏਰੀਆ ਵਿੱਚ ਪਤਾ ਕਰਨਾ ਪੈਣਾ, ਕਿਉਂਕਿ ਪਹਿਲਾਂ ਤਾਂ ਹਰੇਕ ਪਿੰਡ ਵਿੱਚ ਬਿਲਣੇ ਹੁੰਦੇ ਸੀ, ਗੁੜੇ ਹੀ ਹੁੰਦਾ ਸੀ। ਸ਼ੱਕਰ ਖੰਡ ਤਾਂ ਆਇਆ ਨੂੰ ਤਾਂ ਬਹੁਤਾ ਸਮਾਂ ਨਹੀਂ ਹੋਇਆ, 100-125 ਸਾਲ ਹੀ ਹੋਏ ਆ ਹਾਲੇ, ਤੇ ਉੱਥੋਂ ਉਹ ਕਰ ਸਕਦੇ ਆ। ਤੇ ਡਾਕਟਰ ਸਾਹਿਬ ਮੇਰਾ ਇੱਕ ਸਵਾਲ ਸੀ ਕਿ ਜਿਹੜੀ ਇਹ ਮਸ਼ੀਨਾਂ ਮਿਲਣੀਆਂ ਨੇ, ਇਹ ਸਿਰਫ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਜਿੱਦਾਂ ODOP ਦੇ ਵਿੱਚ ਹੈ ਉੱਥੇ ਮਿਲਣੀਆਂ ਨੇ, ਜਾਂ ਦੂਸਰੇ ਜ਼ਿਲ੍ਹਿਆਂ ਵਿੱਚ ਵੀ? ਕਿਉਂਕਿ ਸਾਡੇ ਨਾਲ ਪੂਰੇ ਪੰਜਾਬ ਦੇ ਕਿਸਾਨ ਜੁੜੇ ਹੋਏ ਨੇ, ਉੱਥੇ ਅਸੀਂ ਪਤਾ ਕਰ ਸਕਦੇ ਕਿ ਹਰੇਕ ਜਗ੍ਹਾ ਮਿਲ ਸਕਦੀ ਹੈ, ਜਾਂ ਜਿੱਥੇ ਪ੍ਰੋਗਰਾਮ ਚੱਲਦਾ ਸਿਰਫ ਉੱਥੇ ਮਿਲ ਸਕਦੀ? ਨਹੀਂ ਸਰ, ਪੰਜਾਬ 'ਚ ਪ੍ਰੋਗਰਾਮ ਸਾਰੇ ਪੰਜਾਬ 'ਚ ਚੱਲਦਾ, ਪਰ ਹਰ ਜ਼ਿਲ੍ਹੇ ਦੀ ਇੰਡਸਟਰੀ ਦਾ ਜਦੋਂ ਸਰਵੇ ਹੋਇਆ, ਉਹ 'ਚ ਕੁਛ ਦਾ ਪੋਟੈਂਸ਼ੀਅਲ ਇੰਡਸਟਰੀ ਏਰੀਆ 'ਚ ਹੈ, ਕੁਛ ਹੈਗੀ ਲੀਡਿੰਗ ਇੰਡਸਟਰੀ। ਹੁਣ ਲੁਧਿਆਣੇ ਦੇ ਵਿੱਚ ਬੇਕਰੀ ਲੀਡਿੰਗ ਇੰਡਸਟਰੀ ਹੈ, ਲੇਕਿਨ ਸਾਰੇ ਤਰ੍ਹਾਂ ਦੀ ਇੰਡਸਟਰੀ ਹੈ। ਤੋ ਆਤਮ ਨਿਰਭਰ ਭਾਰਤ ਸਕੀਮ ਕਹਿੰਦੀ ਆ ਵੀ ਆਪਣੇ ਜ਼ਿਲ੍ਹੇ 'ਚ ਇੱਕ ਪ੍ਰੋਡਕਟ ਜਿਹੜਾ ਮੋਸਟ ਪਪੂਲਰ ਹੈ, ਉਹਦੀ ਸਾਰੀ ਦੀ ਸਾਰੀ ਫੈਸਿਲਿਟੀ ਦਿੱਤੀ ਜਾਵੇ। ਜਿਵੇਂ ਲੁਧਿਆਣੇ ਸ਼ਹਿਰ ਦੀ ਪਪੂਲੈਰਿਟੀ ਹੌਜ਼ਰੀ 'ਚ ਹੋ ਗਈ, ਤੋ ਵੈਸੇ ਤਾਂ ਸਾਰੇ ਪੰਜਾਬ 'ਚ ਹੋਏਗੀ, ਲੇਕਿਨ ਲੁਧਿਆਣੇ ਦੀ, ਜਲੰਧਰ ਦੇ ਵਿੱਚ ਕੰਬਲ ਘੱਟ ਬਣਦੇ ਕਿਤੇ, ਪਰ ਲੁਧਿਆਣਾ ਸਾਰੀ ਦੁਨੀਆ 'ਚ ਲੀਡ ਕਰ ਗਿਆ। ਤੋ ਇਸੇ ਤਰ੍ਹਾਂ ਹੈ ਕਿ ਆਪਾਂ ਇਹ ਜਿਹੜੇ ਜ਼ਿਲ੍ਹੇ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਆ, ਉੱਥੇ ਬਹੁਤ ਸਾਰੀਆਂ ਇੰਡਸਟਰੀਆਂ ਹੈਗੀਆਂ, ਬਟ ਗੁੜ ਸਾਨੂੰ ਵੱਧ ਬਣਦਾ, ਇਸ ਕਰਕੇ ਕਿਹਾ ਵੀ ਇੱਥੇ ਸਮਰੱਥਾ ਦੇ ਦਿਓ। ਪਰ ਤੁਸੀਂ ਪਟਿਆਲੇ 'ਚ ਵੀ ਸਾਡੇ ਵਧੀਆ ਬੰਦੇ ਬਣੇ ਆ, ਐਕਸਪੋਰਟ ਅਸੀਂ ਅੰਮ੍ਰਿਤਸਰ ਤੋਂ ਕਰਵਾ ਰਹੇ ਹਾਂ ਗੁੜ ਦੀ। ਤੋ ਬਰਗਾੜੀ ਵਾਲੇ ਦਾ ਬੜਾ ਪਪੂਲਰ ਹੈ ਗੁੜ, ਮੁਕਤਸਰ ਉਧਰਲੇ ਪਾਸੇ ਫਰੀਦਕੋਟ ਸਾਈਡ ਨੂੰ ਚੱਲ ਜਾਈਏ ਤਾਂ। ਤੋ ਪਰ ਜਿਹੜੀ ਸਹੂਲਤ ਹੈਗੀ ਆ ਮਾਰਕੀਟਿੰਗ ਦੀ, ਬ੍ਰਾਂਡਿੰਗ ਦੀ ਜਾਂ ਮਸ਼ੀਨਰੀ ਦੇ ਵਿੱਚ, ਉਹ ਨੰਬਰ 1 ਤੇ ਪਹਿਲ ਮਿਲਦੀ ਗਈ ਆਹ ਡਿਸਟ੍ਰਿਕਟ 'ਚ ਗੁੜ ਨੂੰ। ਬਾਕੀ ਵੀ ਥਾਂ ਤੇ ਆ, ਪਟਿਆਲੇ ਦੇ ਵਿੱਚ ਸਪੋਰਟ ਜ਼ਿਆਦਾ ਸਾਨੂੰ ਫਰੂਟ ਵੈਜੀਟੇਬਲ ਤੇ ਹੈ, ਗੁਆਵਾ ਤੇ ਹੈ, ਜੂਸ ਤੇ ਹੈ, ਉਧਰਲੇ ਪਾਸੇ ਹੈ। ਤੋ ਇਸ ਤਰ੍ਹਾਂ ਹੈ, ਪਰ ਸਪੋਰਟ ਹੈਗੀ ਹੈ, ਇੰਡੀਵਿਜੂਅਲ ਨੂੰ ਵੀ ਹੈ, ਗਰੁੱਪਸ ਨੂੰ ਜ਼ਿਆਦਾ ਹੈਗੀ ਹੈ। ਤੋ ਬਟ ਜਿਹੜੇ ਇੱਕ ਵਾਰ ਜਿਹੜੇ ਡਿਸਟ੍ਰਿਕਟ ਹੋ ਗਏ, ਪਹਿਲ ਉਹਨਾਂ ਦੇ ਹਾਂਜੀ ਡਾਕਟਰ ਸਾਹਿਬ, ਮੈਂ ਵੀ ਇੱਕ ਕਲੈਰੀਫਿਕੇਸ਼ਨ ਲੈਣੀ ਹੈ। ਜਿਸ ਤਰ੍ਹਾਂ ਤੁਸੀਂ ਨਾ ਨੈਚੁਰਲ ਕਲੈਰੀਫਿਕੈਂਟਸ ਦੇ ਵਿੱਚ ਜੰਗਲੀ ਭਿੰਡੀ ਦੀ ਗੱਲ ਕੀਤੀ ਆ, ਦਿਓਲਾ ਸ਼ਾਇਦ, ਤਾਂ ਨਾਲੇ ਸੁਖਲਾਈ ਦੀ, ਤੇ ਕੀ ਜਿਹੜੀ ਆਪਾਂ ਭਿੰਡੀ ਸਬਜ਼ੀ ਲਈ ਵਰਤਦੇ ਆ, ਉਹਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ? ਕਰ ਦੋ ਸਰ, ਉਹ ਨਾ ਰਾਤ ਨੂੰ ਕੁੱਟ ਕੇ ਰਾਤ ਨੂੰ ਭਿਉਣੀ ਪੈਂਦੀ ਆ, ਫਿਰ ਅਗਲੇ ਦਿਨ ਵਰਤੋਂ ਹੁੰਦੀ ਹੈ। ਇਹ ਝਟਪਟ ਬਣ ਜਾਂਦੀ, ਵਰਤ ਸਕਦੇ ਇੱਕੋ ਹੀ ਫੈਮਿਲੀ, ਇੱਕੋ ਹੀ ਆ ਸਰ। ਠੀਕ ਹੈ। ਉਹਦਾ ਲੋਅਰ ਪਾਰਟ ਵਰਤਣਾ ਅਸੀਂ, ਲੋਅਰ ਪਾਰਟ ਜੜ ਦੇ ਕੋਲ ਵਾਲਾ ਫੁੱਟ 1.5 ਫੁੱਟ। ਕੌਣ ਸਵਾਲ ਆਇਆ ਵੀ ਗੁੜ ਪਾ ਕੇ ਚਾਹ ਖਰਾਬ ਹੋ ਜਾਂਦੀ ਹੈ, ਕਈ ਵਾਰੀ ਫਰਕ ਹੋ ਜਾਂਦੀ ਹੈ। ਇਹ ਬੜਾ ਕੌਮ ਸਵਾਲ ਆ, ਕਿ ਕੌਣ ਹੋਣ ਕਰਕੇ ਜਿੱਤਾ ਨਹੀਂ ਆ। ਹਾਂਜੀ, ਬਾਕੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਹਾਡਾ, ਤੁਸੀਂ ਬਹੁਤ ਵਧੀਆ ਜਾਣਕਾਰੀ ਸ਼ੇਅਰ ਕੀਤੀ ਆ, ਜਿਹਦੀ ਕਿ ਲੋੜ ਹੈ ਇਸ ਵੇਲੇ ਪੰਜਾਬ ਨੂੰ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ, ਥੈਂਕ ਯੂ। ਤੁਹਾਨੂੰ ਮੈਂ ਬੇਨਤੀ ਪਹਿਲਾਂ ਹੀ ਥੈਂਕ ਯੂ ਕੀਤਾ, ਤੁਸੀਂ ਟਾਈਮ ਕੱਢਿਆ ਸਾਰਿਆਂ ਨੇ, ਕਿਉਂਕਿ ਮੇਰਾ ਤਾਂ ਕੰਮ ਹੈ, ਮੇਰਾ ਪ੍ਰੋਫੈਸ਼ਨ ਆ। ਅਸੀਂ ਤਾਂ ਯੂਨੀਵਰਸਿਟੀ 'ਚ ਬੈਠੇ ਹਾਂ, ਖੇਤੀਬਾੜੀ ਯੂਨੀਵਰਸਿਟੀ ਇੱਥੇ ਕਰਨ ਲਈ ਲੱਗੀ ਹੈ, ਜਿੱਥੇ ਸਾਨੂੰ ਮੌਕਾ ਮਿਲਦਾ ਹੈ, ਸਾਡੇ ਲਈ ਓਪਰਚੁਨਿਟੀ ਹੁੰਦੀ ਹੈ। ਸਾਡੀ ਗੱਲਾਂ ਬਾਤਾਂ ਇੱਕ ਦੋ ਵੀ ਅਗਰ ਇਨੋਵੇਸ਼ਨ ਐਂਟਰਪ੍ਰੀਨਿਓਰ ਬੰਦੇ ਅੱਗੇ ਆਉਂਦੇ ਆ, ਤਾਂ ਸਾਡੇ ਲਈ ਉਹੀ ਸਾਡੀ ਜਿੱਤ ਹੈ ਜੀ। ਧੰਨਵਾਦ ਤੁਹਾਡਾ ਸਾਰੇ। ਡਾਕਟਰ ਸਾਹਿਬ, ਹਾਂਜੀ ਕਰੋ ਜੀ ਗੱਲ। ਹਾਂ, ਜਿਸ ਤਰ੍ਹਾਂ ਨਾ ਜਿਹੜੀ ਕਣ ਦੀ ਗੱਲ ਕੀਤੀ ਆ, ਉਹਦੇ ਵਿੱਚ ਨਾ ਜਿਸ ਤਰ੍ਹਾਂ ਮੇਰੇ ਕੋਲ ਇਸ ਵਾਰ 3 ਵੈਰਾਈਟੀਆਂ ਸੀਗੀਆਂ, CO118, COJ85 ਤੇ COPV 92। ਜਿੱਥੇ ਅਸੀਂ ਨਾ ਯਾਨੀ ਕਿ ਉਹਦਾ ਗੁੜ ਤਿਆਰ ਕੀਤਾ, ਤਾਂ ਜਿਹੜਾ ਕਣ ਆ ਉਹ ਜ਼ਿਆਦਾ ਵਧੀਆ COPV 92 ਦਾ ਆ। ਇਸ ਕਰਕੇ ਮੇਰਾ ਖਿਆਲ ਆ ਵੀ ਜਿਹੜੀ ਹੈਗੀ ਵੈਰਾਈਟੀ ਵੀ ਕਾਊਂਟ ਕਰਦੀ ਹੋਊਗੀ ਕਣ ਵਾਸਤੇ। ਕਰਦੀ ਹੈ ਜੀ, ਉਹਦਾ ਸੁਕਰੋਸ ਕੰਟੈਂਟ ਤੇ ਵੈਰਾਈਟੀ, ਇਸੇ ਕਰਕੇ ਏਰੀਆ ਮੁਤਾਬਕ ਤੁਹਾਡੀ ਸੋਇਲ ਦੀ ਟੈਸਟਿੰਗ ਮੁਤਾਬਕ ਆਪਾਂ ਨੂੰ ਇਹ ਭੋਗਪੁਰ ਤੇ ਹੁਸ਼ਿਆਰਪੁਰ ਦਾ ਏਰੀਆ ਤੇ ਗੁੜ ਸਾਰਿਆਂ ਨਾਲੋਂ ਵਧੀਆ ਮੰਨਿਆ ਜਾਂਦਾ। ਇਸ ਏਰੀਆ ਦਾ ਬੈਸਟ ਕੁਆਲਿਟੀ ਦਾ ਜਿਹਦਾ ਵਧੀਆ ਗੁੜ ਬਣਦਾ, ਕਣ ਵੀ ਅੱਛਾ ਬਣਦਾ, ਕਣ ਦਾ ਸਿੱਧਾ ਸੁਕਰੋਸ ਕੰਟੈਂਟ ਨਾਲ ਸੰਬੰਧ ਹੈ। ਤੋ ਵੈਰਾਈਟੀ ਨੈਚੁਰਲੀ ਵੈਰਾਈਟੀ ਪਲੱਸ ਸੋਇਲ ਕੰਡੀਸ਼ਨਸ ਪਲੱਸ ਐਟਮੋਸਫੇਰਿਕ ਕੰਡੀਸ਼ਨ। ਸਰ ਐਗਰੋਨੋਮਿਕ ਪ੍ਰੈਕਟਿਸਿਸ, ਤੁਸੀਂ ਜਿਹੜਾ ਬੰਦਾ ਜ਼ਿਆਦਾ ਯੂਰੀਆ ਪਾਊਗਾ ਖੇਤ ਦੇ ਵਿੱਚ, ਉਹਦਾ ਗੁੜ ਦਾ ਕਾਲੇ ਰੰਗ ਦਾ ਬਣਨਾ ਹੈਗਾ। ਉਹ ਵੀ ਚੀਜ਼ਾਂ ਸੋਇਲ ਦੇ ਵਿੱਚ ਤੁਹਾਡੀ ਫਾਸਫੋਰਸ ਕਿੰਨੀ ਹੈ, ਮਤਲਬ ਸਾਰੀਆਂ ਮਿਕਸਚਰ ਚੀਜ਼ਾਂ। ਪਰ ਆਪਾਂ ਤਾਂ ਪ੍ਰੋਸੈਸਿੰਗ ਦੀ ਗੱਲ ਕਰ ਰਹੇ ਸੀਗੇ ਨਾ, ਉੱਥੇ ਤੱਕ ਆਪਾਂ ਲਿਮਿਟ ਕੀਤਾ ਹੋਇਆ, ਕਿਉਂਕਿ ਉਹਦੇ ਸਾਡੇ ਜਿਹੜੇ ਐਕਸਪਰਟ ਨੇ ਉਹ ਰੀਜਨਲ ਰਿਸਰਚ ਸਟੇਸ਼ਨ ਕਪੂਰਥਲੇ 'ਚ ਬੈਠੇ ਆ।
ਜਿਹੜੇ ਗੰਨੇ ਦੇ ਉੱਪਰ ਤੇ ਉਹਦਾ ਕਿਹੜੀ ਵੈਰਾਈਟੀ ਦਾ ਗੰਨਾ ਅੱਛਾ ਆ ਜਾਂਦਾ ਨਾ, ਉਹਦੇ ਬਾਰੇ ਕਰ ਸਕਦੇ। ਠੀਕ ਹੈ, ਮਿਹਰਬਾਨੀ। ਹਾਂਜੀ ਡਾਕਟਰ ਸਾਹਿਬ, ਜਿਹੜੀ ਚਮਨ ਲਾਲ ਜੀ ਨੇ ਸਵਾਲ ਕੀਤਾ ਸੀਗਾ, ਉਹ ਸਾਰਿਆਂ ਦਾ ਸਵਾਲ ਆ ਕਿ ਚਾਹ ਫਟ ਕਿਉਂ ਜਾਂਦੀ ਹੈ। ਜ਼ਰੂਰੀ ਸਵਾਲ ਆ ਜਿਹੜਾ, ਉਹ ਕਿਉਂ ਫਟਦੀ ਆ ਗੁੜ ਦੀ ਚਾਹ? ਜਿਹੜੇ ਚਾਹ ਦੀ ਫਟਣ ਦਾ ਕਾਰਨ ਸਿੱਧਾ ਪੀਐਚ ਵਾਲਾ ਹੈਗਾ, ਮੌਸਮ ਦਾ ਵੀ ਫਰਕ ਪੈ ਜਾਂਦਾ। ਜੇ ਆਪਣਾ ਖੇਤਾਂ 'ਚ ਕੱਟ ਕੇ ਗੰਨਾ ਕੁਲਾੜੀ ਤੇ ਪਿਆ ਰਿਹਾ 2-2 3-3 ਦਿਨ ਬੇਹਾ ਹੋ ਗਿਆ, ਉਸ ਟਾਈਮ ਤੇ ਅਗਰ ਤੁਸੀਂ ਗੰਨੇ ਦੇ ਰੰਗ 'ਚ ਵੀ ਤੁਹਾਨੂੰ ਚੇਂਜ ਨਜ਼ਰ ਆਊਗੀ, ਇਹਦੇ ਵਿੱਚ ਸੁਕਰੋਜ਼ ਦੀ ਬ੍ਰੇਕਡਾਊਨ ਗਲੂਕੋਜ਼ ਤੇ ਫਰਕਟੋਜ਼ ਹੋ ਜਾਂਦੀ ਹੈ। ਦੂਜਾ, ਜਦੋਂ ਮੈਂ ਕਿਹਾ ਕਲੈਰੀਫਿਕੇਸ਼ਨ ਕਰਨੀ ਹੈ ਤਾਂ ਇਨਆਰਗੈਨਿਕ ਸਾਲਟ ਉਹ ਸਾਡੇ ਰਸ ਚੋਂ ਕੱਢ ਦਿੱਤੇ ਆ, ਤੋਂ ਸਿੱਧਾ ਸੰਬੰਧ ਪੀਐਚ ਦੇ ਨਾਲ ਹੈ। ਜੇ ਜਿਸ ਗੁੜ ਚੋਂ ਚਾਹ ਫਟਦੀ ਹੈ, ਮੈਂ ਅੱਗੇ ਕਈ ਵਾਰ ਬੇਨਤੀ ਕਰਦਾ ਹੁੰਦਾ ਕਿ ਪਾਣੀ ਉਬਾਲ ਕੇ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਇਹੀ ਗੁੜ ਪਾ ਲਓ, ਫਿਰ ਨਹੀਂ ਫਟੇਗੀ, ਕਿਉਂਕਿ ਪੀਐਚ ਉਹਦੀ ਬੈਲੈਂਸ ਕਰ ਦੇਗੀ। ਪੰਜਾਬੀ ਜਿਹੜੀ ਚਾਹ ਜਿਹੜੀ ਮਿਲਦੀ ਚੰਡੀਗੜ੍ਹ ਰੋਡ ਤੇ ਏਦਾਂ ਹੀ ਕੁਝ ਕਰਦੇ। ਸਰ ਜਿਹੜੇ ਬਾਜ਼ਾਰ ਦੇ ਜਿੰਨੇ ਵੀ ਗੁੜ ਹੁੰਦੇ ਨੇ ਸਾਰਿਆਂ ਨੂੰ ਹੀ ਫਟਦੀ ਹੈ ਜੀ ਚਾਹ। ਜਿਹੜੇ ਆਪਾਂ ਘਲਾੜਿਆਂ ਤੋਂ ਲਿਆ ਰਹੇ ਹਾਂ, ਹੁਣ ਆਪਣੇ ਵੀਰ ਬਣਾ ਰਹੇ ਨੇ, ਉਹਨਾਂ ਦੀ ਚਾਹ ਨਹੀਂ ਫਟਦੀ ਗੀ। ਇਹ ਵੀ ਅਸੀਂ ਦੇਖ ਰਹੇ ਹਾਂ, ਬਾਜ਼ਾਰ ਜਿੰਨਾ ਵੀ ਗੁੜ ਮਿਲਦਾ ਸਾਰੇ ਦੀ ਚਾਹ ਹੀ ਫਟ ਰਹੀ ਹੈ ਉਂਝ ਦੁਕਾਨਾਂ ਤੇ ਜ਼ਿਆਦਾ। ਸਰ ਬਾਜ਼ਾਰ ਤੋਂ ਹੁਣ ਮੈਂ ਤੁਹਾਨੂੰ ਥੋੜੀ ਜਿਹੀ ਗੱਲ, ਚਲੋ ਹੁਣ ਆਪਾਂ ਵਿਹਲੇ ਗੱਲਾਂ ਕਰ ਰਹੇ, ਖੁੱਲੀਆਂ ਗੱਲਾਂ। ਮੇਰੇ ਸਿੱਖਿਆਰਥੀ ਹੈਗਾ ਇਹ ਮਲੇਰਕੋਟਲੇ ਤੋਂ, ਉਹਨੇ ਕਿਹਾ ਜੀ, ਮੈਨੂੰ ਕਿਹਾ ਕਿ ਅਸੀਂ ਤੁਹਾਡੇ ਦੱਸੇ ਰਸਤੇ ਨਾਲ ਸ਼ੱਕਰ ਬਣਾਈ ਵਧੀਆ ਕੁਆਲਿਟੀ, ਸਾਡੀ ਕੋਈ ਨਹੀਂ ਖਰੀਦਦਾ। ਮੇਰੇ ਗੁਆਂਢ ਦੇ ਵਿੱਚ ਇੱਕ ਬੰਦਾ ਬੈਠਾ ਵਧੀਆ ਕਣ ਵਾਲੀ ਸ਼ੱਕਰ ਲਈ ਜਾਂਦਾ, ਰੰਗ ਵੀ ਚਿੱਟਾ ਹੈ ਤੇ ਮੁਲਾਇਮ ਵੀ ਵਧੀਆ, ਇਹਦੀ ਵਿਕੀ ਜਾਂਦੀ ਆ, ਤੇ ਦੱਸੋ ਜੀ ਕੀ ਕੀਤਾ ਜਾਵੇ। ਉਹ ਫਿਰ ਮੈਂ ਉਹਦੀ ਭਾਲ ਕੀਤੀ, ਭਾਈ ਏਦਾਂ ਕਿਉਂ ਹੋ ਗਿਆ। ਉਹਨੂੰ ਮੈਂ ਕਿਹਾ ਸੀ ਅਸੀਂ ਤੁਹਾਨੂੰ ਟ੍ਰੇਨਡ ਕੀਤਾ, ਸਰਟੀਫਿਕੇਟ ਦਿੱਤਾ, ਆਪਣਾ ਸਰਟੀਫਿਕੇਟ ਆਪਣੇ ਘੁਲਾੜ ਤੇ ਲਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੁਸੀਂ ਟ੍ਰੇਨਡ ਬੰਦੇ ਹੋ, ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈ। ਤੋ ਖੈਰ ਫਿਰ ਮੈਂ ਬੈਕ ਭਾਲ ਕੀਤੀ, ਤਾਂ ਉਹ ਬੰਦੇ ਯੂਪੀ ਚੋਂ ਗੁੜ ਸੜਿਆ ਹੋਇਆ ਪਿਛਲੇ ਸਾਲ ਦਾ ਚੱਕਦੇ ਆ, ਉਹਨੂੰ ਪਾਣੀ ਪਾ ਕੇ ਕਾੜਦੇ ਆ, ਸਖਤ ਕਰ ਲੈਂਦੇ ਆ, ਬਾਅਦ ਚੋਂ ਜਦੋਂ ਬਹੁਤ ਸਖਤ ਹੋ ਜਾਂਦਾ ਸਾੜ ਕੇ ਫਿਰ ਉਹਨਾਂ ਨੂੰ ਪਲਵਰਾਈਜ਼ਰ ਗ੍ਰਾਈਂਡਰ 'ਚ ਪਾ ਕੇ ਗ੍ਰਾਈਂਡਿੰਗ ਕਰਦੇ ਆ, ਉਸ ਤੋਂ ਬਾਅਦ ਉਹਨੂੰ ਛਾਣ ਕੇ ਫਿਰ ਲੈ ਕੇ ਆਉਂਦੇ ਆ। ਤੋ ਦੂਜਾ ਇਸੇ ਤਰ੍ਹਾਂ ਹੁਣ ਯੂਪੀ ਤੋਂ ਗੁੜ ਆ ਰਿਹਾ ਸਰ ਸਾਡੇ ਕੋਲ 32 ਰੁਪਏ ਕਿਲੋ, 28 ਤੋਂ 32 ਰੁਪਏ ਕਿਲੋ। ਔਰ ਜੇ ਆਪਾਂ ਦੇਖ ਲਈਏ ਆਪਣਾ ਗੰਨੇ ਦਾ ਰੇਟ ਜੇ 325 ਰੁਪਏ ਆ, 10 ਕਿਲੋ ਚੋਂ 1 ਕਿਲੋ ਗੁੜ ਬਣੇਗਾ, ਤਾਂ 10 ਕਿਲੋ ਗੰਨਾ ਸਾਡਾ ਆਮ ਤੌਰ ਤੇ 50 ਰੁਪਏ ਦਾ ਪੈ ਗਿਆ, 32 ਤੋਂ 50 ਰੁਪਏ। ਤੋ ਜੇ ਗੰਨਾ ਹੀ 32 ਰੁਪਏ ਹੈਗਾ, 32 ਤੋਂ 50 ਰੁਪਏ ਗੰਨੇ ਦੀ ਕੀਮਤ, ਉਹ ਚੋਂ 10 ਕਿਲੋ ਚ 1 ਕਿਲੋ ਗੁੜ ਬਣਨਾ ਹੈਗਾ, ਉਹ ਤੇ ਪ੍ਰੋਸੈਸਿੰਗ ਖਰਚਾ ਆ ਜਾਣਾ, ਲੇਬਰ ਦੇ ਚਾਰਜਿਸ ਆ ਜਾਣੇ ਆ। ਤੋ ਭਾਈ ਉਹ ਚੀਜ਼ ਨਹੀਂ ਸਾਨੂੰ ਸਮਝ ਆਉਂਦੀ ਹੈ, ਉਹ ਤੁਸੀਂ ਦੇਖੋ ਕਿਵੇਂ ਆਪਾਂ ਕਰ ਸਕੀਏ, ਇਹਨੂੰ ਕਿੱਦਾਂ ਕਰੀਏ, ਕਿਵੇਂ ਇਹ ਚੀਜ਼ਾਂ ਕਿਸ ਤਰ੍ਹਾਂ ਉਹਨਾਂ ਦੀ ਇਕਨੋਮਿਕ ਸਾਡੇ ਸਮਝ ਤੋਂ ਬਾਅਦ। ਹਾਂਜੀ ਕੋਈ ਹੋਰ ਵੀ ਕਰੀਏ ਸਮਾਪਤੀ? ਹਾਂ ਮੈਂ ਤਾਂ ਸਮਾਪਤੀ ਵੱਲ ਵਧ ਗਏ ਜੀ। ਜੇ ਕਿਸੇ ਵੀਰ ਦਾ ਸਵਾਲ ਹੈਗਾ ਤਾਂ ਉਹ ਗੱਲ ਕਰ ਸਕਦੇ ਆ ਜੀ, ਤੇ ਨਹੀਂ ਤਾਂ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਵੀ ਹੁਣ ਆਪਾਂ ਮੰਗਲਵਾਰ ਨੂੰ ਖੇਤੀ ਸਤਸੰਗ ਹੋਊਗਾ, ਆਉਂਦੇ ਨੂੰ ਸੋਮਵਾਰ ਨੂੰ ਡਾਕਟਰ ਅਮਰ ਸਿੰਘ ਜੀ ਯਾਦ ਹੋਣਗੇ, ਸਿਹਤ ਤੇ ਗੱਲ ਕਰਨਗੇ, ਤੇ ਇਸ ਤੋਂ ਬਾਅਦ ਆਪਾਂ ਮੰਗਲਵਾਰ ਨੂੰ ਮਿਲਾਂਗੇ ਸਾਰੇ ਵੀਰ ਸ਼ਾਮ ਨੂੰ 7:15 ਵਜੇ, ਤੇ ਉਹਦੇ 'ਚ ਆਪਾਂ ਜਿਹੜੀਆਂ ਫਸਲ ਦੀ ਗੱਲਬਾਤ ਚੱਲਦੀ ਹੁੰਦੀ ਆ ਆਪਣੀ, ਉਹ ਸਾਰੀ ਉਸੇ ਤਰ੍ਹਾਂ ਕੰਟੀਨਿਊ ਹੋਊਗੀ। ਬੜਾ ਧੰਨਵਾਦ ਜੀ ਸਾਰੇ ਵੀਰਾਂ ਦਾ। ਡਾਕਟਰ ਸਾਹਿਬ ਨੇ ਬਿਲਕੁਲ ਸਪੈਸ਼ਲ ਇਕੱਲੇ ਨੁਕਤੇ ਉੱਤੇ ਪ੍ਰੋਸੈਸਿੰਗ ਬਾਰੇ ਕੀ ਲੋੜਾਂ ਨੇ, ਕਿਹਨਾਂ ਗੱਲਾਂ ਨੂੰ ਧਿਆਨ ਰੱਖਿਆ ਜਾਵੇ, ਬੜੇ ਬਿਜ਼ੀ ਤਰੀਕੇ ਨਾਲ ਸਾਰਾ ਆਪਣਾ ਤਜਰਬਾ ਸ਼ੇਅਰ ਕੀਤਾ, ਤੇ ਵੀਰਾਂ ਇਹਨਾਂ ਦਾ ਫਾਇਦਾ ਵੀ ਉਠਾਇਆ ਤੇ ਅਗਾਂਹ ਵੀ ਉਠਾਉਣਗੇ। ਤੇ ਇਹਦੇ ਨਾਲ ਜਿਹੜਾ ਹੈ ਆਪਾਂ ਡਾਕਟਰ ਸਾਹਿਬ ਦਾ ਫਿਊਚਰ ਦੇ ਵਿੱਚ ਫਾਰ ਦੀ ਬੈਟਰਮੈਂਟ ਆਫ ਸੁਸਾਇਟੀ 1-2 ਪ੍ਰੋਜੈਕਟਸ ਤੇ ਕੰਮ ਕਰੀਏ, ਖਾਸ ਤੌਰ ਦੇ ਉੱਤੇ ਕੁਆਲਿਟੀ ਆਫ ਜੈਗਰੀ ਇਨ ਡਿਫਰੈਂਟ POPs ਐਕਸਟਰਾ ਪ੍ਰੈਕਟਿਸ ਦੇ ਵਿੱਚ ਪ੍ਰੋਜੈਕਟ ਆਪਾਂ ਸਬਮਿਟ ਕਰੀਏ, ਜਿੱਥੇ ਲੋੜ ਹੋਈ ਅਸੀਂ ਹਾਜ਼ਰ ਕਰਨ ਵਾਸਤੇ, ਤਾਂ ਕਿ ਜਿਹੜੀ ਸਮਾਜਿਕ ਲੋੜ ਕੋਈ ਲੋਕਾਂ ਦੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਕੁਆਲਿਟੀ ਕੋਲ ਜਾਵੇ। ਦੂਸਰਾ ਜਿਹੜਾ ਤੁਸੀਂ ਪ੍ਰੋਜੈਕਟ ਲੈ ਰਹੇ ਹੋ ਆਪਣੇ ਲੋਹੇ ਵਾਲਾ ਨੀਵੀਆਂ ਦਾ, ਉਸ ਕਹਿੰਦਾ ਬਾਪੇ ਜਿੱਥੇ ਵੀ ਲੋੜ ਹੈ ਅਸੀਂ ਹਾਜ਼ਰ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਜਾਣਕਾਰੀ। ਹੁਣ ਅਖੀਰ ਦੇ ਵਿੱਚ ਆਪਾਂ ਅਸੀਂ ਚੜ੍ਹਦੀ ਕਲਾ ਵਾਲੇ ਬਾਬੇ ਦਾ ਜਕਾਰਾ ਛੱਡ ਕੇ ਇੱਥੇ ਹੀ ਖੇਤੀ ਸਤਸੰਗ ਦੀ ਸਮਾਪਤੀ ਕਰਾਂਗੇ। ਨਾਨਕ ਨਾਮ ਚੜ੍ਹਦੀ ਕਲਾ। ਜਿੰਦਾਬਾਦ ਜਿੰਦਾਬਾਦ। ਅੱਜ ਆਸਾ ਸਾਡੀ ਟੀਮ ਪੂਰੀ ਆ। ਅੱਜ ਟੀਮ ਪੂਰੀ ਹੈ ਜੀ। ਹਾਂਜੀ ਬਿਲਕੁਲ ਜੀ।
ਬੜੀ ਬੜੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹਾਂਜੀ ਠੀਕ ਹੈ ਜੀ, ਧੰਨਵਾਦ ਜੀ। ਓਕੇ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।